ਬੀ ਸੋਸ਼ਲ ਦੇ ਬੇहद ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਰਣਜੀਤ ਸਿੰਘ ਕੁੱਕੀ ਗਿੱਲ। ਰਣਜੀਤ ਸਿੰਘ ਕੁੱਕੀ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਪਦਮ ਭੂਸ਼ਣ ਡਾਕਟਰ ਖੇਮ ਸਿੰਘ ਗਿੱਲ ਦੇ ਸਪੁੱਤਰ ਹਨ। 3 ਭੈਣ ਭਰਾਵਾਂ ਵਿੱਚੋਂ ਕੁੱਕੀ ਸਭ ਤੋਂ ਛੋਟੇ ਨੇ। ਜੂਨ 1984 'ਚ ਜਦ ਇੰਦਰਾ ਗਾਂਧੀ ਦੇ ਹੁਕਮਾਂ ਅਨੁਸਾਰ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ, ਉਸ ਵੇਲੇ ਰਣਜੀਤ ਸਿੰਘ ਕੁੱਕੀ ਯੂਨੀਵਰਸਿਟੀ ਵਿੱਚ MSc ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੀ ਪੜ੍ਹਾਈ ਕਰ ਰਹੇ ਸਨ। ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੇ ਕੁਝ ਦਿਨਾਂ ਮਗਰੋਂ ਰਣਜੀਤ ਸਿੰਘ ਦਰਬਾਰ ਸਾਹਿਬ ਪਹੁੰਚੇ। ਢੱਠਿਆ ਹੋਇਆ ਅਕਾਲ ਤਖਤ ਵੇਖਿਆ, ਗੁਰੂ ਘਰ 'ਚ ਨੋ ਸਮੋਕਿੰਗ ਦੇ ਬੋਰਡ ਲੱਗੇ ਵੇਖ ਆਪਣੀ ਹੋਂਦ 'ਤੇ ਸਵਾਲ ਖੜੇ ਹੋਣ ਲੱਗੇ। ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦਾ ਬਦਲਾ ਲੈਂਦਿਆਂ ਇੰਦਰਾ ਗਾਂਧੀ ਨੂੰ 2 ਸਿੱਖ ਅੰਗ ਰੱਖਿਅਕਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ 31 ਅਕਤੂਬਰ 1984 ਨੂੰ ਕਤਲ ਕਰ ਦਿੱਤਾ, ਜਿਸ ਦੇ ਰੋਸ ਵਿੱਚ ਦਿੱਲੀ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਦਸੰਬਰ 1984 'ਚ ਦਿੱਲੀ ਸਿੱਖ ਕਤਲੇਆਮ ਅਤੇ ਸਰਕਾਰ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਕੱਚਾ ਚਿੱਠਾ ਖੋਲ੍ਹਦੀ ਇੱਕ ਕਿਤਾਬ ਹੂ ਆਰ ਗਿਲਟੀ ਛਪੀ। ਅਕਾਲ ਤਖਤ ਸਾਹਿਬ ਨੂੰ ਢੱਠਿਆ ਵੇਖਣ, ਜਲੀ ਹੋਈ ਦਿੱਲੀ ਵੇਖਣ ਅਤੇ ਕਿਤਾਬ ਹੂ ਆਰ ਗਿਲਟੀ ਪੜ੍ਹਨ ਤੋਂ ਬਾਅਦ ਕੁੱਕੀ ਗਿੱਲ ਦੀ ਬਦਲਾ ਲੈਣ ਦੀ ਭਾਵਨਾ ਹੋਰ ਪੱਕੀ ਹੋ ਗਈ। ਜੁਲਾਈ 1985 'ਚ MSc ਕੰਪਲੀਟ ਕਰਨ ਤੋਂ ਪਹਿਲਾਂ ਹੀ ਰਣਜੀਤ ਸਿੰਘ ਕੁੱਕੀ ਗਿੱਲ ਹੁਰਾਂ ਕੋਲ ਸਕਾਲਰਸ਼ਿਪ ਸਮੇਤ ਅਮਰੀਕਾ ਜਾ ਕੇ PhD ਕਰਨ ਦਾ ਸੁਨਹਿਰੀ ਮੌਕਾ ਹੱਥ ਵਿੱਚ ਸੀ, ਪਰ ਉਹਨਾਂ ਨੇ ਸ਼ਾਨਦਾਰ ਭਵਿੱਖ ਬਦਲੇ ਬਗਾਵਤ ਦਾ ਰਸਤਾ ਚੁਣਿਆ। ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਅਤੇ ਕਾਂਗਰਸ ਵਿਧਾਇਕ ਲਲਿਤ ਮਾਕਨ ਦਾ ਦਿੱਲੀ ਵਿਖੇ ਉਹਨਾਂ ਦੇ ਘਰ ਜਾ ਕੇ ਕਤਲ ਕਰ ਦਿੱਤਾ। ਲਲਿਤ ਮਾਕਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਪਤਨੀ ਗੀਤਾਂਜਲੀ ਦੀ ਵੀ ਮੌਤ ਹੋ ਗਈ। ਲਲਿਤ ਮਾਕਨ ਅਤੇ ਗੀਤਾਂਜਲੀ ਦੀ ਇਕਲੌਤੀ ਧੀ ਅਵੰਤਿਕਾ ਮਾਕਨ ਉਸ ਵੇਲੇ 6 ਸਾਲਾਂ ਦੀ ਸੀ। ਲਲਿਤ ਮਾਕਨ ਨੂੰ ਮਾਰਨ ਤੋਂ ਬਾਅਦ ਅਰਜਨ ਦਾਸ ਅਤੇ ਜਨਰਲ ਵੈਦਿਆ ਨੂੰ ਮਾਰਿਆ ਗਿਆ। 1986 'ਚ ਰਣਜੀਤ ਸਿੰਘ ਕੁੱਕੀ ਗਿੱਲ ਆਪਣੇ ਦੋਸਤਾਂ ਦੀ ਸਲਾਹ ਨਾਲ ਅਗਲੀ ਰਣਨੀਤੀ ਤੈਅ ਕਰਨ ਅਤੇ ਸੰਘਰਸ਼ ਬਾਰੇ ਸਿੱਖਣ ਲਈ ਅਮਰੀਕਾ ਚਲੇ ਗਏ, ਜਿੱਥੇ ਭਾਰਤ ਸਰਕਾਰ ਦੇ ਕਹਿਣ 'ਤੇ ਤਕਰੀਬਨ 1.5 ਸਾਲ ਮਗਰੋਂ ਅਮਰੀਕਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਮਰੀਕਾ 'ਚ 14 ਸਾਲਾਂ ਦੀ ਜੇਲ੍ਹ ਦੌਰਾਨ ਭਾਰਤ ਸਰਕਾਰ ਰਣਜੀਤ ਸਿੰਘ ਕੁੱਕੀ ਗਿੱਲ ਨੂੰ ਦੋਸ਼ੀ ਸਾਬਤ ਨਾ ਕਰ ਸਕੀ, ਪਰ ਸਾਲ 2000 'ਚ ਉਹਨਾਂ ਨੇ ਅਸਾਈਲਮ ਅਤੇ ਰਿਫਿਊਜੀ ਕਲੇਮ ਨੂੰ ਠੁਕਰਾਉਂਦੇ ਹੋਏ ਆਪਣੇ ਆਪ ਨੂੰ ਭਾਰਤ ਸਰਕਾਰ ਹਵਾਲੇ ਕਰ ਦਿੱਤਾ। ਭਾਰਤ ਆਉਣ 'ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿਹਾੜ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਰਿਹਾਈ ਲਈ ਕੀਤੀਆਂ ਕੋਸ਼ਿਸ਼ਾਂ ਸਦਕਾ 2004 'ਚ ਉਹਨਾਂ ਨੂੰ 14 ਦਿਨਾਂ ਲਈ ਪੈਰੋਲ 'ਤੇ ਭੇਜ ਦਿੱਤਾ ਗਿਆ। ਰਣਜੀਤ ਸਿੰਘ ਕੁੱਕੀ ਗਿੱਲ ਆਪਣੇ ਪਰਿਵਾਰ ਸਮੇਤ ਲੁਧਿਆਣੇ ਸਨ। ਲਲਿਤ ਮਾਕਨ ਦੀ ਧੀ ਅਵੰਤਿਕਾ ਮਾਕਨ ਹੁਣ 24 ਸਾਲਾਂ ਦੀ ਹੋ ਚੁੱਕੀ ਸੀ ਅਤੇ ਕਾਂਗਰਸ ਪਾਰਟੀ ਦੀ ਪ੍ਰਭਾਵਸ਼ਾਲੀ ਵਰਕਰ ਵੀ ਸੀ। ਉਹਨਾਂ ਦਿਨਾਂ 'ਚ ਅਵੰਤਿਕਾ ਮਨੀਸ਼ ਤਿਵਾੜੀ ਦੀ ਇਲੈਕਸ਼ਨ ਕੰਪੇਨ ਲਈ ਲੁਧਿਆਣੇ ਪਹੁੰਚੀ, ਜਿੱਥੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਰ ਅੰਮ੍ਰਿਤਾ ਚੌਧਰੀ ਦੀ ਬਦੌਲਤ ਕੁੱਕੀ ਗਿੱਲ ਅਤੇ ਅਵੰਤਿਕਾ ਮਾਕਨ ਪਹਿਲੀ ਵਾਰ ਆਮੋ ਸਾਹਮਣੇ ਹੋਏ। ਇਸ ਮੁਲਾਕਾਤ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਅਵੰਤਿਕਾ ਮਾਕਨ ਨੇ ਕੁੱਕੀ ਗਿੱਲ ਦੀ ਹਮਾਇਤ ਕਰਦਿਆਂ ਉਹਨਾਂ ਦੀ ਫੌਰੀ ਰਿਹਾਈ ਦਾ ਵਾਅਦਾ ਕੀਤਾ, ਜਿਸ ਮਗਰੋਂ ਰਣਜੀਤ ਸਿੰਘ ਕੁੱਕੀ ਗਿੱਲ ਇਸ ਕੇਸ ਵਿੱਚੋਂ ਸਦਾ ਲਈ ਬਰੀ ਹੋ ਗਏ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਤੁਹਾਡੀ ਨਜ਼ਰ ਦੇ ਵਿੱਚ ਇੱਕ ਸਿੱਖ ਦੀ ਕੀ ਪਛਾਣ ਹੈ? ਸਿੱਖ ਜਿਹੜਾ ਸਮਾਨਤਾ ਦਾ ਸਾਰਿਆਂ ਨਾਲੋਂ ਵੱਡਾ ਉਹਦਾ ਆਦਰਸ਼ ਆ, ਉਹਦੇ ਜਿਹੜੇ ਦੂਜੀ ਸਾਰਿਆਂ ਨਾਲੋਂ ਵੱਡੀ ਗੱਲ ਆ ਬਈ ਉਹ ਚੌਵਨਿਸਟ ਨਹੀਂ, ਚੌਵਨਿਸਟ ਹੈ ਮਤਲਬ ਕਿ ਨੈਸ਼ਨਲਿਸਟ ਫੀਲਿੰਗਸ ਹੈਗੀਆਂ ਨੇ ਪਰ ਕੱਟੜਵਾਦ ਨਹੀਂ ਆ। ਸਿੱਖ ਕੌਮ ਪ੍ਰਤੀ ਸਮਰਪਿਤ ਹੈਗਾ ਸਦਾ, ਪਰ ਕੱਟੜਵਾਦ ਨਹੀਂ ਗਾ। ਬਾਕੀ ਤਾਂ ਜਿਵੇਂ ਗੁਰੂ ਸਾਹਿਬ ਦੇ ਅੰਸ਼ ਹੈ ਉਹਦੇ ਮੁਤਾਬਕ ਹੈਗਾ, ਪਰ ਅੱਜ ਦੇ ਸੰਦਰਭ ਵਿੱਚ ਇਹ ਆ ਵੀ ਸਮਾਨਤਾ ਦਾ ਮਦਈ ਆ ਅਤੇ ਆਪਣਾ ਚੌਵਨਿਸਟ ਫੀਲਿੰਗਸ ਹੈਗੀਆਂ ਨੇ, ਕੌਮੀਅਤ ਹੈਗੀ ਆ ਪਰ ਕੱਟੜਤਾ ਨਹੀਂ। 84 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਹੋਰਾਂ ਦਾ ਜੋ ਸੰਘਰਸ਼ ਸੀ ਉਹ ਸਿੱਖ ਦੀ ਪਛਾਣ ਨੂੰ ਲੈ ਕੇ ਸੀ। ਸਾਡਾ ਵਜੂਦ ਕਾਇਮ ਰਹੇ, ਸਾਡੀ ਪਛਾਣ ਕਾਇਮ ਰਹੇ। ਮੈਂ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਕਿ ਜਦੋਂ 84 ਵਾਪਰੀ ਆ
क्योंकि गुरसिੱਖੀ ਨਾਲ जुड़िया होया ये परिवार सी। डॉक्टर खेम सिंह गिल होरी तुहाडे घर दे विच श्री गुरु ग्रंथ साहिब दा प्रकाश सी। हाँ जी। तुहाडी एक इंटरव्यू दे विच मैं सुनिया कि उस वेले तुसीं ਅੰਮ੍ਰਿਤਧਾਰੀ ਸੀਗੇ ਤੇ ਕੁਝ ਤਸਵੀਰਾਂ ਜਿਹੜੀਆਂ ਤੁਹਾਡੀਆਂ ਅਮਰੀਕਾ ਜੇਲ੍ਹ ਦੌਰਾਨ ਦੀਆਂ ਜਾਂ ਫਿਰ ਜਦੋਂ ਤੁਸੀਂ 2000 ਦੇ ਵਿੱਚ ਇੰਡੀਆ ਆਏ, ਇੱਥੇ ਤੁਹਾਨੂੰ ਜੇਲ੍ਹ ਹੋਈ ਤਿਹਾੜ ਦੇ ਵਿੱਚ, ਉਸ ਤੋਂ ਬਾਅਦ ਤੁਹਾਡੀ ਰਿਹਾਈ ਹੋਈ, ਕੁਝ ਤਸਵੀਰਾਂ ਜਿਹੜੀਆਂ ਆਈਆਂ ਤੁਹਾਡੇ ਪੱਗ ਸੀਗੀ ਪਰ ਤੁਹਾਡੀ ਦਾੜੀ ਕੱਟੀ ਹੋਈ ਸੀ। ਇਹੀ ਸਾਡਾ ਸੰਘਰਸ਼ ਸੀਗਾ ਕਿ ਸਿੱਖ ਦੀ ਪਛਾਣ ਕੀ ਹੋਵੇ, ਪਰ ਤੁਸੀਂ ਆਪਣੀ ਪਛਾਣ ਖੁਦ ਹੀ ਕਤਲ ਕਰ ਦਿੱਤੀ ਸੀ। ਸੰਤਾਂ ਦਾ ਜਿਹੜਾ ਸੰਘਰਸ਼ ਸੀ ਨਾ, ਉਹਨੂੰ ਧਾਰਮਿਕ ਜਜ਼ਬਾਤ ਦੇ ਦਿੱਤੇ ਗਏ। ਸੰਤ ਮਦਈ ਸਨ ਕਿ ਸਿੱਖ ਆਪਣੇ ਧਰਮ ਪ੍ਰਤੀ ਪੂਰਾ ਰਵੇ। ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਕਦੀ ਸੰਤ ਦੇਖੇ ਨਹੀਂ, ਨਾ ਮੈਂ ਕਦੀ ਉਹਨਾਂ ਦਾ ਉਪਾਸ਼ਕ ਸੀ, ਨਾ ਮੈਂ ਉਲਟ ਸੀ, ਨਾ ਮੈਂ ਉਪਾਸ਼ਕ ਸੀ, ਨਾ ਹੀ ਮੈਂ ਉਹਨਾਂ ਦੀ ਪ੍ਰੇਰਨਾ ਸਦਕੇ ਇਸ ਸਟਰਗਲ 'ਚ ਆਇਆ। ਸੰਤਾਂ ਜਿਹੜੇ ਸਟਰਗਲ ਨੂੰ ਉਹ ਲੀਡ ਕਰ ਰਹੇ ਸੀ, ਠੀਕ ਆ ਉਹਦੇ 'ਚ ਵਾਇਲੈਂਸ ਆਈ ਆ, 84 ਤੋਂ ਪਹਿਲੇ ਦੀ ਮੈਂ ਗੱਲ ਕਰ ਲਵਾਂ ਜੋ ਮੈਂ ਹੁਣ ਸਟੱਡੀ ਕੀਤਾ, ਪਰ ਮੁੱਖ ਰੂਪ ਵਿੱਚ ਉਹ ਪੰਜਾਬ ਦੀਆਂ ਮੰਗਾਂ ਲਈ ਸੀ। ਉਹਦੇ ਵਿੱਚ ਸਿੱਖਾਂ ਦਾ ਵੀ ਇਸ਼ੂ ਸੀਗਾ ਕਿ ਸਿੱਖਾਂ ਨੂੰ ਵੱਖਰੀ ਪਛਾਣ ਵਜੋਂ ਮਾਨਤਾ ਦਿੱਤੀ ਜਾਵੇ। ਉਹ ਵੱਖਰੀ ਪਛਾਣ ਨੂੰ ਐਲੈਬੋਰੇਟ ਆਪਣੇ ਆਪਣੇ ਢੰਗ ਨਾਲ ਕੀਤਾ ਗਿਆ। ਜਿਹੜਾ ਬਹੁਤਾ ਮੀਡੀਆ ਸੀ ਉਹਨਾਂ ਨੇ ਉਸ ਨੂੰ ਸਿੱਖ ਰਾਜ ਦੀ ਸ਼ਕਲ ਦਿੱਤਾ। ਸਿੱਖਾਂ 'ਚ ਵੀ ਇਹ ਗੱਲ ਹੁੰਦੀ ਰਹੀ ਆ। ਉਹਦਾ ਮੇਨ ਕਾਰਨ ਸੀ ਕਿ ਜਦੋਂ ਦੀ ਵੰਡ ਹੋਈ ਆ, ਦੇਸ਼ ਨਵਾਂ ਬਣਿਆ ਭਾਰਤ, ਉਦੋਂ ਤੋਂ ਪਹਿਲੇ ਜਿਹੜੇ ਪ੍ਰੋਮੀਨੈਂਟ ਲੀਡਰ ਸੀ ਉਸ ਟਾਈਮ ਦੇ ਕਾਂਗਰਸ ਦੇ, ਉਹਨਾਂ ਨੇ ਵਰਬਲ ਅਸ਼ੋਰੈਂਸ ਦਿੱਤੀ ਸੀ ਸਿੱਖਾਂ ਨੂੰ ਕਿ ਅਸੀਂ ਤੁਹਾਨੂੰ ਵੱਖਰਾ ਖਿੱਤਾ ਦੇਵਾਂਗੇ। ਜਦੋਂ ਕਨਸਟੀਟਿਊਸ਼ਨ ਬਣਿਆ ਉਦੋਂ ਵੀ ਜਿਹੜੀਆਂ ਸੀਗੀਆਂ ਉਹਦੇ 'ਚ ਸਿੱਖਾਂ ਨੂੰ ਵੱਖਰੀ ਪਛਾਣ ਨਹੀਂ ਸੀ ਦਿੱਤੀ ਗਈ। ਉਸ ਕਰਕੇ ਜਿਹੜੇ 2 ਮੈਂਬਰ ਸੀਗੇ ਕਨਸਟੀਟਿਊਸ਼ਨ ਜਿਹੜੀ ਟੀਮ ਸੀਗੀ, ਉਹਨਾਂ ਨੇ ਨਾ ਕਰਤੀ ਸੀ ਸਾਈਨ ਕਰਨ ਤੋਂ, ਪਰ ਉਹਨਾਂ ਨੇ ਐਲੈਬੋਰੇਟ ਨਹੀਂ ਕੀਤਾ ਵੀ ਅਸੀਂ ਕਿਉਂ ਕਰ ਰਹੇ ਹਾਂ। ਉਹਨੂੰ ਆਪਾਂ ਇਹ ਸੋਚ ਲਿਆ ਵੀ ਇਹ ਕਾਰਨ ਆ। ਉਹ ਚੀਜ਼ ਫਿਰ ਉਸ ਤੋਂ ਬਾਅਦ ਇਹ ਚੀਜ਼ ਵੱਧ ਅਧਿਕਾਰਾਂ ਰਾਜ ਲਈ ਬਦਲ ਗਈ, ਜਦ ਕਿ ਸਿੱਖ ਖੁਦ ਮੁਖਤਿਆਰੀ ਮੰਗਦੇ ਸੀ। ਉਹ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਭਾਵੇਂ ਹੁਣ ਦੂਸਰੀਆਂ ਸਟੇਟਸ ਵੀ ਸਾਊਥ ਵਿੱਚ ਕਹਿ ਰਹੀਆਂ ਨੇ ਕਿ ਸਾਨੂੰ ਇੰਡੀਪੈਂਡੈਂਸ ਮਤਲਬ ਕਿ ਦਿੱਤੀ ਜਾਵੇ, ਕਿ ਸਟੇਟਸ ਕੋਲੇ ਪੂਰਨ ਅਧਿਕਾਰ ਚਾਹੀਦੇ ਨੇ, ਉਹ ਚੀਜ਼ ਸਿੱਖਾਂ ਨੇ ਪਹਿਲੇ ਸਾਲ ਨਾਲ ਉਠਾਈ ਸੀ। ਕਿਉਂਕਿ ਅਕਾਲੀ ਦਲ ਨੇ ਉਠਾਈ ਸੀ, ਇਸ ਕਰਕੇ ਉਹ ਅਕਾਲੀ ਦਲ ਪ੍ਰਤੀਨਿਧ ਜਮਾਤ ਰਹੀ ਆ ਸਿੱਖਾਂ ਦੀ, ਹਜੇ ਵੀ ਹੈਗੀ ਆ, ਤਾਂ ਉਹ ਚੀਜ਼ ਸਿੱਖਾਂ ਨਾਲ ਜੁੜ ਗਈ ਵੀ ਇਹ ਖੁਦ ਮੁਖਤਿਆਰੀ ਦਾ ਮਤਲਬ ਸਿੱਖ ਰਾਜ ਦੇ ਵਿੱਚ ਬਦਲ ਦਿੱਤਾ ਗਿਆ। ਜਦੋਂ ਵੀ ਇੱਕ ਸੰਤਾਂ ਨਾਲ ਇਹ ਕਰਤਾ ਵੀ ਹੀ ਇਜ਼ ਐਂਟੀ ਚੌਵਨਿਸਟ, ਕਿ ਇਹ ਨਹੀਂ ਚੌਵਨਿਸਟ ਨੇ, ਇਹਨਾਂ ਦੇ ਵਿੱਚ ਰਾਸ਼ਟਰਵਾਦ ਆ ਅਤੇ ਕੱਟੜ ਰਾਸ਼ਟਰਵਾਦ ਆ। ਜਦ ਕਿ ਸੰਤਾਂ ਨੇ ਕਦੀ ਕਿਸੇ ਪਬਲਿਕ ਪਲੇਟਫਾਰਮ 'ਤੇ ਮੰਗ ਨਹੀਂ ਉਠਾਈ। ਖੁਦ ਮੁਖਤਿਆਰੀ ਦੀ ਗੱਲ ਜ਼ਰੂਰ ਚੱਲਦੀ ਰਹੀ ਆ, ਪਰ ਮੁੱਖ ਰੂਪ ਵਿੱਚ ਜਿਹੜੀਆਂ ਮੰਗਾਂ ਸੀ ਉਹ ਪੰਜਾਬ ਦੀਆਂ ਮੰਗਾਂ ਸੀ। ਉਹ ਸਿੱਖਾਂ ਨਾਲ ਤਾਂ ਜੁੜਨੀਆਂ ਸੀ ਕਿਉਂਕਿ ਸਿੱਖ ਹੀ ਜਿਹੜੇ ਸੀ ਉਹ ਸੰਘਰਸ਼ ਕਰ ਰਹੇ ਸੀ। ਦਿੱਲੀ ਦੰਗੇ ਜਦੋਂ ਹੋਏ ਨੇ, ਜਿਹੜੀ ਦੂਸਰੀ ਗੱਲ ਆ, ਤੁਸੀਂ ਮੇਰੇ 'ਤੇ ਕੁਐਸਚਨ ਉਠਾਇਆ, ਮੈਂ 84 ਵੇਲੇ ਅੰਮ੍ਰਿਤਧਾਰੀ ਨਹੀਂ ਸੀਗਾ। 84 ਤੋਂ ਬਾਅਦ ਜਦੋਂ ਈਵੈਂਟਸ ਹੋਈਆਂ ਨੇ, ਉਸ ਤੋਂ ਬਾਅਦ ਮੈਂ ਜ਼ਰੂਰ ਅੰਮ੍ਰਿਤ ਛਕਿਆ ਹੈਗਾ। ਪਰ ਜਿਸ ਦਿਨ ਮੈਂ ਥੋੜ੍ਹੇ ਮਹੀਨਿਆਂ ਬਾਅਦ ਘਰੋਂ ਗਿਆ, ਉਦੋਂ ਮੈਂ ਬਾਲ ਕਟਾ ਲਏ ਸੀ। ਮੇਰੇ ਲਈ ਉਦੋਂ ਪਛਾਣ ਦਾ ਮਸਲਾ ਜ਼ਰੂਰ ਸੀਗਾ, ਪਰ ਵੱਡੀ ਗੱਲ ਸੀ ਕਿ ਉਸ ਟਾਈਮ 'ਤੇ ਪਹਿਲਾ ਮੀਨਿੰਗ ਤਾਂ ਰਿਵੈਂਜ ਸੀ ਵੀ ਜਿਨ੍ਹਾਂ ਨੇ ਦੰਗੇ ਕੀਤੇ ਆ ਪ੍ਰੋਮੀਨੈਂਟ ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਟਾਰਗੇਟ ਕਰਨਾ, ਉਹ ਇੱਕ ਯੂਥਫੁਲ ਤੁਹਾਡੀ ਸੋਚ ਹੁੰਦੀ ਆ। ਸੈਕੰਡ ਜਿਹੜਾ ਇਸ਼ੂ ਸੀਗਾ ਉਹ ਸੀ ਆਰਮੀ, ਵੀ ਜਿਹੜੇ ਵੀ ਜਰਨਲ ਨੇ ਮੁੱਖ ਰੂਪ ਵਿੱਚ ਭੂਮਿਕਾ ਨਿਭਾਈ ਆ ਉਹ ਹੋਇਆ। ਉਸ ਤੋਂ ਬਾਅਦ ਜੋ ਵੀ ਈਵੈਂਟਸ ਹੋਈਆਂ, ਮੈਂ ਉਸ ਤੋਂ ਬਾਅਦ ਕਦੀ ਬਾਲ ਰੱਖੇ ਨਹੀਂ।
ਇਹ ਹੁਣ ਵੀ ਉਸੇ ਤਰ੍ਹਾਂ ਹੈਗਾ। ਮੈਂ ਠੀਕ ਆ, ਮੇਰੀਆਂ ਬਲੀਫਸ ਹੈਗੀਆਂ ਨੇ, ਪਰ ਮੈਂ ਕੋਈ ਰਿਚੁਅਲਿਸਟਿਕ ਨਹੀਂ ਗਾ। ਬਿਲਕੁਲ। ਜਦੋਂ ਦਿੱਲੀ ਦੰਗੇ ਹੋਏ ਨੇਗੇ ਤਾਂ ਦਿੱਲੀ ਦੰਗਿਆਂ ਦੇ ਕੁਝ ਦਿਨਾਂ ਬਾਅਦ 11-13 ਦਿਨਾਂ ਬਾਅਦ ਤੁਸੀਂ ਦਿੱਲੀ ਜਾਂਦੇ ਹੋ। ਦਿੱਲੀ ਸੜੀ ਹੋਈ ਵੇਖੀ ਤੁਸੀਂ। ਹਜ਼ਾਰਾਂ ਲੋਕ ਉਹ ਮਾਰੇ ਗਏ ਜਿਨ੍ਹਾਂ ਦੇ ਦਾੜਾ ਪ੍ਰਕਾਸ਼ ਸੀ, ਜਿਨ੍ਹਾਂ ਦੇ ਪੱਗਾਂ ਬੰਨੀਆਂ ਹੋਈਆਂ ਸੀ। ਸਿੱਖ ਪਰ ਜਿਹੜੇ ਮੋਨੇ ਸੀਗੇ ਉਹਨਾਂ ਨੂੰ ਨਹੀਂ ਮਾਰਿਆ ਗਿਆ, ਕਿਉਂਕਿ ਉਦੋਂ ਸਿੱਖਾਂ ਦੀ ਪਛਾਣ ਪੱਗ ਦਾੜੀ ਨਾਲ ਸੀ, ਆਇਡੈਂਟੀਟੀ ਸੀ ਨਾ। ਹਾਂ, ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਪਛਾਣ ਜੋ ਜਿਹੜੇ ਚਿੰਨ੍ਹ ਸਾਡੀ ਪਛਾਣ ਨੇ, ਜਿਨ੍ਹਾਂ ਖਾਤਰ ਸਾਡੀ ਹੁਣ ਤੱਕ ਲੜਾਈ ਹੈ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਜਾਂ ਪੰਜਾਬੀ ਪਹਿਰਾਵੇ ਤੋਂ, ਉਹਦੇ ਸਰੀਰਕ ਰੂਪ ਰੇਖਾ ਤੋਂ ਪਛਾਣਿਆ ਜਾਂਦਾ, ਤੁਹਾਨੂੰ ਲੱਗਦਾ ਨਹੀਂ ਗਾ ਕਿ ਕਿਤੇ ਉਸ ਚੀਜ਼ 'ਤੇ ਖਰੇ ਉਤਰਨ 'ਚ ਆਪਾਂ ਨਾਕਾਮਯਾਬ ਰਹੇ? ਠੀਕ ਆ, ਮੈਂ ਆਪਣੇ ਆਪ ਨੂੰ ਪੂਰਨ ਨਹੀਂ ਮੰਨਦਾ, ਪਰ ਅਪੀਅਰੈਂਸ ਇਜ਼ ਨਾਟ ਦਾ ਸੋਲ ਇਸ਼ੂ। ਐਟ ਦੈਟ ਟਾਈਮ ਜਿਹੜਾ ਮੋਟਿਵ ਸੀਗਾ ਟੂ ਅਪਲਿਫਟ ਦਾ ਮੋਰਲ, ਜਿਹੜਾ ਇੰਗਲਿਸ਼ ਦਾ ਇੱਕ ਕਥਨ ਵੀ ਹੈਗਾ ਕਿ ਉਦੋਂ ਜਿਹੜੇ ਇੰਡੀਵਿਜੂਅਲ ਸੀ ਸਾਡੇ ਵਰਗੇ, ਸਾਡੇ ਅੱਗੇ ਚੈਲੰਜ ਆ ਗਿਆ ਸੀ ਫਰੋਮ ਸਟੇਟ ਮਸ਼ੀਨਰੀ ਅਤੇ ਸਟੇਟ ਅਥਾਰਟੀ ਦਾ, ਜਿਹੜੀ ਕਿ ਉਸ ਟਾਈਮ 'ਤੇ ਇਸ ਰੁਝਾਨ ਵਿੱਚ ਰੁੱਝੀ ਹੋਈ ਸੀ ਵੀ ਸਿੱਖਾਂ ਨੂੰ ਆਪਾਂ ਕਿਸੇ ਵੀ ਕੀਮਤ 'ਚ ਇਹਨਾਂ ਨੂੰ ਆਇਡੈਂਟਿਟੀ ਰੂਪ ਵਿੱਚ ਖ਼ਤਮ ਕਰਨਾ। ਦੈਟ ਵਾਜ਼ ਅ ਗ੍ਰੇਵ ਚੈਲੰਜ, ਜਿਹੜਾ ਕਿ ਸਾਡੇ ਲਈ ਕਾਰਨ ਵੀ ਬਣਿਆ ਮੇਰੇ ਲਈ ਸੰਘਰਸ਼ ਵਿੱਚ ਆਉਣ ਦਾ, ਕਿਉਂਕਿ ਇੰਨੀ ਕੁ ਅੰਡਰਸਟੈਂਡਿੰਗ ਮੈਨੂੰ ਸੀਗੀ। ਪਰ ਠੀਕ ਆ, ਪੋਲੀਟੀਕਲ ਜਾਂ ਸਿਵਿਕ ਸੈਂਸ ਪੂਰੀ ਤਰ੍ਹਾਂ ਡਿਵੈਲਪ ਨਹੀਂ ਸੀ ਵੀ ਅਗਲੇ ਸਟੈਪਸ ਕੀ ਹੋਣਗੇ। ਕੋਈ ਆਪਣਾ ਮਕਸਦ ਇਹ ਤਾਂ ਨਹੀਂ ਸੀ ਕਿ ਬੰਦੇ ਮਾਰਨੇ ਆ। ਸਰਟਨ ਹਿੱਟਸ ਜ਼ਰੂਰੀ ਸੀ ਕਿ ਉਸ ਟਾਈਮ 'ਤੇ ਮੋਰੇਲ ਜਿਹੜਾ ਸੀਗਾ ਆਪਣੀ ਕੌਮ ਦਾ, ਸਿੱਖ ਕੌਮ ਦਾ, ਉਹ ਬਹੁਤ ਬੁਰੀ ਤਰ੍ਹਾਂ ਡਿੱਗ ਗਿਆ ਸੀ। ਸਿੱਖ ਡਰਨ ਲੱਗ ਗਏ ਸੀ। ਈਵਨ ਦਿੱਲੀ ਦੇ ਬਿਜ਼ਨਸਮੈਨ ਵਗੈਰਾ ਜਦੋਂ ਮੈਨੂੰ ਮਿਲਦੇ ਆ ਜਾਂ ਕਰਦੇ ਆ, ਪ੍ਰੋਮੀਨੈਂਟ ਬੰਦੇ ਮਤਲਬ ਕਿ, ਉਹ ਇਹ ਕਹਿੰਦੇ ਵੀ ਤੁਸੀਂ ਸਾਨੂੰ ਘਰੋਂ ਬਾਹਰ ਆਉਣ ਦਾ ਹੌਸਲਾ ਦੇ ਦਿਓ। ਅਸੀਂ ਬਾਹਰ ਨਹੀਂ ਸੀ ਨਿਕਲ ਸਕਦੇ। ਆਰਮੀ ਦਾ ਜ਼ਰੂਰੀ ਸੀ ਕਿ ਭਾਵੇਂ ਇੱਕ ਪੋਲੀਟੀਕਲ ਸਿਚੁਏਸ਼ਨ ਨੂੰ ਕਿਲ ਕਰਨ ਲਈ ਇੰਦਰਾ ਗਾਂਧੀ ਨੇ ਆਰਮੀ ਯੂਜ਼ ਕੀਤੀ, ਦੈਟ ਵਾਜ਼ ਅ ਬੈਡ ਡਿਸੀਜ਼ਨ, ਜਿਹੜੇ ਸਾਰੇ ਮੰਨਦੇ ਨੇ, ਪਰ ਉਦੋਂ ਤਾਂ ਕੋਈ ਰਿਮੋਰਸ ਨਹੀਂ ਸੀ। ਉਦੋਂ ਤਾਂ ਦੇ ਥਿੰਕ ਕਿ ਦੁਰਗਾ ਮਾਤਾ ਹੈਗੀ ਆ, ਉਹਨਾਂ ਦੇ ਆਪਣੇ ਪੋਲੀਟੀਕਲ ਮੋਟਿਵ ਸੀ ਕਿ ਕਿਉਂ ਅਟੈਕ ਕਰਨਾ। ਇਸ ਕਰਕੇ ਇਹ ਮੀਨਿੰਗ ਇਹ ਨਹੀਂ ਕਿ ਆਪਾਂ ਪਰਪਾਕਾਂ ਅਪੀਅਰੈਂਸ ਤਾਂ ਰਿਹਾ, ਪਰ ਕਈ ਵਾਰੀ ਆਪਣੀ ਅਪੀਅਰੈਂਸ ਮਿਟਾਉਣੀ ਵੀ ਪੈਂਦੀ ਆ ਫॉर ए ਲਾਰਜਰ ਗੋਲ, ਐਂਡ ਦੈਟਸ ਵਾਟ ਆਈ ਡਿਡ। ਬਿਲਕੁਲ। ਜਿਹੜਾ ਰਿਵੈਂਜ ਲੈਣ ਦਾ ਡਿਸੀਜਨ ਸੀਗਾ, ਉਹ 84 ਜੂਨ ਅਤੇ ਅਕਤੂਬਰ ਤੋਂ ਬਾਅਦ ਤੈਅ ਹੋ ਗਿਆ ਸੀਗਾ, ਜਾਂ ਫਿਰ ਜਦੋਂ ਦਸੰਬਰ 84 ਦੇ ਵਿੱਚ ਤੁਸੀਂ ਕਿਤਾਬ ਪੜ੍ਹੀ ਹੂ ਆਰ ਦ ਗਿਲਟੀ, ਉਸ ਤੋਂ ਬਾਅਦ ਪੱਕਾ ਹੋਇਆ ਕਿ ਹੁਣ ਨਹੀਂ? ਆਫਟਰ ਅਟੈਕ ਔਨ ਦਰਬਾਰ ਸਾਹਿਬ, ਇਟ ਵਾਜ਼ ਅ ਵਾਟਰਸ਼ੈਡ ਈਵੈਂਟ। ਇਹਨੇ ਮੈਨੂੰ ਸੋਚਣ ਲਈ ਮਜਬੂਰ ਕਰਤਾ ਸੀ ਵੀ ਕੀ ਮੇਰੀ ਜਿਹੜੀ ਮੈਂ ਆਪਣਾ ਕੈਰੀਅਰ ਨੂੰ ਪਰਸਿਊ ਕਰ ਰਿਹਾ, ਦੈਟ ਇਜ਼ ਮੋਰ ਇੰਪੋਰਟੈਂਟ ਕਿ ਜਿਹੜੀ ਸਿੱਖ ਕੌਮ ਦਾ ਸਹਿਬਾਨ ਆ, ਪ੍ਰਾਈਡ ਆ, ਡਿਗਨਿਟੀ ਆ, ਦੈਟ ਇਜ਼ ਮੋਰ ਇੰਪੋਰਟੈਂਟ, ਐਂਡ ਆਈ ਚੂਜ਼ ਦਾ ਅਦਰ ਵੇ। ਇਹ ਸਰਟਨ ਮੂਵਮੈਂਟਸ ਹੁੰਦੀਆਂ ਨੇ ਤੁਹਾਡੀ ਲਾਈਫ 'ਚ, ਸਰਟਨ ਪੁਆਇੰਟਸ ਹੁੰਦੇ ਨੇ, ਮਤਲਬ ਕਿ ਬੇਸਿਕਲੀ ਯੂ ਕੈਨ ਮੋਰ ਐਮਫਸਾਈਜ਼ ਔਨ ਦਾ ਮੂਵਮੈਂਟ ਆਫ ਟਾਈਮ ਹੁੰਦੀ ਆ ਕਿ ਯੂ ਹੈਵ ਟੂ ਟੇਕ ਅ ਡਿਸੀਜ਼ਨ। 84 ਜਿਹੜੀ ਕਾਰਨੇਜ ਹੈ ਦੈਟ ਹੈਪਨਡ ਆਫਟਰਵਰਡਸ, ਉਹਦੇ ਨਾਲ ਹੋਰ ਤੁਹਾਨੂੰ ਉਤਸ਼ਾਹ ਮਿਲਿਆ ਕਿ ਇਹ ਚੀਜ਼ ਤਾਂ ਕਰਨੀ ਪੈਣੀ ਆ। ਸੋ ਆਈ ਲੈਫਟ ਐਵਰੀਥਿੰਗ। ਇੱਕ ਇੰਟਰਵਿਊ 'ਚ ਤੁਸੀਂ ਕਹਿੰਦੇ ਹੋ ਕਿ ਪੱਤਰਕਾਰ ਤੁਹਾਨੂੰ ਸਵਾਲ ਕਰਦੇ ਨੇ ਕਿ ਲਲਿਤ ਮਾਕਨ ਹੋਰਾਂ ਨੂੰ ਗੋਲੀ ਕਿਹਨੇ ਮਾਰੀ ਸੀ? ਤੁਸੀਂ ਜਵਾਬ ਦਿੰਦੇ ਹੋ ਕਿ ਗੋਲੀ ਚਾਹੇ ਮੈਂ ਨਹੀਂ ਮਾਰੀ, ਇਹ ਮਸਲਾ ਨਹੀਂ ਕਿ ਗੋਲੀ ਕਿਹਨੇ ਮਾਰੀ ਆ, ਪਰ ਮੈਂ ਇੱਕ ਕਨਵਿਕਟਡ ਸੀਗਾ ਉਸ ਕੇਸ ਦੇ ਵਿੱਚ। ਪਰ ਜਦੋਂ ਆਪਾਂ ਜਿੰਨੀ ਮੈਂ ਰਿਸਰਚ ਕਰ ਪਾਈ, ਜਾਂ ਫਿਰ ਆਮਿਰ ਖਾਨ ਪ੍ਰੋਡਕਸ਼ਨ ਜਦੋਂ ਰੂਬਰੂ ਰੋਸ਼ਨੀ ਦੇ ਵਿੱਚ 3 ਕਹਾਣੀਆਂ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਡੀ ਅਤੇ ਅਵੰਤਿਕਾ ਮਾਕਨ ਦੀ ਆ, ਤਾਂ ਉਹਦੇ ਵਿੱਚ ਵੀ ਸਿਰਫ ਤੁਹਾਡਾ ਚਿਹਰਾ ਹਾਈਲਾਈਟ ਕੀਤਾ ਜਾਂਦਾ, ਤੁਹਾਡਾ ਪਾਰਟ ਹੈ ਉਹਦੇ ਵਿੱਚ। ਹੋਰ ਕਿੰਨੇ ਜਣੇ ਉਸ ਟਾਈਮ ਤੁਹਾਡੇ ਨਾਲ ਸੀਗੇ?
ਜਾਂ ਫਿਰ ਇਸ ਕੇਸ ਦੇ ਵਿੱਚ ਰਣਜੀਤ ਸਿੰਘ ਕੁੱਕੀਗਿੱਲ ਦਾ ਨਾਮ ਹੀ ਕਿਉਂ ਇੰਨਾ ਜ਼ਿਆਦਾ ਹਾਈਲਾਈਟ ਹੋਇਆ? ਮੈਂ ਇਕੱਲਾ ਹੀ ਬੰਦਾ ਜਿਹੜਾ ਇਸ ਕੇਸ ਵਿੱਚ ਕਨਵਿਕਟ ਹੋਇਆ। ਅੱਛਾ ਜੀ। ਦੂਜੇ ਮੇਰੇ ਨਾਲ ਦੇ 2 ਬੰਦੇ, ਉਹਨਾਂ ਨੂੰ ਫਾਂਸੀ ਦੇਤੀ ਸੀ ਜਨਰਲ ਵੈਦਿਆ ਦੇ ਕੇਸ 'ਚ। ਉਹਨਾਂ ਨੇ ਕਨਫੈਸ ਕਰ ਲਿਆ ਸੀ, ਪੂਨੇ ਦੇ ਪਰ ਹੈਂਡ। ਅਤੇ ਉਹਨਾਂ ਨੇ ਜਿਹੜੀਆਂ ਸਿੱਖਾਂ ਦੀਆਂ ਪਰੰਪਰਾਵਾਂ ਸੀ ਉਹ ਜਿੰਦਾ ਵੀ ਰੱਖੀਆਂ। ਹੱਸ ਕੇ ਫਾਂਸੀ ਚੜ੍ਹਿਆ, ਲੱਡੂ ਵੰਡੇ, ਇਹ ਇਤਿਹਾਸ ਆ। 2 ਬੰਦੇ ਸਾਡੇ ਮਤਲਬ ਕਿ ਪੁਲਿਸ ਨੇ ਮਾਰਤੇ ਮੁਕਾਬਲੇ 'ਚ। ਮੁਕਾਬਲਾ ਨਹੀਂ ਹੋਇਆ, ਟੌਰਚਰ ਕੀਤਾ ਆ। ਬਾਕੀ ਕਿਸੇ 'ਤੇ ਕੇਸ ਚੱਲਿਆ ਨਹੀਂ, ਪਰ ਬਾਕੀ ਸਾਰੇ ਇਵੈਂਚੁਅਲੀ ਅਦਰ ਕੇਸਿਸ ਸੀ। ਮੇਰੇ 'ਤੇ ਹੋਰ ਵੀ ਬਹੁਤ ਕੇਸ ਸੀ। ਜਿੱਥੋਂ ਤੱਕ ਮੇਰੇ ਮਾਰਨ ਦਾ ਜਾਂ ਨਹੀਂ ਮਾਰਨ ਦਾ ਸਵਾਲ, ਇਹਦੇ 'ਚ ਮੈਂ ਤੁਹਾਨੂੰ ਜਸਟ ਬੈਕ ਡਰੋਪ ਦੀ ਇੱਕ ਪੁਆਇੰਟ ਦੱਸਦਾ ਕਿ ਜਦੋਂ ਨਿਊਯਾਰਕ ਵਿੱਚ ਮੇਰਾ ਐਕਸਟ੍ਰੈਡੀਸ਼ਨ ਦਾ ਕੇਸ ਚੱਲਿਆ, ਉਦੋਂ ਗਵਰਨਮੈਂਟ ਨੇ, ਕਿਉਂਕਿ ਉਸ ਟਾਈਮ 'ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਸੀ ਉਹ ਲਲਿਤ ਮਾਕਨ ਦਾ ਸਹੁਰਾ ਸੀ। ਹਾਂਜੀ। ਉਹਨਾਂ ਨੇ ਗਵਰਨਮੈਂਟ ਦੀ ਪੂਰੀ ਵਾਹ ਲਾਤੀ ਸੀ ਟੂ ਗੈਟ ਹਿਮ ਬੈਕ ਐਟ ਐਨੀ ਕੋਸਟ, ਕਿਸੇ ਵੀ ਕੀਮਤ 'ਤੇ ਵਾਪਸ ਲਿਆਉਣਾ। ਪਰ ਇਹਨਾਂ ਨੇ ਉੱਥੇ ਸਰਕਾਰੀ ਵਕੀਲ ਵੀ ਖਰੀਦਿਆ। ਸਰਕਾਰੀ ਵਕੀਲ ਸੀ ਲੇਡੀ, ਉਹ ਫੜੀ ਵੀ ਗਈ, ਪ੍ਰੂਵ ਹੋ ਗਿਆ ਕਿ ਉਹਨੇ ਆਹ ਕੰਮ ਕੀਤਾ। ਫਿਰ ਵੀ ਗਵਰਨਮੈਂਟ ਇੰਡੀਆ 3 ਵਾਰੀ ਹਾਰੀ ਆ। ਉੱਥੇ ਸਿਰਫ ਇਹਨਾਂ ਨੇ ਇੰਨਾ ਪ੍ਰੂਵ ਕਰਨਾ ਸੀ ਕਿ ਮੇਰੀ ਸੰਭਾਵਨਾ ਸੀ ਕਿ ਮੈਂ ਇਸ ਕੇਸ 'ਚ ਵਾਇਲੈਂਸ 'ਚ ਐਸੋਸੀਏਟਿਡ ਹਾਂ। ਮੈਂ ਇਸ ਗੱਲ ਤੋਂ ਕਦੀ ਨਹੀਂ ਭੱਜਦਾ ਕਿ ਮੇਰੀ ਸਲਾਹ ਸੀ, ਮੇਰਾ ਸਾਥ ਸੀਗਾ। ਅਦਰ ਥਿੰਗਸ ਆ ਮੈਟਰ ਆਫ ਹਿਸਟਰੀ। ਅਤੇ ਉੱਥੇ ਇਹ ਸਾਬਤ ਨਾ ਕਰਨ ਤੋਂ ਬਾਅਦ ਮੇਰੇ ਕੋਲ ਚੋਇਸ ਵੀ ਉੱਠੀ ਆ ਕਿ ਮੈਂ ਉੱਥੇ ਅਸਾਈਲਮ ਲਵਾਂ ਜਾਂ ਰਿਫਿਊਜੀ ਕਲੇਮ ਲਵਾਂ। ਮੈਂ ਛੱਡ ਕੇ ਸਭ ਕੁਛ, ਮੈਂ 14 ਸਾਲਾਂ ਦੀ ਜੇਲ੍ਹ ਤੋਂ ਬਾਅਦ ਮੈਂ ਵਾਪਸ ਆ ਗਿਆ ਟੂ ਫੇਸ ਦਾ ਮਿਊਜ਼ਿਕ। ਇੱਥੇ ਆ ਕੇ ਮੈਂ ਦੇਖਾਂ ਵੀ ਕੀ ਕਰਦਾ ਕਾਨੂੰਨ। ਇੱਥੇ ਆ ਕੇ 52 ਗਵਾਹ ਲੈ ਕੇ ਆਏ ਆ, ਈਵਨ ਉਹਦੇ ਘਰ ਦੇ ਲੈ ਕੇ ਆਏ ਆ, ਮਾਕਨ ਉਹਨਾਂ ਦੇ। ਅਵੰਤਿਕਾ ਨਹੀਂ ਸੀ ਆਈ, ਇਹਨੂੰ ਨਾਲ ਬੁਲਾਇਆ ਸੀ। ਹੋਰ ਇਹਦਾ ਅਵੰਤਿਕਾ ਦਾ ਕਜ਼ਨ ਸੀ, ਉਹਦਾ ਭਰਾ ਸੀ, ਹੈ ਨਾ। ਉਹਨਾਂ ਨੇ ਗਵਾਹੀ ਤਾਂ ਕੀ ਦੇਣੀ ਸੀ, ਉਹਨਾਂ ਨੇ ਮੈਨੂੰ ਜੱਫੀ ਪਾਈ ਆ ਕੋਰਟ 'ਚ ਜੱਜ ਦੇ ਸਾਹਮਣੇ ਕਿ ਅਸੀਂ ਵੀ ਪੰਜਾਬੀ ਹਾਂ। ਇੱਕ ਵੀ ਗਵਾਹ ਨੇ ਕਰੋਬਰੇਟ ਨਹੀਂ ਸੀ ਕੀਤਾ ਗਵਰਨਮੈਂਟ ਦਾ, ਤਾਂ ਵੀ ਮੈਨੂੰ ਕਨਵਿਕਟ ਕਰ ਦਿੱਤਾ ਗਿਆ। ਮੈਨੂੰ ਹਾਈ ਕੋਰਟ ਨੇ ਵੀ ਉਹ ਕਨਵਿਕਸ਼ਨ ਬਰਕਰਾਰ ਰੱਖੀ ਹੈ। ਪਰ ਜਿਹੜੇ ਸੈਸ਼ਨ ਜੱਜ ਨੇ ਮੈਨੂੰ ਕਨਵਿਕਟ ਕੀਤਾ ਸੀ, ਮਿਸਟਰ ਜੈਨ, ਉਹ 3 ਦਿਨਾਂ ਬਾਅਦ ਮੈਨੂੰ ਜੇਲ੍ਹ 'ਚ ਮਿਲਣ ਆਇਆ। ਅਤੇ ਮੈਂ ਅੰਦਰ ਬੰਦ ਸੀਗਾ, ਉਹ ਬਾਹਰ ਖੜ੍ਹਾ ਸੀ। ਉਹਨੇ ਮੈਨੂੰ ਕਿਹਾ ਕਿ ਮੈਂ ਮਜਬੂਰ ਸੀ, ਜਦ ਕਿ ਮੈਂ ਨਹੀਂ ਪੁੱਛਿਆ। ਉਹਨੇ ਮੈਨੂੰ ਇਹ ਪੁੱਛਿਆ ਮੈਂ ਜੇਲ੍ਹ 'ਚ ਤੇਰੇ ਲਈ ਕੀ ਕਰ ਸਕਦਾ, ਤੇਰਾ ਜੀਵਨ ਬਿਹਤਰ ਕਰਨ ਲਈ। ਮੈਂ ਕਿਹਾ 17 ਸਾਲ ਤਾਂ ਹੋ ਗਏ, ਹੁਣ ਵਾਟ ਐਲਸ ਯੂ ਕੈਨ ਡੂ। ਉਹਨੂੰ ਹਾਈ ਕੋਰਟ ਦਾ ਜੱਜ ਬਣਾ ਦਿੱਤਾ ਗਿਆ। ਜਿਹੜੀ ਮੇਰੀ ਸਰਕਾਰੀ ਵਕੀਲ ਸੀ ਹਾਈ ਕੋਰਟ ਵਿੱਚ, ਉਹਨੂੰ ਜਿੱਦਣ ਮੇਰੇ ਕੇਸ ਦਾ ਫੈਸਲਾ ਆਇਆ, ਰਾਈਟ ਵੇ ਉਹਨੂੰ ਐਲੀਵੇਟ ਕਰਕੇ ਸ਼ੀ ਸਟਿਲ ਦਾ ਹਾਈ ਕੋਰਟ ਜੱਜ। ਮਤਲਬ ਕਿ ਗਵਰਨਮੈਂਟ ਦਾ ਕੀ, ਇੱਕ ਜ਼ਰੂਰ ਆ ਵੀ ਜੇ ਮੈਂ ਕੇਸ ਜਿੱਤ ਜਾਂਦਾ ਤਾਂ ਅੱਗੇ ਤੋਂ ਇੰਡੀਆ ਨੂੰ ਐਕਸਟ੍ਰੈਡੀਸ਼ਨ ਕਿਸੇ ਨੂੰ ਲੈ ਕੇ ਆਉਣ 'ਚ ਬਹੁਤ ਤੰਗੀ ਹੋਣੀ ਸੀ। ਜਿਹੜੇ 52 ਗਵਾਹ ਤੁਸੀਂ ਕਹੇ ਨੇ, ਉਹਨਾਂ ਦੇ ਵਿੱਚ ਉਹ 2 ਅਵੰਤਿਕਾ ਦੇ ਕਜ਼ਨਸ ਵੀ ਸ਼ਾਮਿਲ ਸੀਗੇ ਜਿਹੜੇ ਕਿ ਰੂਬਰੂ ਰੋਸ਼ਨੀ ਦੇ ਵਿੱਚ ਜਿਨ੍ਹਾਂ ਦੀਆਂ ਬਾਈਟਸ ਸੀਗੀਆਂ ਨੇ। ਮਾਕਨ ਦਾ ਬ੍ਰਦਰ ਵੀ ਸੀ ਵੱਡਾ। ਅੱਛਾ ਜੀ। ਜਿਹੜਾ ਅਜੇ ਮਾਕਨ ਦਾ ਫਾਦਰ ਆ। ਅਜੇ ਮਾਕਨ ਆਪ ਨਹੀਂ ਸੀ ਜੀ, ਉਹਦੀ ਵਾਈਫ ਸੀਗੀ, ਜਿਹੜਾ ਉਹਦਾ ਬ੍ਰਦਰ ਆ ਉਹਦੀ ਭਾਬੀ ਸੀ, ਅਤੇ ਉਹ ਸੀ, 2 ਜਣੇ ਸੀ। ਪਰ ਜਦੋਂ ਰੂਬਰੂ ਰੋਸ਼ਨੀ ਦੇ ਵਿੱਚ ਅਸੀਂ ਅਵੰਤਿਕਾ ਦੇ ਕਜ਼ਨਸ ਦੀਆਂ ਬਾਈਟ ਦੇਖਦੇ ਨੇ, ਜਿਹੜੇ ਉਸ ਟਾਈਮ ਜਦੋਂ ਘਟਨਾ ਵਾਪਰੀ ਘਰੇ ਸਨ, ਦੇ ਵਰ ਨਾਟ ਗਵਾਸ। ਗਵਾਹ ਸਿਰਫ ਬਾਕੀ ਆਈ ਵਿਟਨੈਸ ਸੀਗੇ। ਅੱਛਾ ਜੀ। ਜਿਹੜੇ 3 ਹੋਰ ਆਈ ਵਿਟਨੈਸ ਸੀਗੇ, ਉਹਨਾਂ ਨੇ ਕਰੋਬਰੇਟ ਨਹੀਂ ਕੀਤਾ। ਈਵਨ ਦੈਟ ਗਾਏ ਜਿਹੜਾ ਮਾਕਨ ਦੇ ਨਾਲ ਸ਼ਾਟ ਹੋਇਆ ਜੀ, ਉਹਦੀ ਸੱਜੇ ਮੋਢੇ 'ਚ ਇੱਥੇ ਵੱਖੀ 'ਚ ਛਾਤੀ 'ਚ ਇੱਥੇ ਗੋਲੀ ਵੱਜੀ ਸੀ। ਮਤਲਬ ਸੈਵਰਲ ਗੋਲੀਆਂ ਉਹਦੇ ਵੱਜੀਆਂ ਹੋਣਗੀਆਂ ਜੀ। ਉਹਦੀ ਸੁਰੇਸ਼ ਮਲਕ ਦੇ ਰਿਪੋਰਟ ਅਨੁਸਾਰ ਹੀ ਮੇਰੀ ਐਕਸਟ੍ਰੈਡੀਸ਼ਨ ਫਾਈਲ ਕੀਤੀ ਗਈ ਸੀ। ਉਹਨੇ ਕੋਰਟ 'ਚ ਆ ਕੇ ਕਿਹਾ ਸੀ ਕਿ FIR ਵੀ ਉਹਦੇ ਨਾਂ 'ਤੇ ਦਰਜ ਆ ਕਿ ਮੇਰੇ ਸੱਜੇ ਮੋਢੇ ਦੇ
ਗੋਲੀ ਵੱਜੀ ਹੋਈ ਸੀ, ਮੈਂ ਮੂਵ ਨਹੀਂ ਕਰ ਸਕਦਾ ਸੀ। ਮੈਂ ਹੈਂਡ ਰਾਈਟਿੰਗ ਵੀ ਮੇਰੀ ਸੱਜੇ ਹੱਥ ਦੀ ਹੈ, ਐਮ ਰਾਈਟ ਹੈਂਡਡ, ਹਾਊ ਕੈਨ ਆਈ ਸਾਈਨ। ਪਰ ਉੱਥੇ ਇਹ ਪ੍ਰੂਵ ਕਰਦੇ ਰਹੇ, ਪਰ ਜੱਜ ਨੇ ਬਾਏ ਨਹੀਂ ਕੀਤਾ। ਬਾਅਦ 'ਚ ਉਹਨੇ ਕੋਰਟ 'ਚ ਆ ਕੇ ਜਦੋਂ ਕੇਸ ਚੱਲਿਆ ਕਿਸੇ ਹੋਰ 'ਤੇ, ਤਾਂ ਉਦੋਂ ਉਹਨੇ ਆ ਕੇ ਕਹਿਤਾ ਸੀ ਕਿ ਮੇਰਾ ਕੋਈ ਲੈਣਾ ਦੇਣਾ, ਜਿਹੜਾ ਮੈਂ ਐਫੀਡੇਵਿਟ ਵੀ ਦਿੱਤਾ ਉਹ ਗਲਤ ਆ। ਅੱਛਾ ਜੀ, ਜਦੋਂ ਅਸੀਂ ਆਮਿਰ ਖਾਨ ਪ੍ਰੋਡਕਸ਼ਨ ਦੀ ਰੂਬਰੂ ਰੋਸ਼ਨੀ, ਤੁਹਾਡੀ ਅਵੰਤਿਕਾ, ਲਲਿਤ ਮਾਕਨ ਹੋਰਾਂ ਦੀ ਕਹਾਣੀ ਕਹਿੰਦੀ ਇੱਕ ਫਿਲਮ ਦੇਖਦੇ ਹਾਂ, ਤਾਂ ਮੈਨੂੰ ਦੇਖਦੇ ਹੋਏ ਇਉਂ ਲੱਗਿਆ ਅਵੰਤਿਕਾ ਮਾਕਨ ਦਾ ਜਿਹੜਾ ਪਾਰਟ ਸੀ ਉਹ ਜ਼ਿਆਦਾ ਸਿੰਪੈਥੈਟਿਕ ਵੇ ਦੇ ਨਾਲ ਦਿਖਾਇਆ ਗਿਆ। ਉਹ ਇੱਕ ਬੱਚੇ ਦਾ ਨਜ਼ਰੀਆ ਦਿਖਾਇਆ ਗਿਆ, ਇੱਕ ਬੱਚਾ ਜਿਹੜਾ 6 ਸਾਲ ਦੀ ਉਮਰ ਦੇ ਵਿੱਚ ਯਤੀਮ ਹੋ ਜਾਂਦਾ, ਤਾਂ ਉਹ ਕਿਹੜੀਆਂ ਪਰਿਸਥਿਤੀਆਂ ਦੇ ਵਿੱਚੋਂ ਲੰਘਿਆ, ਉਹ ਜ਼ਿਆਦਾ ਸਿੰਪੈਥੈਟਿਕ ਲੱਗਦਾ। ਪਰ ਜਦੋਂ 84 ਦਿੱਲੀ ਦੰਗਿਆਂ ਦੇ ਵਿੱਚ ਹਜ਼ਾਰਾਂ ਸਾਡੇ ਲੋਕ ਮਰੇ ਨੇਗੇ, ਤਾਂ ਉੱਥੇ ਕਿੰਨੇ 100 ਬੱਚੇ ਜਿਹੜੇ ਯਤੀਮ ਹੋਏ ਹੋਣਗੇ, ਜਾਂ ਕਿੰਨੀਆਂ ਮਾਵਾਂ ਨੇ ਜਿਹੜੀਆਂ ਵਿਧਵਾ ਹੋਈਆਂ ਹੋਣਗੀਆਂ, ਕਿੰਨੇ ਜਿਹੜੇ ਘਰ ਵਾਲੇ ਇਕੱਲੇ ਰਹਿ ਗਏ ਹੋਣੇ ਆ ਪਰਿਵਾਰਾਂ ਦੇ ਵਿੱਚੋਂ। ਜਦੋਂ ਤੁਸੀਂ ਸਾਰੀ ਮੇਕਿੰਗ ਦੇ ਵਿੱਚ ਸੀਗੇ, ਤੁਸੀਂ ਫਾਈਨਲ ਕੱਟ ਵੀ ਜ਼ਰੂਰ ਦੇਖਿਆ ਹੋਣਾ, ਤੁਹਾਨੂੰ ਲੱਗਿਆ ਕਿ ਅਵੰਤਿਕਾ ਦਾ ਪਾਰਟ ਆ ਜਿਹੜਾ ਜ਼ਿਆਦਾ ਸਿੰਪੈਥੈਟਿਕ ਵੇ ਨਾਲ ਦਿਖਾਇਆ ਗਿਆ? ਦਿਖਾਇਆ ਨਾ, ਇਹ ਮੈਂ ਆਈ ਟੋਟਲੀ ਐਗਰੀ ਵਿਦ ਯੂ। ਮੈਂ ਇਹ ਐਡੀਟਡ ਆ, ਵੈਸੇ 15 ਦਿਨ ਇੱਥੇ ਰਹੇ ਸੀ ਮੇਰੇ ਕੋਲ ਸਾਰੀ ਟੀਮ, ਜਿੰਨਾ ਵਰਸ਼ਨ ਹੈ ਐਡੀਟਡ ਆ। ਮੈਂ ਸੀਰੀਅਸ ਰੈਜ਼ਰਵੇਸ਼ਨਸ ਉਠਾਈਆਂ ਸੀਗੀਆਂ ਕਿ ਤੁਸੀਂ ਇੱਕ ਪੱਖ ਦਿਖਾਇਆ, ਵਿਕਟਮ ਤਾਂ ਮੈਂ ਵੀ ਹਾਂ। ਜਦੋਂ ਮੈਂ ਅਵੰਤਿਕਾ ਮਾਕਨ ਨੂੰ ਪਹਿਲੇ ਦਿਨ ਮਿਲਿਆ 2004 'ਚ, ਮੈਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ। ਉਹ ਪਹਿਲੇ ਬਹੁਤ ਗੁੱਸੇ ਸੀ, ਸ਼ੀ ਇਜ਼ ਬੇਸਿਕਲੀ ਐਂਗਰੀ ਵੂਮਨ, ਨਹੀਂ ਤਾਂ ਮੈਂ ਕਿਹਾ ਸੀ ਵੀ ਇਹ ਪੋਲੀਟੀਕਲ ਈਵੈਂਟਸ ਦੀ ਫਾਲ ਆਊਟ ਆ। ਸਫ਼ਰ ਤੂੰ ਵੀ ਕੀਤਾ, ਸਫ਼ਰ ਮੈਂ ਵੀ ਕੀਤਾ। ਜੇ ਹੁਣ ਡਿਗਰੀ ਆਫ ਸਫਰਿੰਗਸ ਤੁਸੀਂ ਕੰਪੇਅਰ ਕਰਦੇ ਆ, ਤਾਂ ਸਾਡੇ 'ਤੇ ਆਊਗਾ ਵੀ ਸਿੱਖਸ ਹੈਵ ਸਫਰਡ ਦਾ ਮੋਸਟ। ਜੀ ਬਿਲਕੁਲ, ਇਹ ਮੈਂ ਗੱਲ 28 ਸੀ, ਮੇਰੀ ਇੰਟਰਵਿਊਜ਼ ਵਿੱਚ ਵੀ ਸੀਗੀ, ਪਰ ਉਹਨਾਂ ਨੇ ਉਦੋਂ ਐਡਿਟ ਕਰਤੀ। ਉਹ ਕਹਿੰਦੇ ਵੀ ਜਦੋਂ ਮੈਨੂੰ ਅਮੀਰ ਖਾਨ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਸੀ, ਇਵਨ ਡਾਇਰੈਕਟਰ ਸਵਾਤੀ ਚੱਕਰਵਰਤੀ ਨੇ, ਤਾਂ ਉਹਨਾਂ ਨੇ ਮੇਰੇ ਨਾਲ ਬਾਅਦ 'ਚ ਵੀ ਕਈ ਵਾਰ ਗੱਲ ਹੋਈ ਆ, ਉਹਨਾਂ ਨੇ ਕਿਹਾ ਵੀ ਸਾਨੂੰ ਇਹ ਨਜ਼ਰੀਆ ਦੱਸਣਾ ਪੈਣਾ ਸੀ, ਨਹੀਂ ਸਾਨੂੰ ਸੈਂਸਰ ਨੇ ਪਾਸ ਨਹੀਂ ਸੀ ਕਰਨੀ। ਇਹ ਉਹਨਾਂ ਨੇ ਕਿਹਾ ਸੀ। ਮੈਂ ਉਸੇ ਦਿਨ ਹੀ ਜਿੱਦਣ ਪ੍ਰੀਮੀਅਰ ਹੋਇਆ ਅਮੀਰ ਖਾਨ ਦੇ ਘਰੇ, ਮੈਂ ਕੁਐਸਚਨ ਉਠਾਤਾ ਸੀਗਾ, ਕਿਉਂਕਿ ਉਦੋਂ ਹੀ ਮੈਂ ਪਹਿਲੀ ਵਾਰੀ ਦੇਖੀ ਆ। ਅੱਛਾ ਜੀ, ਕਿਉਂਕਿ ਪੱਖ ਤਾਂ ਬਹੁਤ ਡਿਸਕਸ ਹੋਏ ਸੀਗੇ, ਮਤਲਬ ਕਿ ਆਪਣੇ ਇੱਕ ਵੈਸੇ ਵੀ ਮੀਡੀਆ ਪਰਸੈਪਸ਼ਨ ਆ ਕਿ ਜਿਹਦਾ ਮਰ ਜੇ ਉਹਨੂੰ ਆਟੋਮੈਟਿਕਲੀ ਆਪਾਂ ਵਿਕਟਮ ਦਿਖਾ ਦਿੰਦੇ ਹਾਂ ਵੀ ਇਹ ਇੰਨਾ ਉਮਰ ਸੀ, ਫਲਾਨਾ ਸੀ। ਹੁਣ ਜੇ ਮੇਰੇ ਨਜ਼ਰੀਏ ਨਾਲ ਚੱਲਦੀ ਤਾਂ ਉਹਨਾਂ ਨੇ, ਮੈਂ ਵੀ ਬਹੁਤ ਕੁਝ ਛੱਡਿਆ, ਮੈਂ ਸਾਰੀ ਜਵਾਨੀ ਛੱਡਤੀ, ਨਹੀਂ ਸਾਰਾ ਕੈਰੀਅਰ ਛੱਡਤਾ, ਤੁਹਾਨੂੰ ਕੋਈ ਜੌਬ ਨਹੀਂ ਦਿੰਦਾ ਡਿਸਪਾਈਟ ਬੀਇੰਗ ਏ ਗੋਲਡ ਮੈਡਲਿਸਟ। ਚੀਜ਼ਾਂ ਤਾਂ ਹੈਗੀਆਂ ਨੇ। ਬਾਕੀ ਜਿਹੜੀ ਸਾਡੀ ਸਿੱਖਾਂ ਦੀ ਕਲੈਕਟਿਵ ਸਫਰਿੰਗ ਹੋਈ ਆ, ਉਹਨੂੰ ਇਹ ਕਲੈਕਟਰਲ ਡੈਮੇਜ ਕਹਿੰਦੇ ਨੇ ਕਿ ਜੀ ਇੰਦਰਾ ਗਾਂਧੀ ਮਰ ਗਈ, ਉਹਦੇ ਗੁੱਸੇ 'ਚ ਹੋ ਗਿਆ, ਮਤਲਬ ਜਿਵੇਂ ਵਾਰ ਹੁੰਦੀ ਹੈ ਉਹਦੇ 'ਚ ਕਲੈਕਟਰਲ ਡੈਮੇਜ ਹੋ ਜਾਂਦਾ ਸਿਵਲੀਅਨਸ ਦਾ। ਉਹ ਕਹਿੰਦੇ ਵੀ ਇਹ ਤਾਂ ਸਿਵਲੀਅਨਸ ਦੀ ਹੋ ਗਈ, ਇਟ ਵਾਜ਼ ਏ ਕਲੈਕਟਰਲ ਡੈਮੇਜ। ਹਰਮਿੰਦਰ ਸਾਹਿਬ 'ਤੇ ਅਟੈਕ ਹੋਇਆ, ਉਦੋਂ ਦੇ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਅਨੁਸਾਰ, ਇਹ ਜੂਨ 84 ਦੀ ਗੱਲ ਹੈ। ਉਸ ਤੋਂ ਬਾਅਦ ਵੀ ਇੰਦਰਾ ਗਾਂਧੀ ਦੇ ਜਿਹੜੇ ਸੁਰੱਖਿਆ ਗਾਰਡ ਸੀ ਉਹ 2 ਸਿੱਖ ਸੀਗੇ, ਸਤਵੰਤ ਸਿੰਘ, ਬੇਅੰਤ ਸਿੰਘ। ਸਤਵੰਤ ਸਿੰਘ ਉਹਦੇ ਐਕਚੁਅਲ ਗਾਰਡਸ ਨਹੀਂ ਸੀ, ਉਹ 3rd ਉਹਦੇ ਸਿਕਿਉਰਿਟੀ ਦੇ ਸਰਕਲ ਸੀਗਾ। ਹੀ ਵਾਜ਼ ਆਊਟਸਾਈਡ, ਨਾਟ 1 ਟੀਅਰ 2 ਟੀਅਰ 3 ਟੀਅਰ ਦੇ ਵਿੱਚ ਇਹ ਸੀਗਾ। ਬੇਅੰਤ ਸਿੰਘ ਜ਼ਰੂਰ ਇਨਸਾਈਡ ਸੀ, ਬੇਅੰਤ ਸਿੰਘ ਹੀ ਉਹਨੂੰ ਅੰਦਰ ਲੈ ਕੇ ਆਇਆ। ਤੁਹਾਨੂੰ ਕੀ ਲੱਗਦਾ ਹੈ ਕਿ ਇੰਦਰਾ ਗਾਂਧੀ ਦਾ ਜਦੋਂ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਸ਼ਰੇਆਮ ਉਹਨਾਂ ਦਾ ਨਾਮ ਲਿਆ ਗਿਆ, ਉਹਨਾਂ ਨੂੰ ਪਤਾ ਸੀਗਾ ਕਿ ਮੈਨੂੰ ਇਸ ਚੀਜ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਫਿਰ ਵੀ ਉਹਨਾਂ ਨੇ ਸਿੱਖਾਂ ਨੂੰ ਜਾਂ ਫਿਰ ਸਿੱਖ ਰੂਪ 'ਚ ਇੱਕ ਬਾਡੀਗਾਰਡ ਨੂੰ ਆਪਣੀ ਇੰਨੀ ਨੇੜੇ ਕਿਉਂ ਰੱਖਿਆ? ਇੰਦਰਾ ਗਾਂਧੀ ਜੋ ਇਤਿਹਾਸਕਾਰ ਲਿਖਦੇ ਆ ਨਾ, ਬਾਈ ਨੇਚਰ ਸ਼ੀ ਵਾਜ਼ ਮੋਰ ਏਥੀਇਸਟ। ਉਹ ਕੋਈ ਰਿਚੁਅਲਿਸਟ ਨਹੀਂ ਸੀ, ਨਾ ਕੋਈ ਰਿਲੀਜਨ ਨੂੰ ਮੰਨਣ ਵਾਲੀ ਸੀ। ਹਾਂ, ਜਦੋਂ ਦਰਬਾਰ ਸਾਹਿਬ 'ਤੇ ਅਟੈਕ
ਤੋਂ ਪਹਿਲੇ ਕੁਛ ਚਿਰ ਉਹਨੂੰ ਤਾਂ ਪਤਾ ਸੀ ਕਿ ਮੈਂ ਅਟੈਕ ਕਰਨਾ ਜੀ, ਉਹ ਮੰਦਰਾਂ ਵਗੈਰਾ 'ਚ ਜਾਣ ਲੱਗ ਗਈ ਸੀ। ਇੱਕ ਉਹਦੇ ਪੋਲੀਟੀਕਲ ਐਨਾਲਿਸਟ ਨੇ ਉਹਨੂੰ ਕਿਹਾ ਸੀ ਕਿ ਤੂੰ ਹਿੰਦੂ ਲੁੱਕ ਆਪਣੀ ਡਿਵੈਲਪ ਕਰ। ਵੈਸੇ ਇਨ ਮਾਈਂਡ ਕਿਉਂਕਿ ਬੇਅੰਤ ਸਿੰਘ ਬਹੁਤ ਚਿਰ ਦਾ ਉਹਦੇ ਨਾਲ ਸੀਗਾ, ਉਹਨੂੰ ਇਹ ਸੀਗਾ ਕਿ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਸ਼ੀ ਬਿਕੇਮ ਮੋਰ ਇਨਟੂ ਮੰਦਰ ਮੱਥਾ ਟੇਕਿੰਗ ਐਂਡ ਥਿੰਗਸ ਲਾਈਕ ਦੈਟ। ਜ਼ਿਆਦਾ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਇਹੀ ਪਲੈਂਕ ਵਰਤ ਕੇ ਵੀ ਵਿਲ ਵਿਨ ਦਾ ਇਲੈਕਸ਼ਨਸ, ਕਿਉਂਕਿ ਉਹਨਾਂ ਕੋਲ ਸਿੰਗਲ ਇੱਕ ਪਲੈਂਕ ਸੀਗਾ ਜਿਵੇਂ ਹੁਣ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਕਰ ਰਿਹਾ, ਸੇਮ ਥਿੰਗ ਉਹਨਾਂ ਕੋਲ ਸੀ। ਉਹ ਬੇਸਿਕਲੀ ਉਹਦੀ ਕਾਪੀ ਕੈਟ ਕਰ ਰਹੇ ਨੇ ਇਹ, ਪਰ ਦੇ ਆਰ ਬੇਸਿਕਲੀ ਜਿਵੇਂ ਕਹਿੰਦੇ ਆ ਵੀ ਨਰਿੰਦਰ ਮੋਦੀ ਇਜ਼ ਔਨ ਇੰਦਰਾ ਗਾਂਧੀ ਸਟੀਰੋਇਡਸ, ਲਾਈਕ ਹੀ ਇਜ਼ ਲਾਈਕ ਕਿ ਇੰਦਰਾ ਗਾਂਧੀ ਇਜ਼ ਔਨ ਸਟੀਰੋਇਡਸ, ਮਤਲਬ ਕਿ ਇਸ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪ ਹੋ ਗਈ। ਉਹਨੂੰ ਇੰਟੈਲੀਜੈਂਸ ਨੇ ਜੋ ਹੁਣ ਇਨਪੁਟਸ ਆਉਂਦੀਆਂ ਨੇ ਉਹਨੂੰ ਵਾਰਨ ਵੀ ਕੀਤਾ ਕਿ ਯੂ ਸ਼ੁੱਡ ਬੀ ਕੇਅਰਫੁਲ। ਉਹਨੇ ਫਿਰ ਵੀ ਕਿਹਾ ਵੀ ਕੋਈ ਗੱਲ ਨਹੀਂ, ਮੇਰੇ ਨਾਲ ਹੋਰ ਵੀ ਸਿਕਿਉਰਿਟੀ ਹੁੰਦੀ ਆ। ਉਹਨੇ ਨਹੀਂ ਕੀਤਾ ਇਹ ਚੀਜ਼। ਇਹ ਇੱਕ ਡੈਸਟਨੀ ਵੀ ਕਹਿ ਸਕਦੇ। ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤਾਂ ਉਹਦਾ ਨਤੀਜਾ ਦਿੱਲੀ ਦੰਗੇ ਭੜਕੇ, ਪਰ ਤੁਸੀਂ 85 ਦੇ ਵਿੱਚ ਆ ਕੇ ਜਦੋਂ ਲਲਿਤ ਮਾਕਨ ਨੂੰ ਮਾਰਦੇ ਹੋ, ਕਿਉਂਕਿ ਤੁਸੀਂ ਦਿੱਲੀ ਦੰਗਿਆਂ ਦਾ ਨਤੀਜਾ ਦੇਖਿਆ ਹੋਇਆ ਸੀ, ਲਲਿਤ ਮਾਕਨ ਨੂੰ ਮਾਰਦੇ ਹੋ, ਅਰਜਨ ਦਾਸ ਨੂੰ ਅਤੇ ਜਨਰਲ ਵੈਦਿਆ ਨੂੰ ਸੋਧਾ ਲਾਇਆ ਜਾਂਦਾ, ਤਾਂ ਉਸ ਸਮੇਂ ਤੁਸੀਂ ਨਹੀਂ ਸੋਚਿਆ ਜਾਂ ਕੋਈ ਥੋਟ ਤੁਹਾਡੇ ਮਾਈਂਡ ਦੇ ਵਿੱਚ ਇਹ ਆਇਆ ਕਿ ਇੰਦਰਾ ਗਾਂਧੀ ਨੂੰ ਮਾਰਨ ਦਾ ਨਤੀਜਾ ਇਹ ਹੋਇਆ ਸੀਗਾ ਤਾਂ ਅਸੀਂ ਇੱਕ ਵਾਰ ਫਿਰ ਕੰਟਰੀ ਦੀ ਜਾਂ ਫਿਰ ਸਾਡੇ ਕੌਮ ਦੇ ਲਈ ਇੱਕ ਪੀਸ ਡਿਸਟਰਬ ਕਰ ਸਕਦੇ ਹਾਂ ਜਾਂ ਹੋ ਸਕਦੀ ਹੈ? ਜਦੋਂ ਪਹਿਲਾ ਕਿਲਿੰਗ ਹੋਈ ਹੈ ਮਾਕਨ ਦੀ ਜੀ, ਥੋੜੀ ਹਿੰਮਤ ਕੀਤੀ ਆ ਕਰਾਊਡ ਨੇ। ਇਸੇ ਤਰ੍ਹਾਂ ਅਰਜਨ ਦਾਸ ਤੋਂ ਬਾਅਦ ਵੀ ਕੀਤੀ ਆ। ਉਹ ਆਪਣੇ ਆਪ ਨੂੰ ਤੀਜਾ ਪੁੱਤ ਕਹਾਉਂਦਾ ਸੀ ਇੰਦਰਾ ਗਾਂਧੀ ਦਾ, ਪਰ ਫਿਰ ਇਵੈਂਚੁਅਲੀ ਕਰਾਊਡ ਆਪ ਹੀ ਡਰ ਗਿਆ ਵੀ ਸਾਨੂੰ ਮਾਰਨਗੇ। ਉਹ ਕੰਮ ਜਿਹੜੀ ਕਿਲਿੰਗਸ ਹੋਈਆਂ ਸੀ ਉਹ ਕੀਤਾ ਹੀ ਤਾਂ ਸੀ ਕਿ ਸਿੱਖਾਂ ਦਾ ਕੌਨਫੀਡੈਂਸ ਦੁਬਾਰਾ ਉੱਠੇ, ਉਹਨਾਂ ਦੀ ਇੰਨੀ ਕੁ ਮੋਰਲ ਅਪਲਿਫਟਮੈਂਟ ਮਿਲੇ ਕਿ ਉਹ ਖੜੇ ਹੋ ਸਕਣ। ਉਸ ਤੋਂ ਬਾਅਦ ਖੜੇ ਵੀ ਹੋਏ। ਬਹੁਤ ਸਿੱਖ ਜਿਹੜੇ ਆਪਣੇ ਆਪ ਨੂੰ ਦਿੱਲੀ ਸਾਰਾ ਕੁਝ ਛੱਡ ਕੇ ਇੱਥੇ ਆ ਗਏ ਸੀ, ਦੇ ਵੈਂਟ ਬੈਕ। ਇਸ ਤਰ੍ਹਾਂ ਹੀ ਇੱਕ ਯੂਪੀ 'ਚ ਕਿਲਿੰਗ ਹੋਈ ਸੀਗੀ, ਮੇਰਾ ਤਾਂ ਉਹਦੇ ਨਾਲ ਕੋਈ ਹੈ ਨਹੀਂ ਗਾ, ਕਟਿਆਲ ਦੀ, ਕਾਨਪੁਰ ਦੇ ਵਿੱਚ ਸੀਗਾ। ਹੀ ਵਾਜ਼ ਵਨ ਆਫ ਦਾ ਲੀਡਿੰਗ ਜਿਹੜਾ ਗਾਇ ਸੀ ਜਿਹਨੇ ਮੌਬ ਲਿਆਂਦਾ। ਉਹਦੇ ਮਾਰਨ ਤੋਂ ਬਾਅਦ ਵੀ ਕੋਈ ਗੱਲ ਉੱਠੀ ਨਹੀਂ। ਜਿੱਥੇ ਜਿੱਥੇ ਹੁਣ ਆਪਾਂ ਈਵਨ ਇਹਦੇ ਬਹੁਤ 84 ਦੇ ਪਹਿਲੂ ਨੇ ਜੀ। ਜੇ ਆਪਾਂ ਜੋਤੀ ਬਾਸੂ ਦੀ ਗੱਲ ਕਰ ਲਈਏ, ਉਹਨੇ ਬੜੇ ਸਟ੍ਰਿਕਟ ਆਰਡਰ ਸੀ। ਆਪਣੇ ਕੈਲਕਟਾ 'ਚ ਬਹੁਤ ਵਨਰੇਬਲ ਸਿੱਖ ਕਮਿਊਨਿਟੀ ਸੀ ਐਂਡ ਬੰਗਾਲੀ ਸਰ ਨੋਨ ਫॉर ਮਤਲਬ ਕਿ ਉਹ ਦੰਗਿਆਂ ਲਈ ਮਸ਼ਹੂਰ ਨੇ ਜੀ। ਉੱਥੇ ਮਤਲਬ ਕਿ ਪਹਿਲੇ ਵੀ ਹਿਸਟਰੀ ਰਹੀ ਹੈ। ਇਸੇ ਤਰ੍ਹਾਂ ਬੰਬੇ ਸੀ। ਬੰਬੇ ਉਦੋਂ ਬੰਬੇ ਹੀ ਕਿਹਾ ਜਾਂਦਾ ਸੀ, ਮੁੰਬਈ ਤਾਂ ਬਾਅਦ 'ਚ ਬਣਿਆ। ਤਾਂ ਉਹ ਹੌਟਬੈਡ ਸੀਗਾ ਸਿੱਖਾਂ ਦਾ। ਦੇ ਆਰ ਵੈਰੀ ਰਿਚ ਸਿੱਖਸ ਅਤੇ ਸਾਰੇ ਸਿੱਖਸ ਜਿਹੜੇ ਹਰ ਕਾਰੋਬਾਰ 'ਚ ਸੀਗੇ, ਪਰ ਉੱਥੇ ਵੀ ਦੰਗੇ ਨਹੀਂ ਹੋਏ। ਜਦ ਕਿ ਉੱਥੇ ਉਸ ਟਾਈਮ 'ਤੇ ਬਾਲ ਠਾਕਰੇ ਦਾ ਜ਼ੋਰ ਸੀਗਾ। ਉਹਨੇ ਓਪਨਲੀ ਕਿਹਾ ਵੀ ਆ ਕਿ ਸਾਡੀ ਮਾਤਾ ਮਾਰਤੀ। ਪਰ ਉਦੋਂ ਜੇ ਆਪਾਂ ਰਬੇਰੋ ਦਾ ਦੂਜਾ ਪੱਖ ਦੇਖੀਏ, ਇਹ ਕਮਿਸ਼ਨਰ ਸੀਗਾ, ਇਹ ਆਪ ਜਾ ਕੇ ਖੜਦਾ ਰਿਹਾ ਅੱਗੇ ਪੁਲਿਸ ਦੇ ਕਿ ਜੇ ਕਿਸੇ ਨੇ ਗੋਲੀ ਚਲਾਈ ਮੈਂ ਠੋਕ ਦੇਣਾ ਬੰਦਾ, ਵੀ ਕੋਈ ਵੀ ਕਰਾਊਡ 'ਚੋਂ ਨਿਕਲਿਆ ਤਾਂ ਅਸੀਂ ਗੋਲੀ ਮਾਰਾਂਗੇ। ਠਾਕਰੇ ਨੇ ਜੋ ਰਬੇਰੋ ਦੇ ਆਪ ਦੱਸਣ ਮੁਤਾਬਕ ਆਪਣੀਆਂ ਲਿਖਤਾਂ 'ਚ ਕਿ ਠਾਕਰੇ ਨੇ ਉਹਨੂੰ ਧਮਕਾਇਆ ਵੀ ਆ। ਉਸ ਤੋਂ ਬਾਅਦ ਇਹ ਪੰਜਾਬ ਆ ਗਿਆ, ਇਹਦੀ ਪੋਲਿਸੀਜ਼ ਚੇਂਜ ਹੋ ਗਈਆਂ। ਹੀ ਵਾਜ਼ ਇਹੀ ਬੰਦਾ ਸੀ। ਅੱਜ ਕੱਲ੍ਹ ਬਹੁਤ ਪੁਲਿਸ ਰਿਫਾਰਮਸ 'ਤੇ ਇਹ ਲਿਖਦੇ ਨੇ, ਈਵਨ ਪੁਲਿਸ ਇਨਕਾਊਂਟਰਸ ਬਾਰੇ ਸਵਾਲ ਉਠਾਉਂਦੇ ਨੇ ਮਿਸਟਰ ਰਬੇਰੋ। ਇਹਨੇ ਆ ਕੇ ਕਿਹਾ ਸੀਗਾ ਆਈ ਫॉर ਐਨ ਆਈ। ਇਹਨੇ ਆ ਕੇ ਪੁਲਿਸ ਇਨਕਾਊਂਟਰ 84 ਤੋਂ ਬਾਅਦ ਦੁਬਾਰਾ ਸ਼ੁਰੂ ਕਰਾਇਆ। ਮਤਲਬ ਕਿ ਉਸ ਵੈਂਜੈਂਸ ਨਾਲ ਚੱਲੇ ਆਏ। ਸੋ ਇਸ ਕਰਕੇ 84 ਵੇਲੇ ਬਚਾਅ ਵੀ ਹੋਇਆ, ਪਰ ਦਿੱਲੀ ਤਾਂ ਜਾਂ ਕਾਨਪੁਰ ਜਾਂ ਬੋਕਾਰੋ ਜਾਂ ਹੋਰ ਥਾਵਾਂ 'ਤੇ ਜੋ ਹੋਇਆ, ਬਹੁਤ ਥਾਵਾਂ ਦਾ ਤਾਂ ਪਤਾ ਹੀ ਨਹੀਂ।
ਈਵਨ ਹਰਿਆਣੇ ਬਾਰੇ ਵੀ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਆ ਵੀ ਕਿੱਥੇ ਕਿੱਥੇ ਕੀ ਹੋਇਆ। ਮੈਨੂੰ ਪਿੱਛੇ ਜੇ ਇੱਕ ਮੁੰਡਾ ਮਿਲਿਆ ਸੀ, ਉਹ ਇੰਸ਼ੋਰੈਂਸ ਦੇ ਵਿੱਚ ਸੀਗਾ ਆਫਿਸਰ, ਉਹ ਮੈਨੂੰ ਦੱਸ ਰਿਹਾ ਸੀ, ਮੈਨੂੰ ਜਾਣਦਾ ਸੀ ਵੀ ਸਾਡਾ ਸਾਰਾ ਪਿੰਡ ਹੀ ਜਾਣਦਾ ਸੀ। ਸਾਡਾ ਪਿੰਡ ਕਹਿੰਦੇ ਹੁਣ ਚਿੱਲੜ ਤੋਂ 8 ਕੇ 10 ਕਿਲੋਮੀਟਰ 'ਤੇ ਪੈਂਦਾ, ਪਤਾ ਹੀ ਨਹੀਂ ਹੈ ਬਹੁਤਾ। ਜਿਸ ਤਰ੍ਹਾਂ ਹੋਇਆ ਹੈਗਾ ਉਦੋਂ ਟ੍ਰੇਨਾਂ 'ਚੋਂ ਕਿੰਨੇ ਵੱਢੇ ਗਏ ਆ, ਆਰਮੀ ਆਫਿਸਰਸ ਵੱਢੇ ਗਏ ਆ। ਸਾਡੇ ਇੱਥੋਂ ਲੁਧਿਆਣੇ ਦੇ ਸੀ ਕੈਪਟਨ ਗਿੱਲ, ਉਹ ਟੋਟੇ ਟੋਟੇ ਕੀਤਾ ਗਿਆ, ਲੱਭਿਆ ਹੀ ਨਹੀਂ ਕੁਛ ਉਹਨਾਂ ਨੂੰ। ਹੋਇਆ ਤਾਂ ਬਹੁਤ ਕੁਛ ਹੋਇਆ। ਬਿਲਕੁਲ। ਵਾਪਸ ਤੁਹਾਡੀ ਜਿਹੜੀ ਰਿਵੈਂਜ ਵਾਲੇ ਪਾਰਟ 'ਤੇ ਆਉਣਾ, ਜਦੋਂ ਤੁਸੀਂ ਤੈਅ ਕੀਤਾ ਕਿ ਬਦਲਾ ਲੈਣਾ, ਇਹਨਾਂ ਲੋਕਾਂ ਨੂੰ ਮਾਰਨਾ, ਤਾਂ ਕਹਿੰਦੇ ਕਿ ਤੁਹਾਡੀ ਉਸ ਤਿਆਰੀ ਕਰਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਹਥਿਆਰ ਕਿੱਥੋਂ ਆਏ ਅਤੇ ਹਥਿਆਰ ਚਲਾਉਣੇ ਕਿਵੇਂ ਸਿੱਖੇ? ਮੈਨੂੰ ਸੁਣਨ 'ਚ ਆਇਆ ਸੀਗਾ ਕਿ ਤੁਸੀਂ ਹਥਿਆਰ ਜਮ੍ਹਾਂ ਕਰਨ ਦੇ ਲਈ ਅਤੇ ਹਥਿਆਰ ਚਲਾਉਣੇ ਸਿੱਖਣ ਦੇ ਲਈ ਤੁਸੀਂ ਇੱਕ ਸਕੂਟਰ ਰਿਪੇਅਰ ਸਟੋਰ ਦੇ ਉੱਪਰ ਕੰਮ ਵੀ ਕਰਦੇ ਰਹੇ। ਕੁਛ ਇੱਦਾਂ ਦੀਆਂ ਵੀ ਕਹਾਣੀਆਂ ਨੇ? ਝੂਠ, ਮੈਂ ਕਿਤੇ ਨਹੀਂ, ਨਾ ਮੈਂ ਕੋਈ ਟ੍ਰੇਨਿੰਗ ਲਈ ਆ। ਜਦੋਂ ਕਾਲਜ ਸੀਗੇ ਥੋੜ੍ਹਾ ਬਹੁਤਾ ਲੜ ਲੈਂਦੇ ਸੀ, ਕਈ ਵਾਰ ਗੋਲੀ ਵੀ ਚੱਲੀ ਆ, ਆਪਸ 'ਚ ਕਲੈਸ਼ ਹੁੰਦਾ ਸੀ, ਤਾਂ ਹਥਿਆਰ ਚਲਾਉਣ ਬਾਰੇ ਤਾਂ ਪਤਾ ਹੀ ਸੀ। ਜਿਹੜੇ ਲਏ ਆ ਉਹ ਸਾਨੂੰ ਕੁਛ ਉਦੋਂ ਸਿੱਖਾਂ 'ਚ ਸਿੰਪਥਾਈਜ਼ਰਸ ਬਹੁਤ ਸੀ, ਉਹਨਾਂ ਨੇ ਸਾਨੂੰ ਕਾਫੀ ਹਥਿਆਰ ਪ੍ਰੋਵਾਈਡ ਕੀਤੇ। ਆਪ ਨਹੀਂ ਚਲਾ ਸਕਦੇ ਸੀ ਉਹ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਦਿੰਦੇ ਹਾਂ। ਉਹਨਾਂ ਨੂੰ ਵਿਸ਼ਵਾਸ ਸੀ ਸਾਡੇ 'ਤੇ ਵੀ ਇਹ ਕੁਛ ਨਾ ਕੁਛ ਚੰਗਾ ਕਰਨਗੇ। ਕੋਈ ਪਾਕਿਸਤਾਨ ਇਨਵੋਲਵਮੈਂਟ ਨਹੀਂ, ਕੋਈ ਕੁਛ ਲੈਣਾ ਨਹੀਂ ਦੇਣਾ, ਨਾ ਮੈਂ ਕਦੀ ਪਾਕਿਸਤਾਨ ਗਿਆ। ਇਸ ਕਰਕੇ ਉਹ ਸਾਡੇ ਕੋਲ ਇਹ ਨਹੀਂ ਸੀ ਕਿ ਥੋੜ੍ਹੇ, ਕਾਫੀ ਵੈਪਨ ਸੀ ਸਾਡੇ ਕੋਲ। ਵੀ ਆਰ ਫੁੱਲੀ ਪ੍ਰਪੇਅਰਡ। ਇਹ ਭਾਵੇਂ ਮਨ ਬਣਾ ਲਿਆ ਸੀ 84 ਤੋਂ ਬਾਅਦ, ਫਿਰ ਸਾਡਾ ਮੇਨ ਮਕਸਦ ਇਹ ਸੀ ਵੀ ਹਥਿਆਰ ਕਿੱਥੋਂ ਲੈ ਕੇ ਆਉਣੇ। ਉਸ ਲਈ ਸਾਨੂੰ ਤੁਰਨਾ ਫਿਰਨਾ ਤਾਂ ਪਿਆ ਹੀ। ਹੌਲੀ ਹੌਲੀ ਫਿਰ ਇਕੱਠੇ ਹੋ ਗਏ। ਬੈਂਕਾਂ ਵੀ ਲੁੱਟੀਆਂ ਤੁਸੀਂ ਉਸ ਟਾਈਮ? ਬੈਂਕਾਂ ਵੀ ਜਦੋਂ ਭਗੌੜੇ ਹੋਏ, ਉਹ ਸੀਗਾ ਸਾਡੇ ਕੋਲ ਸਵਾਲ ਸੀ ਵੀ ਪੈਸਾ ਕਿੱਥੋਂ ਲੈ ਕੇ ਆਉਣਾ। ਰੋਜ਼ਮर्रा ਦੀ ਜ਼ਿੰਦਗੀ ਦੇ ਸਾਡੇ ਕੋਲ ਸੈਵਰਲ ਸਿਟੀਜ਼ ਵਿੱਚ ਮਤਲਬ ਕਿ ਪੌਸ਼ ਅਪਾਰਟਮੈਂਟ ਸੀਗੇ, ਅਸੀਂ ਚੰਗਾ ਰਹਿੰਦੇ ਸੀ, ਚੰਗਾ ਪਹਿਨਦੇ ਸੀ, ਤਾਂ ਕਿ ਕੋਈ ਕਿਸੇ 'ਤੇ ਸ਼ੱਕ ਨਾ ਆਵੇ। ਉਹਦੇ ਲਈ ਹੋਲਡ ਅਪ ਸੀ ਕਰ ਸਕਦੇ। ਅੱਜ ਤੱਕ ਮੇਰੇ 'ਤੇ ਕੋਈ ਫਰੌਤੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਹੈ ਨਹੀਂ ਗਾ, ਕੋਈ ਇਲਜ਼ਾਮ ਲਾਵੇ। ਆ ਜਿੰਨੇ ਵੀ ਪੈਸੇ ਸੀਗੇ ਜੋ ਸਾਡੀ ਲੋੜ ਮੁਤਾਬਕ ਸੀ ਅਸੀਂ ਖਰਚ ਲੈਂਦੇ ਸੀ। ਬਾਕੀ ਜਿਹੜੇ ਲੋੜਵੰਦ ਸਿੱਖ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਦੇ ਦਿੰਦੇ ਸੀ। ਤੁਸੀਂ ਦੇਖ ਲਓ ਵੀ ਘਰੇ ਅਸੀਂ ਤਾਂ ਕਿਹੜਾ ਘਰੇ ਲੈ ਕੇ ਆਉਣੇ ਸੀ, ਨਾ ਘਰਦਿਆਂ ਨੇ ਲੈਣੇ ਸੀ। ਸੋ ਸੈਵਰਲ ਹੋਈਆਂ ਨੇ। ਅਸੀਂ ਪਹਿਲਾਂ ਉਦੋਂ ਆਰਟ ਸਿਖਾਇਆ ਸੀਗਾ ਕਿ ਵਾਇਲੈਂਸ ਫਰੀ ਬੈਂਕ ਹੋਲਡ ਅਪਸ ਕਿਵੇਂ ਹੋ ਸਕਦੀਆਂ। ਕਦੀ ਕਿਸੇ 'ਤੇ ਗੋਲੀ ਨਹੀਂ ਵੱਜੀ, ਕੋਈ ਨੁਕਸਾਨ ਨਹੀਂ ਹੋਇਆ ਜੀ। ਭਾਈ ਜਿੰਦਾ ਅਤੇ ਭਾਈ ਸੁੱਖਾ ਨੂੰ ਤੁਸੀਂ 85 ਦੇ ਵਿੱਚ ਮਿਲੇ, ਕਿਵੇਂ ਮਿਲੇ ਤੁਸੀਂ ਉਹਨਾਂ ਨੂੰ? 84 ਤੋਂ ਬਾਅਦ ਮਿਲਿਆ। ਅੱਛਾ ਜੀ। ਉਸ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਸੀ? ਉਹਨਾਂ ਦੇ ਨਾਲ ਕਿਵੇਂ ਤੁਸੀਂ ਮਿਲੇ? ਕਿਸੇ ਨੇ ਤੁਹਾਨੂੰ ਅੱਗੇ ਮਿਲਾਇਆ? ਕਿਉਂਕਿ ਇੱਕ ਮਿਊਚੁਅਲ ਸਾਡਾ ਫਰੈਂਡ ਸੀਗਾ, ਉਹ ਵੀ ਬੜਾ ਨਾਮੀ ਸੀਗਾ ਭਗੌੜਾ, ਮਤਲਬ ਕਿ ਵਾਂਟਡ ਸੀਗਾ। ਉਹ ਸੰਤਾਂ ਨਾਲ ਵੀ ਰਹੇ ਸੀ, ਜਿੰਦੇ ਹੋਣੀ ਵੀ, ਜਿੰਦਾ ਵੀ ਸੰਤਾਂ ਨਾਲ ਰਿਹਾ, ਸੁਖਦੇਵ ਨਹੀਂ। ਅੱਛਾ ਜੀ। ਉਹਨਾਂ ਦੇ ਜ਼ਰੀਏ ਫਿਰ ਅਸੀਂ ਆਪਸ 'ਚ ਇਕੱਠੇ ਹੋਏ ਅਤੇ ਉਹ ਇਹ ਸੀਗਾ ਕਿ ਆਪਸ 'ਚ ਖਿਆਲ ਬਣ ਗਿਆ, ਪਰ ਨਾ ਉਹਨਾਂ ਨੂੰ ਸਾਡਾ ਨਾਮ ਪਤਾ ਸੀ, ਨਾ ਸਾਨੂੰ ਉਹਨਾਂ ਦਾ ਪੂਰਾ ਨਾਮ ਪਤਾ ਸੀ। ਅੱਛਾ। ਇਹ ਅਖੀਰ 'ਚ ਜਾ ਕੇ ਜਦੋਂ ਫੜੇ ਫੜਾਈ ਹੋ ਗਈ, ਸਾਰਾ ਹੋ ਗਿਆ, ਉਦੋਂ ਹੀ ਸਾਨੂੰ ਇੱਕ ਦੂਜੇ ਦੇ ਨਾਮ ਪਤਾ ਲੱਗਿਆ। ਅਸੀਂ ਇੱਕ ਦੂਜੇ ਨੂੰ ਨਾਂ ਤੋਂ ਜਾਂ ਨਾਂ ਅਸੀਂ ਕਦੀ ਪੁੱਛਿਆ ਸੀ। 1984 ਦੇ ਵਿੱਚ ਨਕਸਲਵਾੜੀ ਲਹਿਰ ਜ਼ੋਰਾਂ 'ਤੇ ਸੀਗੀ ਅਤੇ 84 'ਚ ਨਹੀਂ ਸੀ, 70s ਦੇ ਵਿੱਚ। 70s ਦੇ ਵਿੱਚ। ਹਾਂਜੀ। ਉਹਨਾਂ ਸਮਿਆਂ ਦਾ ਕਵੀ ਪਾਸ਼ ਉਸ ਲਹਿਰ ਤੋਂ ਬਹੁਤ ਪ੍ਰਭਾਵਿਤ ਸੀ। ਹਾਂਜੀ। ਤੁਸੀਂ ਆਪਣੇ ਕਾਲਜ ਟਾਈਮ ਉਹਨਾਂ ਨੂੰ ਕਦੇ ਸੁਣਿਆ ਜਾਂ ਪੜ੍ਹਿਆ, ਜਾਂ ਉਸ ਕਵੀ ਬਾਰੇ, ਕਿਉਂਕਿ ਤੁਸੀਂ ਰੀਸੈਂਟਲੀ ਇੱਕ ਆਰਟੀਕਲ ਵੀ ਲਿਖਿਆ, ਤਾਂ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਪਾਸ਼ ਬਾਰੇ ਕਦੀ ਨਹੀਂ ਕੁਛ ਸੁਣਿਆ ਸੀ।
हाँ बाਅद च आके मैं सुनिया ना, मैनू पता सी भी उन्होंने मार दिता गया क्योंकि मैं उदों जेल च सीगा न्यूयॉर्क। इस तरह होर भी कई मारे गए, मैनू उन्होंने बारे ख्याल नहीं सी, ना मैनू पता सी। ਜਦੋਂ मैं बाद च आके मैनू ये पता भी ਜਦੋਂ मैं न्यूयॉर्क जेल च सीगा उदों कोई इदां दा फ्रंट सीगा ਜਿਹੜਾ कि सिखां नाल कलैश कर रहा गुरुद्वारिਆਂ 'ਚ। अच्छा जी। वो हौली हौली पता लग्या भी कोई मुंडे ਜਿਹੜੇ ने लैफ्टिस्ट पुराने नैक्सलाइट ने वो कलैश कर रहे, उन्होंने गोली भी चली आ सैन फ्रांसिस्को कितने इदां दी गल हुई आ। पर मैनू ये नहीं सी पता कि उन्हां च पाश भी सीगा क्योंकि पाश उन्हां दिनां च अमेरिका सी 88 च वापस आया। ਜਦੋਂ मैं US होऊंगा मैं 86 चला गया सी, उदों पाश उत्थे सी, पर आई हैव नो नॉलेज ना मैं कभी गुरुद्वारे जांदा सी ना, नॉट डू आई हैव एनीथिंग टू डू विद गुरुद्वारा पॉलिटिक्स, मतलब कि मैं उस चीज़ ਨੂੰ अवॉइड कीता सी जी। ਭਗੌੜਾ ਸ਼ਬਦ ਤੁਸੀਂ ਵਰਤਿਆ, ਭਗੌੜੇ ਅਤੇ ਬਾਗੀ ਦੇ ਵਿੱਚ ਕੀ ਅੰਤਰ ਸਮਝਦੇ ਹੋ ਤੁਸੀਂ? ਅੰਤਰ ਇਹ ਹੈਗਾ ਵੀ ਭਗੌੜਾ ਤਾਂ ਮੈਂ ਕਹਿੰਦਾ ਵੀ ਇਸ਼ਤਿਹਾਰੀ ਹੋ ਗਿਆ, ਪ੍ਰੋਕਲੇਮਡ ਅਫੈਂਡਰ ਹੋ ਗਿਆ। ਬਾਗੀ ਜਿਹੜੇ ਹੈਗੇ ਆ ਵੀ ਦੇ ਆਰ ਰੈਬਲਸ। ਮੈਂ ਰੈਬਲ ਹਾਂ, ਮੈਂ ਅੱਜ ਵੀ ਰੈਬਲ ਹਾਂ, ਮੇਰੇ ਵਿਚਾਰ ਨਹੀਂ ਰਲਦੇ, ਮੇਰੇ ਹੋ ਸਕਦਾ ਕਿ ਬਹੁਤੇ ਸਿੱਖਾਂ ਨਾਲ ਵੀ ਵਿਚਾਰ ਨਾ ਰਲਦੇ ਹੋਣ ਕਿਉਂਕਿ ਮੈਂ ਪਰੰਪਰਾਵਾਦੀ ਨਹੀਂ ਗਾ। ਇਸ ਕਰਕੇ ਇਹਦਾ ਮੇਨ ਤਾਂ ਡਿਫਰੈਂਸ ਇਹੀ ਆ। ਇੱਕ ਆਤੰਕਵਾਦੀ ਤੇ ਅੱਤਵਾਦੀ ਦੇ ਵਿਚਕਾਰ ਤੁਸੀਂ ਕੀ ਫਰਕ ਸਮਝਦੇ ਹੋ? ਆਤੰਕਵਾਦੀ ਜੇ ਤੁਸੀਂ ਕਹਿੰਦੇ ਜਿਸ ਤਰ੍ਹਾਂ ਪ੍ਰਚਲਿਤ ਆ ਟੈਰਰਿਸਟ ਆ, ਸਿੱਖਾਂ ਨੂੰ ਵੀ ਟੈਰਰਿਸਟ ਕਹਿੰਦੇ ਸੀ, ਬੇਸਿਕਲੀ ਸੀ ਵੀ ਜਿਨ੍ਹਾਂ ਨੇ ਬੇਲੋੜੇ ਤੇ ਬੇਕਿਰ ਕਿਲਿੰਗਸ ਕੀਤੀਆਂ ਨੇ, ਉਹਨਾਂ ਦੀ ਡੈਫੀਨੇਸ਼ਨ ਵਿੱਚ ਉਹਨਾਂ ਨੂੰ ਲਿਆ ਵੀ ਦੇ ਆਰ ਡੂਇੰਗ ਵਾਇਲੈਂਸ ਵਿਚ ਇਜ਼ ਨਾਟ ਨੈਸੈਸਰੀ, ਜਿਹਦੀ ਲੋੜ ਨਹੀਂ। ਉਹ ਚੀਜ਼ਾਂ ਹੋਈਆਂ ਨੇ ਪੰਜਾਬ, ਆਈ ਡੋਂਟ ਡਿਨਾਈ ਦੈਟ, ਪਰ ਇੱਦਾਂ ਦੀਆਂ ਅਬਰੇਸ਼ਨਸ ਨੇ, ਕੁਛ ਇੱਦਾਂ ਦੇ ਅਬਾਰ ਆਏ ਨੇ, ਉਹਨੂੰ ਰੰਗਤ ਇਸ ਤਰ੍ਹਾਂ ਦਿੱਤੀ ਗਈ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਪੰਜਾਬ 'ਚ ਤਾਂ ਜਦੋਂ 84 ਦਾ ਕਤਲੇਆਮ ਹੋਇਆ ਤਾਂ ਪੰਜਾਬ ਵਿੱਚ ਉਹਦਾ ਰਿਐਕਸ਼ਨ ਡੈਫੀਨੇਟਲੀ ਹੋਣਾ ਸੀ। ਹਰਿਆਣੇ 'ਚ ਇੰਨੀ ਬੇਇੱਜ਼ਤੀ ਕੀਤੀ ਗਈ ਸਿੱਖਾਂ ਦੀ 1982 'ਚ, ਉਦੋਂ ਤਾਂ ਸੰਤ ਵੀ ਸੀਗੇ, ਇੱਥੇ ਤਾਂ ਕੁਛ ਨਹੀਂ ਹੋਇਆ। ਜਿਹੜੇ ਹਾਰਡਲੀ ਕੁਛ ਚੰਦ ਇੰਸੀਡੈਂਟਸ ਹੋਏ ਹੈਗੇ ਆ, ਉਹਨਾਂ ਦੇ ਰਾਹੀਂ ਹੀ ਮੀਡੀਆ ਨੇ ਡਿਫਾਈਨ ਕਰਨਾ ਚਾਹਿਆ ਸਿੱਖ ਸਟਰਗਲ ਨੂੰ। ਜਿਹੜਾ 84 ਤੋਂ ਪਹਿਲੇ ਸਟਰਗਲ ਸੀਗਾ ਤੇ 84 ਦੇ ਅਟੈਕ ਤੋਂ ਬਾਅਦ ਸ਼ੁਰੂ ਹੋਇਆ, ਦੈਟ ਵਾਸ ਟੋਟਲੀ ਡਿਫਰੈਂਟ, ਜੋ ਮੈਂ ਸੋਚਦਾ ਜੀ। 14 ਸਾਲ ਜਦੋਂ ਅਮਰੀਕਾ 'ਚ ਤੁਸੀਂ ਜੇਲ੍ਹ 'ਚ ਰਹਿੰਦੇ ਹੋ ਤਾਂ 14 ਸਾਲ ਲਗਭਗ 1.5 ਦਹਾਕਾ ਹੋ ਗਿਆ, ਬਹੁਤ ਲੰਮਾ ਸਮਾਂ ਹੁੰਦਾ। ਜਦੋਂ ਹੁਣ ਲੋਕਡਾਊਨ ਦਾ ਟਾਈਮ ਚੱਲ ਰਿਹਾ ਸੀਗਾ ਤਾਂ ਮਹੀਨੇ ਕੁ ਬਾਅਦ ਅਸੀਂ ਮੈਂਟਲ ਹੈਲਥ ਨੂੰ ਲੈ ਕੇ ਡਿਸਕਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਹੋ ਕੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਜਾਂ ਉਹ ਨਹੀਂ ਜਾ ਸਕਦੇ ਸੀਗੇ ਅਤੇ ਲੋਕਾਂ ਦੇ ਨਾਲ ਸੋਸ਼ਲ ਕੰਟੈਕਟ ਉਹਨਾਂ ਦਾ ਟੁੱਟ ਗਿਆ ਤਾਂ ਲੋਕ ਡਿਪਰੈਸ ਹੋਣੇ ਸ਼ੁਰੂ ਹੋ ਗਏ ਸੀਗੇ। ਤੁਸੀਂ ਇੱਕ ਬਹੁਤ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੋ ਜਿੱਥੇ ਤੁਸੀਂ ਕਹਿੰਦੇ ਹੋ ਕਿ ਬੰਦਾ ਸ਼ਾਇਦ ਡੰਮ ਜਾਂ ਨਮ ਹੋ ਸਕਦਾ ਆ, ਹੈ ਨਾ? ਤਾਂ ਮੈਂਟਲ ਹੈਲਥ ਤੁਸੀਂ ਆਪਣੀ ਕਿੱਦਾਂ ਕੀ ਸਮਝਦੇ ਸੀਗੇ ਕਿ 14 ਸਾਲ ਉਹ ਕਿਵੇਂ ਦੇ ਰਹੇ ਅਤੇ ਕਿਵੇਂ ਤੁਸੀਂ ਆਪਣੀ ਮੈਂਟਲ ਹੈਲਥ ਨੂੰ ਸਹੀ ਰੱਖਿਆ ਜਾਂ ਫਿਰ ਮੈਂਟਲੀ ਤੁਸੀਂ ਹੈਲਦੀ ਰਹਿਣ ਦੀ ਕੋਸ਼ਿਸ਼ ਕੀਤੀ? ਇਹ ਡਿਫੀਕਲਟ ਕੁਐਸਚਨ ਆ। ਜਦੋਂ ਤੁਸੀਂ US 'ਚ ਅਰੈਸਟ ਹੁੰਦੇ ਆ ਨਾ, ਮੈਂ ਫੈਡਰਲ ਗੌਰਮੈਂਟ ਵੱਲੋਂ ਅਰੈਸਟ ਹੋਇਆ ਸੀ, ਜਿਵੇਂ ਆਪਣੇ ਇੱਥੇ ਸੈਂਟਰਲ ਗੌਰਮੈਂਟ ਫੋਰਸਿਸ ਕਰਦੀਆਂ ਨੇ, FBI ਨੇ ਅਰੈਸਟ ਕੀਤਾ ਸੀ, ਮੇਰੇ 'ਤੇ ਇੰਟਰਪੋਲ ਦੇ ਵਾਰੰਟ ਸੀਗੇ ਜੀ। ਤਾਂ ਉਹ ਤੁਹਾਨੂੰ ਕੁੱਟਦੇ ਮਾਰਦੇ ਨੇ। ਜਿਸ ਜੇਲ੍ਹ ਵਿੱਚ ਸੀਗਾ
ਉਹ ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ ਆ, ਉਹਨੂੰ ਵੈਸੇ ਹੀ ਕਹਿੰਦੇ ਆ ਵੀ ਇਹ ਹਾਊਸ ਆਫ ਪੇਨਸ ਆ, ਇਹ ਦੁੱਖਾਂ ਦਰਦਾਂ ਦਾ ਘਰ ਆ। ਉਹ ਮਸ਼ਹੂਰ ਹੈ ਇਸ ਗੱਲ ਲਈ। 13 ਸਟੋਰੀ ਬਿਲਡਿੰਗ ਸੀਗੀ ਉਹ, ਮੈਨੂੰ 9ਵੇਂ ਫਲੋਰ 'ਤੇ ਰੱਖਿਆ ਗਿਆ ਸੀ। ਉਹ ਜੇਲ੍ਹ ਦੇ ਅੰਦਰ ਇੱਕ ਹੋਰ ਜੇਲ੍ਹ ਸੀਗੀ। ਜਦੋਂ ਤੁਸੀਂ ਅੰਦਰ ਕਰਦੇ ਐਂਟਰ, ਇੱਕ ਤੋਂ ਬਾਅਦ ਮਤਲਬ ਕਿ 9 ਤੋਂ ਲੈ ਕੇ 11 ਦਰਵਾਜ਼ੇ ਤੁਹਾਡੇ ਮਗਰ ਬੰਦ ਹੁੰਦੇ ਆ। ਬੰਦ ਵੀ ਐਂ ਨਹੀਂ ਹੁੰਦੇ, ਬਹੁਤ ਜ਼ੋਰ ਦੀ ਆਵਾਜ਼ ਕਰਦੇ ਨੇ, ਸਾਰੇ ਇਲੈਕਟ੍ਰੋਨਿਕ ਨੇ। ਇਵੈਂਚੁਅਲੀ ਆ ਕੇ ਤੁਹਾਡਾ ਸੈੱਲ ਦਾ ਦਰਵਾਜ਼ਾ ਬੰਦ ਹੋ ਜਾਂਦਾ। ਸੈੱਲ ਛੋਟਾ ਹੀ ਹੁੰਦਾ ਹੈਗਾ, 8x10 ਹੋਊਗਾ, ਤਾਂ ਇਦੋਂ ਸ਼ਾਇਦ ਘੱਟ ਹੋ ਗਿਆ। ਉਹ ਤੁਹਾਨੂੰ ਇਹ ਹੁੰਦਾ ਕਿ ਦੇ ਆਰ ਸ਼ਟਿੰਗ ਯੋਰ ਮਾਈਂਡ। ਜਿਵੇਂ ਹੁਣ ਤੁਸੀਂ ਲੋਕਡਾਊਨ 'ਚ ਕਹਿੰਦੇ ਇੱਕ ਤਰ੍ਹਾਂ ਨਾਲ ਲੋਕ ਇਹ ਸੋਚਦੇ ਵੀ ਸਾਡਾ ਮਾਈਂਡ ਤਾਂ ਐਕਟਿਵ ਆ ਜੇ ਅਸੀਂ ਤੁਰ ਫਿਰ ਸਕਦੇ ਹਾਂ, ਅਸੀਂ ਲੋਕਾਂ ਨੂੰ ਮਿਲ ਸਕਦੇ ਹਾਂ, ਅਸੀਂ ਆਪਣੇ ਰੋਜ਼ਮਰ੍ਹਾ ਦੇ ਕੰਮ ਕਰ ਸਕਦੇ ਹਾਂ, ਤਾਂ ਸਾਡਾ ਮਨ ਵੀ ਐਕਟਿਵ ਰਹੂਗਾ, ਸਾਡੀ ਸਿਹਤ ਵੀ ਪ੍ਰਫੁੱਲਿਤ ਰਹੂਗੀ। ਉੱਥੇ ਵੀ ਉਹਨਾਂ ਦਾ ਏਮ ਆ ਕਿ ਮਾਈਂਡ ਸ਼ਟ, ਇਹਨਾਂ ਨੂੰ ਸ਼ਟ ਕਰ ਦਿਓ। ਜਿਹੜੀਆਂ ਤੁਹਾਡੀਆਂ ਮਾਈਂਡ ਦੀਆਂ ਦੀਵਾਰਾਂ ਨੇ ਉਹ ਕਲੈਪਸ ਹੋਣ ਲੱਗ ਜਾਂਦੀਆਂ ਨੇ ਵਿਦ ਟਾਈਮ। ਉਹਨਾਂ ਨੂੰ ਕਿਵੇਂ ਖੜੇ ਰੱਖਣਾ, ਤੁਸੀਂ ਆਪਣੇ ਆਪ ਨੂੰ ਕਿਵੇਂ ਜਿੰਦਾ ਰੱਖਣਾ, ਲਾਈਵ ਰੱਖਣਾ ਹੈਗਾ, ਉਹਦੇ ਲਈ ਕੋਈ ਬਹੁਤੀ ਤਾਂ ਮੇਰੇ ਕੋਲ ਸਾਈਕੋਲੋਜੀ ਦੀ ਨੌਲੇਜ ਨਹੀਂ ਸੀ, ਪਰ ਮੈਨੂੰ ਪੜ੍ਹਨ ਦਾ ਸ਼ੌਂਕ ਸੀ। ਉੱਥੇ ਅਲਾਊਡ ਆ ਕਿ ਤੁਸੀਂ ਕਿੰਨੇ ਨਿਊਜ਼ਪੇਪਰ ਮੈਗਜ਼ੀਨਸ ਲੈ ਸਕਦੇ ਹੋ। ਫਿਰ ਮੇਰੇ ਵਕੀਲ ਬਹੁਤ ਚੰਗੇ ਸੀ, ਉਹਨਾਂ ਨੇ ਮੈਨੂੰ ਬੁੱਕਸ ਇੱਦਾਂ ਦੀਆਂ ਸੁਜੈਸਟ ਕੀਤੀਆਂ ਜਿਹੜੀਆਂ ਸਟਰਗਲਸ ਦੀਆਂ ਵੀ ਸੀਗੀਆਂ, ਰਾਈਟਸ ਬਾਰੇ ਸੀਗੀਆਂ, ਲੋਕਾਂ ਦੀ ਜਾਗਰਤਾ ਬਾਰੇ ਸੀ। ਉਹ ਚੀਜ਼ਾਂ ਨਾਲ ਮੈਂ ਆਪਣੇ ਮਾਈਂਡ ਨੂੰ ਐਕਟਿਵ ਰੱਖਿਆ। ਇਹਨੂੰ ਪ੍ਰਫੁੱਲਤ ਕਿਵੇਂ ਰੱਖਣਾ, ਉਹਦੇ ਲਈ ਮੈਂ ਪਹਿਲੇ ਤੋਂ ਹੀ ਐਕਸਰਸਾਈਜ਼ ਦਾ ਸ਼ੌਕੀਨ ਸੀਗਾ ਅਤੇ ਮੈਂ ਐਕਸਰਸਾਈਜ਼ ਵਗੈਰਾ ਕਰਦਾ ਸੀ ਰੋਜ਼। ਬਾਕੀ ਮੈਂ ਆਪਣੇ ਆਪ ਨੂੰ ਕੁਛ ਨਾ ਕੁਛ ਆਰੇ ਲਾਈ ਰੱਖਦਾ ਸੀ ਆਪਣੇ ਮਨ 'ਚ, ਜਿਹੜਾ ਕਿ ਹੁਣ ਲੋਕ ਅੱਕ ਗਏ। ਮੈਂ ਤਾਂ ਦੇਖਿਆ ਵੀ 10 ਸਾਲ ਤਾਂ ਮੈਂ ਕੁਛ ਵੀ ਰੌਸ਼ਨੀ ਕੁਛ ਨਹੀਂ ਹਨੇਰੇ ਤੋਂ ਬਿਨਾਂ ਕੋਈ ਰੰਗ ਦੇਖਿਆ ਹੀ ਨਹੀਂ। ਹੋਰ ਪਿਛਲੇ ਸਾਲਾਂ 'ਚ ਮੈਨੂੰ ਫਿਰ ਇਹਨਾਂ ਨੇ ਸ਼ਿਫਟ ਕਰਤਾ ਸੀਗਾ ਅਪਸਟੇਟ ਨਿਊਯਾਰਕ 'ਚ। ਉਹ ਖੁੱਲ੍ਹੀ ਜੇਲ੍ਹ ਆ, ਉੱਥੇ ਬਾਹਰ ਤਾਰਾਂ ਲੱਗੀਆਂ ਹੁੰਦੀਆਂ, ਵਾਲਸ ਨਹੀਂ ਹੁੰਦੀਆਂ। ਵੈਸੇ US ਦੀ ਜਿਹੜੀਆਂ ਪੁਰਾਣੀ ਪ੍ਰਿਜ਼ਨਸ ਨੇ ਉੱਥੇ ਕੰਧਾਂ ਨੇ, ਬਾਕੀ ਤਾਂ ਸਿਰਫ ਉਹਨਾਂ ਨੇ ਤਾਰਾਂ ਲਾਈਆਂ ਹੁੰਦੀਆਂ ਇਲੈਕਟ੍ਰੋਨਿਕ, ਉਹ ਕਾਫੀ, ਬਾਕੀ ਖੁੱਲ੍ਹਾ ਹੁੰਦਾ। ਉਹਨਾਂ 14 ਸਾਲਾਂ 'ਚ ਤੁਸੀਂ ਕਦੇ ਇਹ ਥੋਟ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਕਿੱਥੇ ਤਾਂ ਜੇ ਤੁਸੀਂ 85 ਦੇ ਵਿੱਚ ਆਪਣੀ MSc ਕੰਪਲੀਟ ਕਰਕੇ ਸਕਾਲਰਸ਼ਿਪ 'ਤੇ ਤੁਹਾਨੂੰ PhD ਅਮਰੀਕਾ ਦੇ ਕਾਂਸਸ ਸੂਬੇ ਵਿੱਚ ਕਰਨ ਦਾ ਮੌਕਾ ਮਿਲਿਆ ਸੀ, ਹਾਂਜੀ, ਕਿ ਜੇ ਤੁਸੀਂ ਉੱਧਰ ਬਗਾਵਤ ਦਾ ਰਾਹ ਨਾ ਚੁਣਦੇ ਤਾਂ ਮੈਂ ਅੱਜ ਇਸ ਮਤਲਬ ਜੇਲ੍ਹ 'ਚ ਨਾ ਹੁੰਦਾ ਅਤੇ ਮੈਂ PhD ਕਰਕੇ ਅਮਰੀਕਾ ਦੇ ਵਿੱਚ ਇੱਕ ਰਿਪਿਊਟਡ ਡੈਜ਼ਿਗਨੇਸ਼ਨ 'ਤੇ ਹੁੰਦਾ, ਜਾਂ ਮੇਰੀ ਜ਼ਿੰਦਗੀ ਕੁਛ ਹੋਰ ਹੁੰਦੀ। ਇਹੀ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਵੀ ਦੇਰ ਆਰ ਸਰਟਨ ਮੂਵਮੈਂਟਸ ਇਨ ਲਾਈਫ, ਰਿਗਰੈਟਸ ਤਾਂ ਤੁਹਾਨੂੰ ਰਹਿੰਦੀਆਂ ਹੀ, ਬਟ ਆਈ ਹੈਵ ਫਿਊ। ਮੈਂ ਆਰਟੀਕਲ ਵੀ ਉਸ 'ਤੇ ਲਿਖਿਆ ਹੈਗਾ। ਇਹ ਨਹੀਂ ਮੈਨੂੰ ਰਿਗਰੈਟ ਕਿ ਮੈਂ ਬਾਗੀ ਕਿਉਂ ਬਣਿਆ ਜਾਂ ਮੈਂ ਸਿੱਖਾਂ ਦੇ ਹੱਕ ਲਈ ਖੜ੍ਹਿਆ, ਇਹਦਾ ਮੈਨੂੰ ਮਾਣ ਆ ਅਤੇ ਸਦਾ ਹੀ ਰਹੂਗਾ। ਮੈਂ ਸੋਚਦਾ ਵੀ ਮੈਂ ਜਿੰਨਾ ਕੁ ਥੋੜ੍ਹਾ ਬਹੁਤਾ ਕਰ ਸਕਿਆ ਆਈ ਡਿਡ ਅਕੋਰਡਿੰਗ ਟੂ ਮਾਈ, ਜਿੰਨੀ ਕੁ ਮੈਨੂੰ ਨੌਲੇਜ ਸੀ। ਇੱਦਾਂ ਦਾ ਖਿਆਲ ਮੈਨੂੰ ਜੇਲ੍ਹ 'ਚ ਕਦੀ ਨਹੀਂ ਆਇਆ। ਇਹ ਤਾਂ ਬਾਹਰ ਆ ਕੇ ਜਦੋਂ ਮੈਂ ਦੁਨੀਆ ਦੇਖੀ ਆ ਬਦਲਦੀ, ਸੈਲਫ ਓਰੀਐਂਟਡ ਸੁਸਾਇਟੀ ਬਣ ਗਈ ਆਪਣੀ, ਬਈ ਜੇ ਹੁਣ ਕਹਿਣ ਕੁਛ ਇੱਦਾਂ ਦਾ ਸਰਕਮਸਟਾਂਸ ਆਈ ਹੋਪ ਕਿ ਨਾ ਬਣ, ਤਾਂ ਮੇਰਾ ਨਹੀਂ ਖਿਆਲ ਉੱਦਾਂ ਦੀ ਐਗਜ਼ੂਬਰੈਂਸ ਜਾਂ ਉੱਦਾਂ ਦਾ ਮਤਲਬ ਕਿ ਸਿੱਖਾਂ 'ਚ ਖਿਚਾਅ ਆਊਗਾ ਜਾਂ ਆਭਾਰ ਆਊਗਾ, ਕਿਉਂਕਿ ਵਿਦ ਟਾਈਮ ਸੁਸਾਇਟੀ ਦਾ ਰੂਪ ਰੇਖਾ ਹੀ ਬਦਲ ਗਈ। ਮੈਂ ਕਦੀ ਵੀ ਇਹ ਨਹੀਂ ਸੀ ਸੋਚਿਆ ਵੀ ਕੋਈ ਪਛਤਾਵਾ ਜਾਂ ਕੋਈ ਵਗੋਚਾ, ਨਾ ਮੈਂ ਕਿਸੇ ਪ੍ਰਤੀ ਕਿਸੇ ਨਾਲ ਲਗਾ ਰੱਖਿਆ ਸੀ।
ये तो मैं पहले दिनों ही सोच के जदों घरों गए आ तो मत्था टेक के गए। ये तो पता सी भी जां जेल आ जां मार देण। ਜਦੋਂ ਤੁਸੀਂ 2000 ਦੇ ਵਿੱਚ ਵੋਲੰਟਰੀ ਕਹਿੰਦੇ ਹੋ ਕਿ ਮੈਂ ਹੁਣ ਵਾਪਸ ਜਾਣਾ ਚਾਹੁੰਦਾ, 2000 ਦੇ ਵਿੱਚ ਤੁਸੀਂ ਇੱਧਰ ਆ ਜਾਂਦੇ ਹੋ ਅਤੇ ਤੁਹਾਨੂੰ ਤਿਹਾੜ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਆ ਤੁਹਾਡੇ ਕਿਉਂਕਿ ਤੁਸੀਂ ਤਿੰਨਾਂ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਹੋ। ਤੁਹਾਡੇ ਤੋਂ ਵੱਡੇ ਤੁਹਾਡੇ ਭੈਣ ਅਤੇ ਭਾਈ ਸਾਹਿਬ ਨੇ, ਜਾਂ ਫਿਰ ਡਾਕਟਰ ਖੇਮ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਬਹੁਤ ਨਾਮੀ ਹਸਤੀ ਰਹੇ ਨੇ ਸਾਇੰਸ ਦੇ ਖੇਤਰ ਦੇ ਵਿੱਚ ਜਾਂ ਫਿਰ ਐਜੂਕੇਸ਼ਨ ਦੇ ਖੇਤਰ ਵਿੱਚ। ਉਹਨਾਂ ਦਾ ਵੱਡਾ ਯੋਗਦਾਨ ਸੀ ਜਿਸ ਕਰਕੇ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਨਿਵਾਜਿਆ ਗਿਆ। ਤਾਂ ਇਹ ਵੀ ਸੁਣਨ 'ਚ ਆਇਆ ਕਿ ਤੁਹਾਡੀ, ਕਿਉਂਕਿ ਉਸ ਟਾਈਮ ਇੰਨੀ ਜ਼ਿਆਦਾ ਪ੍ਰੈਸ਼ਰ ਸੀਗਾ ਸ਼ਾਇਦ ਗਵਰਨਮੈਂਟ ਵੱਲੋਂ ਜੁਡੀਸ਼ਰੀ ਦੇ ਉੱਪਰ, ਕਿਉਂਕਿ ਅਵੰਤਿਕਾ ਦੇ ਨਾਨਾ ਜੀ ਪ੍ਰੈਜ਼ੀਡੈਂਟ ਸੀਗੇ, ਜਾਂ ਫਿਰ ਸ਼ੀਲਾ ਦੀਕਸ਼ਿਤ ਉਹਨਾਂ ਦੇ ਉੱਪਰ ਅਵੰਤਿਕਾ ਦਾ ਇੰਨਾ ਪ੍ਰੈਸ਼ਰ ਸੀਗਾ ਕਿ ਤੁਹਾਡੇ ਨਾਲ ਕੋਈ ਵੀ ਨਰਮੀ ਵਰਤੀ ਨਹੀਂ ਗਈ। ਉਦੋਂ ਤੁਹਾਨੂੰ ਬੇਲ ਤੱਕ ਨਹੀਂ ਸੀ ਹੋ ਰਹੀ। ਇਹ ਵੀ ਸੁਣਨ 'ਚ ਆਇਆ ਕਿ ਤੁਹਾਡੇ ਫਾਦਰ ਸਾਹਿਬ ਹੋਰਾਂ ਨੇ ਤੁਹਾਡੀ ਰਿਹਾਈ ਦੇ ਲਈ ਆਪਣਾ ਪਦਮ ਭੂਸ਼ਣ ਵੀ ਆਫਰ ਕੀਤਾ ਸੀਗਾ ਕਿ ਮੇਰਾ ਸਨਮਾਨ ਵਾਪਸ ਲਿਆ ਜਾਵੇ ਅਤੇ ਮੇਰੇ ਬੇਟੇ ਨੂੰ ਰਿਹਾ ਕੀਤਾ ਜਾਵੇ। ਉਦੋਂ ਇਹ ਹਾਲਾਤ ਸੀਗੇ ਕਿ ਮੇਰੀ ਮਦਰ ਸ਼ੀ ਵਾਜ਼ ਡਾਈਂਗ ਫਰਮ ਕੈਂਸਰ। ਲਾਸਟ ਮੂਮੈਂਟਸ ਤੇ ਜੀ ਚਾਹੁੰਦੇ ਸੀ ਵੀ ਜੇ ਲੋਕਾਂ ਨੂੰ ਬੇਲ ਮਿਲ ਸਕਦੀ ਆ। ਮੇਰੇ ਨਾਲ ਹੀ ਜੇਲ੍ਹ ਵਿੱਚ 22 ਬੰਦੇ ਸੀਗੇ ਜਿਹੜੇ ਕਿ ਦਿੱਲੀ ਦੰਗਿਆਂ ਦੇ ਨਾਲ, ਦਿੱਲੀ ਮਤਲਬ ਕਿ ਕਾਰਨੇਜ ਨਾਲ ਇਨਵੋਲਵਡ ਸੀਗੇ। ਉਹਨਾਂ ਨੂੰ ਛੁੱਟੀ ਵੀ ਮਿਲਦੀ ਸੀ, ਉਹ ਜਾਂਦੇ। ਪਹਿਲੇ ਨਹੀਂ ਸੀ ਮੈਨੂੰ ਪਤਾ, ਮੈਨੂੰ ਬਾਅਦ 'ਚ ਪਤਾ ਲੱਗਿਆ। ਫਿਰ ਜਿਹੜਾ ਕਿਸ਼ੋਰੀ ਲਾਲ ਕਸਾਈ ਸੀਗਾ ਜਿਹਨੇ 6-7 ਬੰਦੇ ਮਾਰੇ ਆ, ਮਤਲਬ ਕਿ ਜਿਹੜਾ ਕਹਿੰਦਾ ਮੈਂ ਵੱਡੇ ਆ ਜਾਂ ਕੀਤਾ, ਉਹਨੂੰ ਵੀ ਮਤਲਬ ਕਿ ਗੌਰਮੈਂਟ ਨੇ ਰਿਲੀਫ ਦੇ ਦਿੱਤੀ ਸੀ। ਅੱਛਾ। ਅਤੇ ਨੈਚੁਰਲੀ ਆਉਂਦਾ ਹੀ ਹੈਗਾ ਕਿ ਮੇਰੇ ਕੇਸ, ਮੇਰਾ ਬਹੁਤ ਵਾਇਬਲ ਕੇਸ ਸੀਗਾ ਅਤੇ ਘੱਟੋ ਘੱਟ ਮੈਨੂੰ ਬੇਲ ਤਾਂ ਦਿੱਤੀ ਜਾਵੇ। ਅਲਟੀਮੇਟਲੀ ਮੈਨੂੰ 2004 'ਚ ਇੰਟਰਮ ਬੇਲ ਦਿੱਤੀ ਆ, ਸਿਰਫ ਉਹ ਵੀ 14 ਦਿਨ ਦੀ, ਵਿਦ ਸਟ੍ਰਿਕਟ ਕੰਡੀਸ਼ਨਸ ਕਿ ਮੈਨੂੰ 2 ਵਾਰ ਤਾਂ ਥਾਣੇ ਜਾ ਕੇ ਹਾਜ਼ਰੀ ਲਵਾਉਣੀ ਪੈਂਦੀ ਸੀ। ਫਿਰ ਮੈਂ ਲੁਧਿਆਣੇ ਤੋਂ ਬਾਹਰ ਨਹੀਂ ਜਾ ਸਕਦਾ ਜੀ। ਈਵਨ ਮੈਂ ਆਪਣੀ ਜ਼ਮੀਨ 'ਤੇ ਨਹੀਂ ਜਾ ਸਕਦਾ। ਮੈਂ ਇਹ ਵੀ ਇਜਾਜ਼ਤ ਮੰਗੀ ਸੀ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਚਾਹੁੰਦਾ, ਉਹਨਾਂ ਨੇ ਦਿੱਤੀ। ਉਹਨਾਂ ਨੇ ਸਗੋਂ ਪੁਲਿਸ ਭੇਜੀ, ਉਹ ਸਗੋਂ ਵੈਰੀਫਾਈ ਕਰਦੇ ਫਿਰਨ ਕਿ ਕੀ ਮੇਰਾ ਜਾਣਾ ਉੱਥੇ ਠੀਕ ਵੀ ਹੈ ਕਿ ਨਹੀਂ। ਜੇ ਪਿੰਡ ਲਈ ਮੈਂ ਕਿਹਾ ਤਾਂ ਪਿੰਡ ਜਾ ਕੇ ਸਾਰੀ ਵੈਰੀਫਾਈ ਕਰਿਆ ਕਿ ਤੇਰੇ ਨਾਂ ਤਾਂ ਕੋਈ ਜ਼ਮੀਨ ਹੀ ਹੈ ਨਹੀਂ, ਕਿਉਂਕਿ ਉਹ ਫਾਦਰ ਜਿਉਂਦੇ ਸੀ, ਫਾਦਰ ਨਾਲ ਹੀ ਹੋਣੀ ਨਹੀਂ। ਜਿਹੜਾ ਚੇਂਜ ਸੀਗੀ ਜਦੋਂ ਮੈਂ US ਤੋਂ ਆਇਆ, ਉੱਥੇ ਠੰਡ ਸੀ। ਮੈਂ ਜਦੋਂ ਤਿਹਾੜ ਜੇਲ੍ਹ 'ਚ ਆਇਆ ਹੈਗਾ, ਮੇਰੇ ਟੀ-ਸ਼ਰਟ ਪਾਈ ਸੀ ਅਤੇ ਉੱਤੇ ਸ਼ਰਟ ਪਾਈ ਹੋਈ ਸੀ। ਮੈਂ ਤਾਂ ਉੱਥੋਂ ਵਾਂਗੂ ਆਇਆ ਸੀ। ਤਾਂ ਇੱਥੇ ਆ ਕੇ ਮੇਰੇ ਨਾਲ ਇਹਨਾਂ ਨੇ ਚਾਹਿਆ ਧੱਕਾ ਕਰਨ ਦਾ, ਦਿੱਲੀ ਪੁਲਿਸ ਨੇ, ਪਰ ਇਹ ਚਾਹ ਕੇ ਕਰ ਨਹੀਂ ਸਕੇ। ਤਾਂ ਮੈਂ ਵੀ ਤਿਆਰ ਸੀ ਵੀ ਜੋ ਹੋਊਗਾ ਦੇਖਿਆ ਜਾਊਗਾ। ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਆ ਕੇ ਸੈੱਲ 'ਚ ਬੰਦ ਕੀਤਾ, ਇੱਥੇ ਚੱਕੀ ਕਹਿੰਦੇ ਆ ਨਾ, ਤਾਂ ਹਨੇਰਾ ਸੀ। ਉੱਥੇ ਕਾਲਾ ਕੰਬਲ ਵਿਛਿਆ ਹੋਇਆ ਸੀ, ਜਾਂ ਥੜਾ ਜਿਹਾ ਬਣਿਆ ਹੁੰਦਾ, ਸ਼ਾਇਦ ਰੂਬਰੂ ਰੋਸ਼ਨੀ ਹਾਂਜੀ ਉਹਦੇ ਵਿੱਚ ਹੈ ਬਿਲਕੁਲ। ਉਹ ਇੰਨਾ ਕੁ ਸਮੈਲੀ ਕੰਬਲ ਸੀ, ਤੁਸੀਂ ਕੋਲੇ ਖਾ ਨਹੀਂ। ਘੱਟੋ ਮੈਂ ਜੇਲ੍ਹ ਤਾਂ ਕੱਟੀ 14 ਸਾਲ, ਮੈਂ ਸਾਫ਼ ਸੁਥਰੇ ਇਨਵਾਇਰਮੈਂਟ 'ਚ ਕੱਟੀ ਸੀ। ਬੇਸਿਕ ਕਮਿਊਨਿਟੀਜ਼ ਜਿੱਥੇ ਸੀਗੀਆਂ, ਤੁਸੀਂ ਮੱਖੀ ਮੱਛਰ ਤਾਂ ਭੁੱਲ ਹੀ ਜਾਂਦੇ ਆ ਬਿਲਕੁਲ। ਅਤੇ ਕੋਈ ਪੱਖਾ ਵੀ ਨਹੀਂ ਸੀ, ਟੀਨ ਦੀ ਛੱਤ ਹੁੰਦੀ ਆ। ਮੈਂ ਘੜੇ 'ਚੋਂ ਪਾਣੀ ਪੀਣਾ ਚਾਹਿਆ, ਮੈਂ ਪਹਿਲੇ ਦੇਖਿਆ, ਮੈਨੂੰ ਥੋੜ੍ਹਾ ਜਿਹਾ ਲੱਗਿਆ ਹੈ ਨਾ। ਮੈਂ ਆਪਣੀ ਟੀ-ਸ਼ਰਟ ਮਤਲਬ ਕਿ ਪਾੜ ਕੇ ਉਹਦੀਆਂ 4 ਲੇਅਰਸ ਬਣਾ ਲਈਆਂ। ਮੈਂ ਉਹਦੇ 'ਚੋਂ ਪਾਣੀ ਕੱਢਿਆ ਪੀਣ ਲਈ ਹੈ ਨਾ, ਤਾਂ ਮੇਰੀ ਟੀ-ਸ਼ਰਟ ਸਾਰੀ ਗ੍ਰੀਨ ਕਲਰ ਸੀ, ਉਹ ਬਰਾਊਨ ਡਾਰਕ ਰਸਟਡ ਹੋ ਗਈ ਸੀ। ਉਹ ਪਾਣੀ ਮੈਂ ਪੀਤਾ ਆ। ਇੰਨੀ ਮਤਲਬ ਕਿ ਚੇਂਜ ਹੈ ਇੱਥੇ। ਬੇਸਿਕ ਤਾਂ ਕੁਛ ਨਹੀਂ ਹੈ ਨਾ, ਜਦ ਕਿ ਤਿਹਾੜ ਪ੍ਰੀਮੀਅਰ ਜੇਲ੍ਹ ਇੰਡੀਆ ਦੀ ਹੈ। ਬਿਲਕੁਲ। ਫਿਰ ਇਹ ਕਿੱਦਾਂ, ਕਿਉਂਕਿ ਕਿਸੇ ਵੀ ਇੰਟਰਵਿਊ ਦੇ ਵਿੱਚ ਮੈਨੂੰ ਬਹੁਤ ਕੋਈ ਕਲੀਅਰ ਆਨਸਰ ਜਾਂ ਸਵਾਲ ਸ਼ਾਇਦ ਉੱਦਾਂ ਦਾ ਨਹੀਂ ਹੋਇਆ ਹੋਣਾ ਜਿਹਦੇ ਵਿੱਚ ਦੱਸਿਆ ਗਿਆ ਹੋਵੇ ਕਿ 2004 ਦੇ ਵਿੱਚ ਬੇਲ ਮਿਲੀ ਕਿੱਦਾਂ 14 ਦਿਨਾਂ ਦੇ ਲਈ। ਸੁਭਾਵਕ ਮਿਲੀ ਸੀ, ਜੱਜ ਚੰਗਾ ਸੀ, ਲੇਡੀ ਜੱਜ ਸੀਗੀ। 2 ਜੱਜਾਂ ਦਾ ਮੇਰੇ ਖਿਆਲ ਪੈਨਲ ਸੀ ਜਾਂ ਸਿੰਗਲ ਬੈਂਚ ਸੀ। ਉਹਨੇ ਕਿਹਾ ਸੀ ਵੀ 14 ਦਿਨ ਦੀ ਆ, ਪਰ ਉਹ 14 ਦਿਨ ਤੋਂ ਬਾਅਦ
ਫਿਰ ਮੇਰੀ ਐਂ ਕਦੀ 2 ਦਿਨ ਲਈ, ਕਦੀ ਹਫ਼ਤੇ ਲਈ, ਕਦੀ ਮਹੀਨੇ ਲਈ, ਐਂ ਮੇਰੀ ਬੇਲ ਵੱਧਦੀ ਗਈ ਹੈ। ਕੰਡੀਸ਼ਨਸ ਉਹੀ ਰਹੀਆਂ ਨੇ। ਮੇਰਾ ਕੰਡਕਟ, ਮੇਰੀ ਹਾਜ਼ਰੀ ਲੱਗਦੀ, ਸਾਰਾ ਦੇਖਦੀ ਸੀ। ਫਿਰ ਉਹ ਚੱਲਦੀ ਰਹੀ ਹੈ। ਕੁਦਰਤ ਕਹਿ ਲਓ ਵੀ 2009 ਤੱਕ ਮੇਰਾ ਇਸੇ ਤਰ੍ਹਾਂ ਚੱਲਿਆ ਜੀ। ਰੀਸੈਂਟ ਜੂਨ ਦੇ ਵਿੱਚ ਲੌਜੀਕਲ ਇੰਡੀਅਨ ਦੇ ਵਿੱਚ ਇੱਕ ਆਰਟੀਕਲ ਪਬਲਿਸ਼ ਹੋਇਆ, ਜਿਹਦੇ ਵਿੱਚ ਅਵੰਤਿਕਾ ਹੋਰਾਂ ਦੀ ਇੱਕ ਸਟੇਟਮੈਂਟ ਸੀਗੀ ਕਿ ਰਣਜੀਤ ਕੁੱਕੀ ਗਿੱਲ ਮੈਨੂੰ ਮਿਲਣਾ ਚਾਹੁੰਦੇ ਸੀਗੇ। ਜਿਸ ਵੇਲੇ ਉਹਨਾਂ ਦੇ ਫਾਦਰ ਅਤੇ ਮਦਰ ਦੀ ਡੈਥ ਹੁੰਦੀ ਆ, ਜਦੋਂ ਘਟਨਾ ਵਾਪਰਦੀ, ਉਹ 6 ਸਾਲ ਦੇ ਸੀਗੇ। 2004 ਤੱਕ ਉਹ 24 ਸਾਲਾਂ ਦੀ ਹੋ ਚੁੱਕੀ ਸੀ ਅਤੇ ਕਾਂਗਰਸ ਪਾਰਟੀ ਦੀ ਇੱਕ ਪ੍ਰਭਾਵਸ਼ਾਲੀ, ਕਹਿ ਸਕਦੇ ਕਿ ਪ੍ਰਭਾਵਸ਼ਾਲੀ ਕੰਮ ਕਰਨ ਵਾਲੇ ਸੀਗੇ। ਤਾਂ ਇਹ ਵਾਕਈ, ਜਿਵੇਂ ਤੁਸੀਂ ਆਪਣੇ ਕੁਛ ਇੰਟਰਵਿਊਜ਼ ਦੇ ਵਿੱਚ ਕਹਿੰਦੇ ਹੋ ਕਿ ਅਵੰਤਿਕਾ ਮੈਨੂੰ ਮਿਲਣਾ ਚਾਹੁੰਦੀ ਸੀਗੀ, ਪਰ ਅਵੰਤਿਕਾ ਕਹਿੰਦੇ ਨੇ ਕਿ ਰਣਜੀਤ ਹੁਣੀ ਮੈਨੂੰ ਮਿਲਣਾ ਚਾਹੁੰਦੇ ਸੀਗੇ। ਤੁਹਾਡੇ ਸਿਸਟਰ ਡਾਕਟਰ ਦਵਿੰਦਰ ਕੌਰ, ਉਹਨਾਂ ਦਾ ਕਾਫੀ ਕੰਟਰੀਬਿਊਸ਼ਨ ਹੈਗਾ। ਉਹਨਾਂ ਨੇ CM ਤੱਕ ਵੀ, ਸ਼ੀਲਾ ਦੀਕਸ਼ਿਤ ਉਹਨਾਂ ਦੇ ਨਾਲ ਵੀ ਜਾ ਕੇ ਮੁਲਾਕਾਤਾਂ ਕੀਤੀਆਂ ਕਿ ਥੋੜ੍ਹੀ ਨਰਮੀ ਵਰਤੀ ਜਾਵੇ ਰਣਜੀਤ ਉਹਨਾਂ ਦੇ ਕੇਸ ਦੇ ਵਿੱਚ, ਅਤੇ ਅਵੰਤਿਕਾ ਉਹਨਾਂ ਤੱਕ ਵੀ ਅਪਰੋਚ ਕਰਦੇ ਰਹੇ ਕਿ ਇੱਕ ਮੀਟਿੰਗ ਕੀਤੀ ਜਾਵੇ। ਨਹੀਂ, ਇੱਦਾਂ ਦੀ ਗੱਲ ਨਹੀਂ ਹੈ। ਅਵੰਤਿਕਾ, ਜਦੋਂ ਮੈਂ ਜੇਲ੍ਹ 'ਚ ਸੀਗਾ, ਮੇਰੀ ਕਨਵਿਕਸ਼ਨ ਹੋ ਗਈ ਸੀ। ਮੈਨੂੰ 3 ਵਾਰ ਸੁਪਰਡੈਂਟ ਜੇਲ੍ਹ ਨੇ, ਮੇਰੀ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀ, ਜਿਹੜਾ ਚੀਫ ਹੁੰਦਾ, ਉਹਨੇ ਅਪਰੋਚ ਕੀਤੀ ਵੀ ਤੈਨੂੰ ਅਵੰਤਿਕਾ ਮਿਲਣਾ ਚਾਹੁੰਦੀ ਆ, ਪਰ ਉਹ ਹੈ ਗੁੱਸੇ ਵਾਲੀ। ਅੱਛਾ। ਮੈਂ ਉਹਨੂੰ ਸਿੱਧਾ ਜਵਾਬ ਦਿੱਤਾ ਵੀ ਮੈਂ ਕਿਹਾ ਮੈਨੂੰ ਮਿਲਣ 'ਚ ਕੋਈ ਹਿਚਕਿਚਾਹਟ ਨਹੀਂ, ਪ੍ਰੋਵਾਈਡਡ ਕਿ ਉਹ ਬਦਤਮੀਜ਼ੀ ਨਾ ਕਰੇ। ਜੇ ਉਹ ਕਰੂਗੀ ਤਾਂ ਮੈਂ ਵੀ ਕਰੂੰਗਾ। ਜੇਲ੍ਹ ਨੇ ਰਿਸਕ ਨਹੀਂ ਲਿਆ। ਇਹ ਡਾਕੂਮੈਂਟਡ ਚੀਜ਼ਾਂ ਨੇ। ਅੱਛਾ। ਇਹ ਤਾਂ ਕਹੋ ਮੇਰੇ ਕੋਲ ਫੋਨ ਵੀ ਹੈ, ਮੈਂ ਤੁਹਾਡੀ ਗੱਲ ਵੀ ਕਰਾ ਦੇਣਾ। ਫਿਰ ਇਹ 2004 'ਚ ਮਨੀਸ਼ ਤਿਵਾੜੀ, ਕਾਂਗਰਸ ਦੀ ਇਲੈਕਸ਼ਨ ਚੱਲ ਰਹੀ ਸੀ, MP ਦੀ, ਮੈਂਬਰ ਪਾਰਲੀਮੈਂਟ ਦੀ, ਉਹਦੇ 'ਚ ਆਈ ਆ ਯੂਥ ਕੈਂਪੇਨਿੰਗ ਲਈ, ਸਟੂਡੈਂਟ ਯੂਨੀਅਨ, ਨੈਸ਼ਨਲ ਸਟੂਡੈਂਟ ਯੂਨੀਅਨ ਦੀ ਬਣ ਕੇ, ਹੈ ਨਾ। ਇਹ ਜਨਰਲ ਸੈਕਟਰੀ ਸੀ। ਉੱਥੇ ਪ੍ਰੈਸ ਨੇ ਇਹਨੂੰ ਕੁਐਸਚਨ ਕੀਤੇ। ਪ੍ਰੈਸ ਨੇ ਇਹਨੂੰ ਇਹ ਵੀ ਦੱਸਿਆ ਵੀ ਤੈਨੂੰ ਪਤਾ ਵੀ ਜਿਹੜੇ ਤੇਰੇ ਪੇਰੈਂਟਸ ਦਾ ਕਾਤਲ ਆ ਲੁਧਿਆਣੇ ਰਹਿ ਰਿਹਾ। ਇਹਨੇ ਇਗਨੋਰੈਂਸ ਕਿ ਮੈਨੂੰ ਪਤਾ ਨਹੀਂ। ਇਹ ਪਰ ਬੋਲੀ ਬਹੁਤ ਆ, ਮੇਰੇ ਉਲਟ ਗਲਤ ਹੈ ਨਾ। ਤਾਂ ਅਮਰਤਾ ਚੌਧਰੀ ਖੜੀ ਸੀ ਉੱਥੇ, ਇੰਡੀਅਨ ਐਕਸਪ੍ਰੈਸ, ਤਾਂ ਮਰ ਗਈ ਵਿਚਾਰੀ ਇੰਡੀਅਨ ਐਕਸਪ੍ਰੈਸ। ਉਹਨੇ ਕਿਹਾ ਵੀ ਤੇਰੀ ਪਰਸੈਪਸ਼ਨ ਰੌਂਗ ਆ, ਤੂੰ ਮਿਲੀ ਨਹੀਂ ਉਹ ਬੰਦੇ ਨੂੰ। ਕਹਿੰਦੀ ਇਹਨੇ, ਅਮਰਤਾ ਨੇ ਕਿਹਾ ਵੀ ਤੂੰ ਮਿਲਣਾ ਚਾਹੁੰਦੀ? ਕਹਿੰਦੀ ਹਾਂ ਮਿਲਣਾ ਚਾਹੁੰਦੀ ਹਾਂ। ਅਮਰਤਾ ਨੇ ਮੈਨੂੰ ਫੋਨ ਕੀਤਾ ਕਿ ਤੂੰ ਮਿਲਣਾ ਚਾਹੁੰਦਾ? ਮੈਂ ਕਿਹਾ ਹਾਂ ਮੈਂ ਮਿਲਣਾ ਚਾਹੁੰਦਾ। ਦੈਟਸ ਹਾਊ ਉਸੇ ਦਿਨ ਹੀ ਮੁਲਾਕਾਤ ਹੋ ਗਈ। ਅੱਛਾ। ਤੇ ਅਸੀਂ 2 ਘੰਟੇ ਵੈਸੇ ਤਾਂ ਬੈਠੇ ਨੇ, ਪਰ ਪਹਿਲੇ ਫਿਊ ਮਿੰਟਸ ਸੀ ਜਦੋਂ ਸਾਡੀ ਗੱਲਬਾਤ ਹੋਈ ਹੈ, ਸ਼ੁਰੂ ਕੀਤਾ, ਤਾਂ ਸ਼ੀ ਵਾਜ਼ ਇੰਪ੍ਰੈਸਡ। ਉਹਨੇ ਬਿਲਕੁਲ, ਉਹਦਾ ਨਜ਼ਰੀਆ ਬਦਲ ਗਿਆ ਸੀ। ਉਹਨੇ ਪ੍ਰੈਸ ਨੂੰ, ਜਦੇ ਅਮਰਤਾ ਡਰਦੀ ਨਹੀਂ, ਚੌਧਰੀ ਗਈ ਸਾਡੇ ਨਾਲ ਕਿ ਇਹ ਕਿਤੇ ਆਪਸ 'ਚ ਜਿੱਦ ਨਾ ਪਿਆ। ਉਹਨੂੰ ਹੀ ਸਾਰਿਆਂ ਨਾਲ ਪਹਿਲੇ ਕਾਲ ਹੋਈ ਸੀ। ਉਹਦੀ ਉਦੋਂ ਪਹਿਲੀ ਨੈਸ਼ਨਲ ਸਟੋਰੀ ਇੰਡੀਅਨ ਐਕਸਪ੍ਰੈਸ 'ਚ ਲੱਗੀ ਸੀ। ਦੈਟ ਵਾਰ ਅ ਫਸਟ ਸਟੋਰੀ ਬਾਏ ਅਮਰਤਾ ਚੌਧਰੀ। ਤੁਹਾਡੇ ਵੱਡੇ ਭੈਣ ਵੀ ਉਦੋਂ ਨਾਲ ਸੀਗੇ ਤੁਹਾਡੀ ਮੁਲਾਕਾਤ ਦੌਰਾਨ? ਮੁਲਾਕਾਤ ਸੀਗੀ, ਪਰ ਉਹਨਾਂ ਦਾ ਕੋਈ ਵਿੱਚ ਨਹੀਂ ਸੀ। ਅਵੰਤਿਕਾ ਕਹਿੰਦੇ ਨੇ ਕਿ ਜਦੋਂ ਮੈਂ ਬਹੁਤ ਛੋਟੀ ਸੀ, ਬਚਪਨ 'ਚ ਸੀਗੀ, ਤਾਂ ਜੇ ਮੈਨੂੰ ਕੋਈ ਪੁੱਛਦਾ ਸੀਗਾ ਕਿ ਤੁਸੀਂ ਵੱਡੇ ਹੋ ਕੇ ਕੀ ਕਰਨਾ ਚਾਹੁੰਦੇ ਹੋ, ਤਾਂ ਉਹ ਕਹਿੰਦੀ ਸੀਗੀ ਕਿ ਮੈਂ ਆਪਦੇ ਮਾਂ-ਬਾਪ ਦੇ ਕਾਤਲਾਂ ਨੂੰ ਮਾਰਨਾ ਚਾਹੁੰਦੀ। ਜੇ ਕਿਤੇ ਮੈਨੂੰ ਅੱਜ ਵੀ ਦਿਸ ਜਾਣ ਤਾਂ ਮੈਂ ਉਹਨਾਂ ਨੂੰ ਮਾਰ ਸਕਦੀ ਹਾਂ। ਤਾਂ ਇੰਨਾ ਐਗਰੈਸ਼ਨ ਉਹਨਾਂ ਦੇ ਅੰਦਰ ਸੀਗਾ। ਅਤੇ ਫਿਰ ਸਡਨਲੀ ਕੀ ਗੱਲ ਇੱਦਾਂ ਦੀ ਹੋਈ? ਚਲੋ ਇਹ ਵੀ ਠੀਕ ਆ ਕਿ ਤੁਸੀਂ ਕਿਹਾ ਕਿ ਪੋਲੀਟੀਕਲ ਈਵੈਂਟ ਦਾ ਫਾਲ ਆਊਟ ਸੀਗਾ, ਤੇਰੇ ਮਾਂ-ਬਾਪ ਦਾ ਮਰਨਾ। ਤੁਸੀਂ ਉਹਨਾਂ ਦੀ ਮਦਰ ਦੀ ਡੈਥ ਦੇ ਲਈ ਤੁਸੀਂ ਗਿਲਟੀ ਵੀ ਫੀਲ ਕੀਤੀ ਕਿ ਉਹ ਮੈਂ ਨਹੀਂ ਚਾਹੁੰਦਾ ਸੀ, ਉਹ ਸਾਡੇ ਪਲਾਨ ਦੇ ਵਿੱਚ ਨਹੀਂ ਸੀ, ਪਰ ਅਨਫੋਰਚੂਨੇਟਲੀ ਉਹ ਹੋਇਆ। ਉਹ ਇੰਨੀ ਕਨਵਿੰਸ ਹੋ ਜਾਂਦੇ ਨੇ ਕਿ ਉਹਨਾਂ 2 ਘੰਟਿਆਂ ਦੀ ਮੀਟਿੰਗ ਦੇ ਵਿੱਚ ਵੀ, ਮੀਟਿੰਗ ਦੇ 3 ਦਿਨਾਂ ਬਾਅਦ ਉਹ ਤੁਹਾਡੀ ਪੂਰੀ ਫੈਮਿਲੀ ਦੇ ਨਾਲ ਬੈਠ ਕੇ ਲੰਚ ਕਰ ਰਹੇ ਸੀ। ਉਦੋਂ ਪਹਿਲੇ ਸ਼ੀ ਵੈਂਟ ਟੂ ਮੀਟ ਦਾ ਚੀਫ ਮਿਨਿਸਟਰ ਜੀ, ਸ਼ੀਲਾ ਦੀਕਸ਼ਿਤ। ਵੀ ਪ੍ਰੈਸ 'ਚ ਆਈ ਸੀ, ਮੇਰੇ ਕੋਲ ਪਲੈਜ ਕਰਕੇ ਗਈ ਸੀ, ਮੈਂ ਵਟ ਐਵਰ ਇਟ ਟੇਕਸ। ਮੈਂ ਕਿਉਂਕਿ ਪਹਿਲੇ ਮੇਰੀ ਰਿਹਾਈ ਦੇ ਵਿੱਚ, ਕਿਉਂਕਿ ਮੈਂ ਐਲੀਜੀਬਲ ਸੀਗਾ ਰਿਹਾਈ ਲਈ, ਮੈਂ ਉਦੋਂ ਕਿਤੇ ਜ਼ਿਆਦਾ ਸਾਲ ਕੱਟ ਚੁੱਕਿਆ ਸੀ।
ਪਰ ਇਹ ਕਹਿੰਦੀ ਸੀ ਕਿ ਮੈਂ ਮਰਨ-ਵਰਤ 'ਤੇ ਬੈਠ ਜਾਊਂਗੀ ਜੇ ਇੱਦਾਂ ਦੀ ਗੱਲ ਹੋਊਗੀ। ਤਾਂ ਸ਼ੀਲਾ ਦੀਕਸ਼ਿਤ ਇਸ ਗੱਲੋਂ ਡਰਦੀ, ਮੇਰੀ ਹਰ ਵਾਰੀ ਉਹ ਨਾ ਨਹੀਂ ਕਰਦੇ, ਉਹ ਡੈਫਰ ਕਰ ਦਿੰਦੇ ਆ, ਅੱਗੇ ਪਾ ਦਿੰਦੇ ਆ। ਇਹ ਮਿਲੀ ਆ, ਉਸ ਤੋਂ ਬਾਅਦ ਫਿਰ ਇਹ ਕੰਪੇਨ 'ਤੇ ਆਈ ਸੀ, ਫਿਰ ਇਹ ਘਰੇ ਵੀ ਆਈ। ਮੇਰੇ ਪੁੱਛਣ ਦਾ ਇਹ ਮਕਸਦ ਸੀਗਾ, ਸਿਰਫ ਇੱਕ ਸੈਂਟੈਂਸ ਦੇ ਨਾਲ ਉਹ ਕਨਵਿੰਸ ਹੋ ਗਏ ਸੀ? ਉਹ 26 ਸਾਲਾਂ ਦਾ ਜਾਂ 20 ਸਾਲਾਂ ਦਾ ਜਿਹੜਾ ਇੱਕ ਗੁੱਸਾ ਸੀਗਾ, ਕਿ ਸਿਰਫ ਉਹ ਇੱਕ ਸੈਂਟੈਂਸ ਦੇ ਨਾਲ ਉਹਨਾਂ ਦਾ ਚਲਿਆ ਗਿਆ ਸੀ? ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਜੋ ਮੈਂ, ਕਿਉਂਕਿ ਮੈਂ ਕੁਕੀ ਉਹਨਾਂ ਨੂੰ ਕਦੇ ਮਿਲੀ ਨਹੀਂ ਸੀਗੀ, ਪਰ ਇੱਕ ਮਰਡਰਰ ਦੀ ਜਿਹੜੀ ਆਪਾਂ ਇਮੈਜਨਰੀ ਪਿਕਚਰ ਬਣਾਈ ਹੁੰਦੀ ਆਪਣੇ ਮਾਈਂਡ ਦੇ ਵਿੱਚ, ਜਦੋਂ ਮਹਾਰਾਜਾ ਰਜੈਂਸੀ ਤੁਸੀਂ ਐਂਟਰ ਹੁੰਦੇ ਉਹਨਾਂ ਨੂੰ ਮਿਲਣ ਦੇ ਲਈ 2004 ਦੇ ਵਿੱਚ, ਵੀ ਕੁਕੀ ਉਸ ਪਿਕਚਰ ਦੇ ਨਾਲੋਂ ਟੋਟਲੀ ਡਿਫਰੈਂਟ ਸੀਗੇ, ਵੈਲ ਡਰੈਸਡ ਸੀਗੇ, ਐਜੂਕੇਟਡ ਸੀਗੇ, ਮੇਰੇ ਨਾਲ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਸੋਹਣਾ ਸੀਗਾ। ਤਾਂ ਮਤਲਬ ਇੱਕੋ ਹੀ ਸੈਂਟੈਂਸ ਦੇ ਨਾਲ ਉਹ ਕਨਵਿੰਸ ਹੋ ਗਏ ਸੀਗੇ? ਨਹੀਂ, 5-7 ਮਿੰਟ ਗੱਲਾਂ ਹੋਈਆਂ ਨੇ, ਮਤਲਬ ਕਿ ਈਵੈਂਟਸ ਦੀਆਂ ਗੱਲਾਂ ਹੋਈਆਂ ਨੇ, ਕੀ ਈਵੈਂਟਸ ਵਾਪਰੀਆਂ। ਵੀ ਮੇਰੀ ਕੋਈ ਪਰਸਨਲ ਤਾਂ ਐਨਿਮਿਟੀ ਹੈ ਨਹੀਂ। ਮੈਂ ਇੱਥੋਂ ਤੱਕ ਵੀ ਉਹਨੂੰ ਕਿਹਾ ਵੀ ਜੇ ਤੁਸੀਂ ਪਰਸਨਲ ਐਨਿਮਿਟੀ ਰੱਖਣੀ ਆ ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ, ਪਰ ਅਸੀਂ ਤਾਂ ਆਪਣੇ ਵੱਲੋਂ ਠੀਕ ਕੀਤਾ। ਉਹਨੇ ਕਿਹਾ ਵੀ ਮੇਰਾ ਫਾਦਰ ਵੀ ਕਿਉਂ ਫਿਗਰ, ਮੈਂ ਕਿਹਾ ਵੀ ਬੁੱਕ ਪੜ੍ਹ ਲਾ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਜਿਹੜਾ ਗੌਤਮ ਨਵਲਖਾ ਹੁਣ ਫੜਿਆ ਹੋਇਆ ਕੋਰੇਗਾਨ ਕੇਸ ਦੇ ਵਿੱਚ, ਵੈਰੀ ਪ੍ਰੋਮੀਨੈਂਟ ਥਿੰਕਰ ਅਤੇ ਰਾਈਟਰ ਵੀ ਹੈਗਾ ਨੇ, ਸਿਵਲ ਐਕਟਿਵਿਸਟ ਵੀ ਨੇ। ਹੀ ਵਾਜ਼ ਵਨ ਆਫ ਦੋਸ ਮੈਂਬਰ ਜਿਹੜੇ ਫਿਊ ਸੀਗੇ ਜਿਨ੍ਹਾਂ ਨੇ ਉਹ ਕਿਤਾਬ ਲਿਖੀ। ਸਿੱਖਾਂ ਨੂੰ ਪਤਾ ਹੀ ਨਹੀਂ। ਇਹਨੂੰ ਜਦੋਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਵੀ ਅਸੀਂ ਤਾਂ ਕਿਤਾਬ ਵੀ ਹਿੰਦੂਆਂ ਨੇ ਲਿਖੀ ਸੀ, ਅਸੀਂ ਤਾਂ ਕਿਤਾਬ ਲਿਖੀ ਨਹੀਂ, ਅਤੇ ਅੱਜ ਵੀ ਉਹ ਫੈਕਟਸ ਬੇਸਡ ਹੈਗੀ ਜਿਹੜੀ ਚੈਲੰਜ ਨਹੀਂ ਹੋਈ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ, ਮਤਲਬ ਕਿ ਪਰਸੈਪਸ਼ਨ ਚੇਂਜ ਹੋਈ ਆ ਉਹਦੀ, ਕਿਉਂਕਿ ਉਹਦੇ ਕੋਲ ਕੋਈ ਫੈਕਟਸ ਤਾਂ ਹੈ ਨਹੀਂ ਸੀ, ਇੱਕ ਸਫਰਿੰਗ ਸੀ। ਜਦੋਂ ਆਏ ਤਾਂ ਉਹਨਾਂ ਦੇ ਨਾਲ ਇੱਕ ਭਾਰੀ ਫੋਰਸ ਵੀ ਸੀਗੀ ਜਿਹਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਸੀਗੀ, ਤਾਂ ਆਲਰੇਡੀ ਦੋਵਾਂ ਦੇ ਮਾਈਂਡ ਦੇ ਵਿੱਚ ਇੱਕ ਕਲੈਸ਼ ਤਾਂ ਸੀਗਾ, ਜਾਂ ਵਿਚਾਰਧਾਰਾ ਦਾ ਕਹਿ ਲਓ, ਜਾਂ ਫਿਰ ਆਪਣੇ ਆਪਣੇ ਜੋ ਤੁਸੀਂ ਸਰਕਮਸਟਾਂਸਿਸ ਦੇ ਵਿੱਚ ਰਹੇ ਉਹ। ਅਤੇ ਕਿਤੇ ਤੁਹਾਨੂੰ ਲੱਗਿਆ ਨਹੀਂ ਗਾ ਕਿ ਤੁਹਾਡਾ ਉੱਥੇ ਜਾਣਾ ਨੁਕਸਾਨਦੇਹ ਵੀ ਹੋ ਸਕਦਾ ਆ, ਕਿਉਂਕਿ ਉਹਨਾਂ ਕੋਲ ਫੋਰਸ ਆ? ਨਹੀਂ, ਮੈਨੂੰ ਨਹੀਂ ਸੀ ਪਤਾ ਵੀ ਹੈਗਾ, ਪਰ ਜੇ ਹੁੰਦਾ ਵੀ ਮੈਨੂੰ ਪਤਾ ਤਾਂ ਵੀ ਮੈਂ ਇੱਦਾਂ ਦੀ ਘਬਰਾਉਣ ਵਾਲੀ ਤਾਂ ਗੱਲ ਹੀ ਨਹੀਂ। ਦੈਟ ਨੈਵਰ ਕੇਮ ਟੂ ਮਾਈ ਮਾਈਂਡ। ਤਾਂ ਉਸ ਤੋਂ ਬਾਅਦ 2010 ਤੋਂ ਬਾਅਦ ਵੀ ਤੁਸੀਂ ਆਪਣੀ ਬੇਟੀ ਗਨੀਵ ਅਤੇ ਤੁਸੀਂ ਆਪਣੀ ਪਤਨੀ ਦੇ ਨਾਲ ਉਸ ਤੋਂ ਬਾਅਦ ਅਵੰਤਿਕਾ ਹੋਰਾਂ ਦੇ ਘਰ ਜਾ ਕੇ ਮਿਲੇ? ਸਰਸੇ ਗਏ ਜੀ। ਤੁਹਾਡੀ, ਕਿਉਂਕਿ ਜਦੋਂ ਅਵੰਤਿਕਾ ਉਹਨਾਂ ਦੇ ਫਾਦਰ ਉਹਨਾਂ ਦੀ ਡੈਥ ਹੋਈ ਹੈ ਤਾਂ ਉਹ 6 ਸਾਲ ਦੀ ਸੀ, ਮੈਨੂੰ ਲੱਗਦਾ ਤੁਹਾਡੀ ਬੇਟੀ 8 ਜਾਂ 9 ਸਾਲ ਦੀ ਹੋਣੀ? 10 ਸਾਲ ਦੇ ਨੇਗੇ। ਤਾਂ ਤੁਸੀਂ ਅਵੰਤਿਕਾ ਉਹਨਾਂ ਨੂੰ ਕੀ ਕਹਿ ਕੇ ਮਿਲਾਇਆ? ਜਾਂ ਫਿਰ ਅਸੀਂ ਪਿਕਚਰ ਵੀ ਦੇਖ ਰਹੀ ਸੀ ਤੁਹਾਡੇ ਘਰ ਆਮਿਰ ਖਾਨ ਦੇ ਜੋ ਪ੍ਰੋਡਕਸ਼ਨ ਰਹੀ ਹੋਣੀ ਆ, ਤਾਂ ਉਦੋਂ ਵੀ ਉਹ ਰਹੇ ਹੋਣੇ ਨੇ ਨਾਲ ਤੁਹਾਡੀ? ਨਹੀਂ, ਉਹਦੇ ਨਾਲ ਪਹਿਲੇ ਫੋਨ 'ਤੇ ਗੱਲ ਹੋਈ ਸੀ, ਉਹਨੂੰ ਪਤਾ ਸੀ ਵੀ ਅਸੀਂ ਆ ਰਹੇ ਹਾਂ। ਤੁਹਾਡੀ ਬੇਟੀ ਨੂੰ, ਗਨੀਵ ਨੂੰ, ਕੀ ਉਹਨਾਂ ਨੂੰ ਤੁਹਾਡੀ ਕਹਾਣੀ ਬਾਰੇ, ਤੁਹਾਡੀ ਜਰਨੀ ਬਾਰੇ ਪਤਾ ਹੈ? ਨਹੀਂ, ਉਹਨੂੰ ਐਂ ਤਾਂ ਪਤਾ ਵੀ ਪਾਪਾ ਨੇ ਕੁਛ ਕੀਤਾ, ਉਹਨੂੰ ਇਹ ਨਹੀਂ ਹਜੇ ਐਡੀ ਸਮਝ ਨਹੀਂ ਹੈ ਕਿ ਉਹ ਸਮਝ ਸਕੇ, ਹਾਂ ਦੱਸ ਦਿੱਤਾ ਜਾਊਗਾ। ਮੇਰੀ ਵਾਈਫ ਨੂੰ ਈਵਨ ਮੈਰਿਜ ਤੋਂ ਪਹਿਲੇ ਸਾਡੀ ਆਪਸ 'ਚ ਗੱਲ ਹੋਈ ਆ, ਸਾਡੀ ਆਪਸ 'ਚ ਪਹਿਲੇ ਮਿਊਚੁਅਲ ਅੰਡਰਸਟੈਂਡਿੰਗ ਹੋਈ, ਫਿਰ ਅਸੀਂ ਘਰੇ ਦੱਸਿਆ। ਅਤੇ ਮੇਰੇ ਤੋਂ ਸ਼ੀ ਇਜ਼ 14 ਈਅਰਸ ਯੰਗਰ, ਸਾਨੂੰ ਮਿਲਾਉਣੇ ਦੀ, ਅਤੇ ਉਹਨੂੰ ਪਹਿਲੇ ਸਾਰਾ ਮੇਰਾ ਪਤਾ ਸੀ, ਕੁਛ ਵੀ ਲੁਕੋਇਆ ਨਹੀਂ ਸੀਗਾ। ਉਸ ਤੋਂ ਬਾਅਦ ਉਹਦੇ ਪੇਰੈਂਟਸ ਕੋ ਮੇਰੀ ਵੀ ਉਦੋਂ ਕੋਈ ਮੈਰਿਜ ਦਾ ਬਹੁਤਾ ਨਹੀਂ ਸੀਗਾ ਮੇਰੇ ਨਾਲ, ਹੋਰ ਮੇਰੇ ਅੱਗੇ ਸੀਗੇ ਸਵਾਲ, ਪਰ ਮਿਲ ਕੇ ਸਾਡੀ ਆਪਸ 'ਚ ਰਜਾਮੰਦੀ ਹੋਈ ਹੈ। ਮਿਲੇ ਨਹੀਂ ਸੀ, ਸਾਡੀ ਫੋਨ 'ਤੇ ਗੱਲ ਹੋਈ ਸੀ, ਅਤੇ ਦੈਨ ਵੀ ਗੋਟ ਮੈਰਿਡ। ਤੁਸੀਂ ਕਿਹੜੇ ਸਾਲ ਦੇ ਵਿੱਚ? 2004 'ਚ, ਉਸੇ ਸਾਲ ਹੀ ਜਿਸ ਸਾਲ ਮੇਰੀ ਅੰਟਰਮ ਬੇਲ ਹੋਈ, ਥੋੜ੍ਹੇ ਮਹੀਨਿਆਂ ਬਾਅਦ ਹੀ ਹੋਈ। ਤੁਹਾਡੇ ਬਹੁਤ ਸਾਰੇ ਆਰਟੀਕਲਸ ਮੈਂ ਪੜ੍ਹੇ naujwani.com ਦੇ ਉੱਪਰ। ਇੱਕ ਆਰਟੀਕਲ ਤੁਹਾਡਾ ਇਹ ਵੀ ਹੈ ਕਿ ਨਵੰਬਰ ਦੇ ਵਿੱਚ ਅਕਾਲੀ ਦਲ ਆਪਣੇ 100 ਸਾਲ ਪੂਰੇ ਕਰੇਗਾ। ਹਾਂਜੀ।
2015 ਦੇ ਵਿੱਚ ਜਦੋਂ ਸੁਖਬੀਰ ਬਾਦਲ ਅਵਤਾਰ ਸਿੰਘ ਮੱਕੜ ਹੋਰਾਂ ਦੇ ਬੇਟੇ ਦੀ ਦੂਜੀ ਬਰਸੀ ਦੇ ਉੱਪਰ ਲੁਧਿਆਣੇ ਆਉਂਦੇ ਨੇ ਤਾਂ ਉਹ ਤੁਹਾਡੇ ਨਾਲ ਅਤੇ ਤੁਹਾਡੇ ਫਾਦਰ ਡਾਕਟਰ ਖੇਮ ਸਿੰਘ ਗਿੱਲ ਹੋਰਾਂ ਦੇ ਨਾਲ ਬੰਦ ਕਮਰਾ ਇੱਕ 25 ਮਿੰਟ ਦੀ ਮੀਟਿੰਗ ਕਰਦੇ ਨੇ। ਤਾਂ ਉਹ ਮੀਟਿੰਗ ਕਿਸ ਬਾਬਤ ਸੀਗੀ? ਜਾਂ ਨਹੀਂ, ਪਾਪਾ ਜੀ ਨਹੀਂ ਸੀ ਜੀ, ਉਹ ਮੇਰੇ ਨਾਲ ਹਿੰਦੁਸਤਾਨ ਟਾਈਮਸ ਦੀ ਇੱਕ ਸਟੋਰੀ ਸੀ। ਨਹੀਂ, ਉਹ ਤੁਸੀਂ ਰੀਚੈਕ ਕਰੋਗੇ ਤਾਂ ਪਤਾ ਲੱਗ, ਮੇਰੇ ਨਾਲ ਇਕੱਲਿਆਂ ਮੀਟਿੰਗ ਸੀ। ਸੁਖਬੀਰ ਬਾਦਲ ਮੈਨੂੰ ਪਹਿਲੇ ਤਾਂ ਜਾਣਦਾ, ਕਿਉਂਕਿ ਵੱਡੇ ਬਾਦਲ ਸਾਹਿਬ ਪਾਪਾ ਜੀ ਨਾਲ ਉਹਨਾਂ ਦੀ ਕਾਫੀ ਨੇੜਤਾ ਰਹੀ ਹੈ। ਐਜ਼ ਏ ਫਾਰਮਰ ਉਹ ਪਾਪਾ ਜੀ ਕਿਉਂਕਿ ਸਾਇੰਟਿਸਟ ਸੀਗੇ, ਇਹਨਾਂ ਦਾ ਆਪਸ 'ਚ ਮੇਲ ਰਿਹਾ। ਸੋ ਇਹਨਾਂ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸੀ ਕਿ ਤੂੰ ਸਾਡੇ ਨਾਲ, ਪਰ ਮੈਂ ਪਾਰਟੀ ਜੁਆਇਨ ਨਹੀਂ ਕੀਤੀ। ਅੱਛਾ। ਉਹ ਮੈਨੂੰ ਮਿਲੇ ਨੇ ਜ਼ਰੂਰ, ਬੜੀ ਵਧੀਆ ਮੁਲਾਕਾਤ ਸੀ, ਪਰ ਇਸ ਤਰ੍ਹਾਂ ਦੀ ਕੋਈ ਮੈਂ ਅੱਜ ਵੀ ਕੋਈ ਅਕਾਲੀ ਦਲ ਦਾ ਮੈਂਬਰ ਨਹੀਂ। ਪਰ ਮੈਂ ਜਦੋਂ ਉਸ ਤੋਂ ਬਾਅਦ ਮੇਰੇ ਤੋਂ ਕੁਛ ਵੀ ਸਲਾਹ ਮੰਗਦੇ ਰਹੇ ਨੇ, ਮੈਂ ਦਿੰਦਾ ਰਿਹਾ। ਉਹ ਮੰਗਣੀ ਜਾਣੀ ਜਾਂ ਨਹੀਂ ਮੰਨੀ, ਕਈ ਵਾਰ ਮੰਨੀ ਜਾਂਦੀ, ਕਈ ਵਾਰ ਨਹੀਂ। 100 ਸਾਲ ਜਦੋਂ ਪੂਰੇ ਹੋਣਗੇ ਸ਼ਾਇਦ ਤੁਸੀਂ ਉਦੋਂ ਵੀ ਇੱਕ ਆਰਟੀਕਲ ਲਿਖੋ ਅਕਾਲੀ ਦਲ ਦੇ ਉੱਪਰ। ਹਾਂ, ਪੱਕਾ ਲਿਖੂੰਗਾ। ਤੁਹਾਨੂੰ ਲੱਗਦਾ ਕਿ ਜਿਸ ਮਕਸਦ ਦੇ ਨਾਲ ਅਕਾਲੀ ਦਲ ਬਣੀ ਸੀਗੀ ਤਾਂ ਅੱਜ ਵੀ ਅਕਾਲੀ ਦਲ ਉਹੀ ਹੈ? ਅਕਾਲੀ ਦਲ ਜਦ ਦਾ ਸ਼੍ਰੋਮਣੀ ਅਕਾਲੀ ਦਲ ਬਣਿਆ ਨਾ, ਜੋ ਮੈਂ ਪੜ੍ਹਿਆ ਹੁਣ ਤੱਕ ਜਾਂ ਕਿਤੇ ਵੀ ਹੈਗਾ, ਮੈਂ ਸ਼ਾਇਦ ਜ਼ਿਕਰ ਵੀ ਕੀਤਾ ਹੋਵੇ ਆਰਟੀਕਲਸ ਦੇ ਵਿੱਚ, ਇਹਨਾਂ ਦੇ ਆਦੇਸ਼ ਜਿਹੜੇ ਸੀਗੇ ਉਹਦੇ 'ਤੇ ਧਾਰਮਿਕ ਰੰਗਤ ਰਹੀ ਆ। ਪਹਿਲਾਂ ਇਹ ਗੁਰਦੁਆਰੇ ਆਜ਼ਾਦ ਕਰਾਉਣ ਦੇ ਨਾਲ ਲੱਗੇ ਗਏ, ਜਦ ਕਿ ਇਹਨਾਂ ਨੂੰ ਬਣਾਇਆ ਤਾਂ ਇੱਕ ਰਾਜਨੀਤਿਕ ਫਰੰਟ ਸੀਗਾ ਕਿ ਤੁਸੀਂ ਰਾਜਨੀਤਿਕ ਜਿਹੜੀਆਂ ਸੋਚ ਆ ਸਿੱਖਾਂ ਦਾ ਰਾਜਨੀਤਿਕ ਪੱਖ ਆ ਉਹ ਦੇਖੋਗੇ। 1947 ਤੱਕ ਅਕਾਲੀ ਦਲ ਜਿਹੜਾ ਸੀ, ਸ਼੍ਰੋਮਣੀ ਅਕਾਲੀ ਦਲ, ਇਹੀ ਨਹੀਂ ਤੈਅ ਕਰ ਸਕਿਆ ਕਿ ਕੀ ਅਸੀਂ ਆਪਣਾ ਕੋਈ ਇਸ ਤਰ੍ਹਾਂ ਦਾ ਰਾਜ ਬਣਾਉਣਾ ਕਿ ਨਹੀਂ। ਈਵਨ ਮੁਸਲਿਮ ਲੀਗ ਦਾ ਫਰੰਟ ਬਣ ਗਿਆ ਸੀ, ਲੱਗਣ ਲੱਗ ਗਿਆ ਸੀ ਕਿ ਹਿੰਦੂ ਬਹੁ ਗਿਣਤੀ ਵਿੱਚ ਜਿਹੜੇ ਵੀ ਸਿਆਣੇ ਸੀ ਬਈ ਇੱਥੇ ਘੱਟ ਗਿਣਤੀਆਂ ਨੂੰ ਟਰਬਲ ਹੋ ਸਕਦੀ ਹੈ। ਉਸ ਦੇ ਬਾਵਜੂਦ ਵੀ ਇਹ ਕੋਈ ਪਾਲਿਸੀ ਫਾਰਮੂਲੇਟ ਨਹੀਂ ਕਰ ਸਕੇ। ਹਾਂ, 47 ਤੋਂ ਬਾਅਦ ਮਾਸਟਰ ਤਾਰਾ ਸਿੰਘ ਹੁਣਾਂ ਨੇ ਬਹੁਤ ਰੌਲਾ ਪਾਇਆ ਵੀ ਸਾਡੇ ਨਾਲ ਧੋਖਾ ਹੋ ਗਿਆ, ਸਾਡੇ ਨਾਲ ਹੋ ਗਿਆ। ਉਸ ਤੋਂ ਬਾਅਦ ਵੀ ਜੋ ਸਟਰਗਲ ਕੀਤੇ ਪੰਜਾਬੀ ਸੂਬੇ ਲਈ ਕੀਤਾ ਜਾਂ ਕਿਵੇਂ, ਉਹ ਅਧੂਰੇ ਛੱਡਦੇ। ਦੇ ਲੈਫਟ ਇਟ ਅਲੋਨ। ਉਦੋਂ ਇਹਨਾਂ ਨੂੰ ਸਿਰਫ ਤੇ ਸਿਰਫ ਇੱਕ ਏਮ ਦਿਖਦਾ ਸੀ ਕਿ ਸਾਡਾ ਰਾਜਨੀਤਿਕ ਮਕਸਦ ਕੀ ਆ। ਜਦੋਂ ਲੋੜ ਸੀ ਰਾਜਨੀਤੀ ਦੀ 47 ਤੋਂ ਪਹਿਲੇ, ਉਦੋਂ ਇਹਨਾਂ ਨੇ ਉਸ ਚੀਜ਼ ਵੱਲ ਕੋਈ ਤਵੱਜੋ ਨਹੀਂ ਦਿੱਤੀ। ਧਰਮ ਦੇ ਰਹੇ ਆ ਹਮੇਸ਼ਾ, ਧਾਰਮਿਕ ਪੱਖ ਜੇ ਦੇਖਦੇ ਰਹੇ ਆ, ਉਸ ਚੀਜ਼ ਨੂੰ ਇਹ ਕਰ ਨਹੀਂ ਸਕੇ। ਜਦ ਕਿ ਜਿੰਨੀਆਂ ਸਿੱਖਾਂ ਦੀਆਂ ਕੁਰਬਾਨੀਆਂ ਵੀ ਨੇ, ਜਿਹੜੀਆਂ ਇਹ ਕਹਿੰਦੇ ਵੀ ਦੇਸ਼ ਆਜ਼ਾਦ ਲਈ, ਉਹ ਵੀ ਸਾਰੀਆਂ ਭਾਰਤ ਦੇ ਲਿਖੇ ਲੱਗ ਗਈਆਂ। ਜੇ ਉਹੀ ਜਿਹੜੀ ਪਰੰਪਰਾ ਸੀ ਜਾਂ ਜਿਹੜੀ ਸ਼ਹੀਦੀ ਸੀ, ਜੇ ਸਿੱਖ ਰਾਜ ਨਹੀਂ ਲੱਗਦੀ ਤਾਂ ਪਿਕਚਰ ਜ਼ਰੂਰ ਡਿਫਰੈਂਟ ਹੋਣੀ ਸੀ। ਕਹਿੰਦੇ 90% ਕੁਰਬਾਨੀਆਂ ਹੋ ਗਈਆਂ, ਮਤਲਬ ਕਿ ਸ਼ਹੀਦੀਆਂ ਹੋਈਆਂ, ਫਾਂਸੀ ਚੜ੍ਹ ਗਏ, ਉਹ ਸਾਰੀਆਂ ਭਾਰਤ ਦੀ ਇੰਡੀਪੈਂਡੈਂਸ ਦੇ ਲੇਖੇ ਚੜ੍ਹ ਗਈਆਂ। ਪੰਜਾਬੀ ਸੂਬਾ ਬਣਿਆ ਤਾਂ ਅਧੂਰਾ ਰਹਿ ਗਿਆ। ਉਸ ਤੋਂ ਬਾਅਦ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਕਿਸੇ ਤਰ੍ਹਾਂ ਵੀ ਰਾਜਨੀਤਿਕ ਆਪਣੀ ਗੱਦੀ ਲੈਣੀ ਹੈ। ਇਹੀ ਦੌਰ ਇਹਨਾਂ ਦਾ ਜਦੋਂ ਐਮਰਜੈਂਸੀ ਵੇਲੇ ਸੀ ਵੀ ਕਾਂਗਰਸ ਨਾਲ ਨਹੀਂ ਆ, ਇੱਕ ਡਿਫਰੈਂਟ ਪੱਖ ਸੀਗਾ, ਇਹਨਾਂ ਨੇ ਉਸ 'ਚ ਯੋਗਦਾਨ ਦਿੱਤਾ ਵੀ ਅਲਟੀਮੇਟਲੀ ਇਹਦੇ 'ਚੋਂ ਸਾਡੀ ਰਾਜਨੀਤੀ ਆ ਜੂਗੀ। ਜਦ ਕਿ ਇਹਨਾਂ 'ਤੇ ਕੋਈ ਐਮਰਜੈਂਸੀ ਲਾਗੂ ਨਹੀਂ ਸੀ ਹੋਈ, ਇਹਨਾਂ ਨੇ ਪੰਗਾ ਲਿਆ। ਹੁਣ ਉਦੋਂ ਵੱਡੀ ਐਮਰਜੈਂਸੀ ਲਾਗੂ ਆ ਦੇਸ਼ 'ਚ, ਹੁਣ ਨਹੀਂ ਬੋਲਣਗੇ। ਜੇ ਕਿਸਾਨ ਮੁੱਦਿਆਂ 'ਤੇ ਵੀ ਬੋਲੇ ਆ ਤਾਂ ਮਜਬੂਰ ਹੋ ਕੇ ਬੋਲੇ ਆ। ਇਹਨਾਂ ਦੀ ਆਪਣੀ ਕੋਈ ਫਾਰਮੂਲੇਸ਼ਨਸ ਨਹੀਂ ਆ। ਇਹ ਮਤਲਬ ਕਿ ਦੇ ਰਨ ਏ ਪੋਲੀਟਿਕਸ ਆਫ ਕਨਵਲਸ਼ਨਸ, ਕਿ ਜ਼ੋਰ ਪੈ ਗਿਆ ਤਾਂ ਰੰਗ ਬਦਲ ਲਓ, ਨਹੀਂ ਫਿਰ ਵਾਪਸ।
ਕਨਵਲਸ਼ਨ ਜਿਵੇਂ ਆਪਾਂ ਨੂੰ ਪੈਰਾਲਾਈਟ ਉਹ ਹੋ ਜਾਂਦਾ ਪਿਆ, ਉਹ ਐਪੀਲੈਪਸੀ ਹੁੰਦੀ ਆ ਵੀ ਪੈ ਗਿਆ ਦੌਰਾ ਠੀਕ ਹੋ ਗਏ। ਇਹ ਕਨਵਲਸ਼ਨਸ ਦੀ ਪੋਲਿਟਿਕਸ ਰਨ ਕਰਦੇ ਨੇ। ਧਰਮ ਯੁੱਧ ਮੋਰਚਾ ਲੱਗਿਆ ਉਸ ਤੋਂ ਪਹਿਲੇ ਇਹਨਾਂ ਦੀ ਸਰਕਾਰ ਸੀ, ਇਹਨਾਂ ਨੂੰ ਕੋਈ ਯਾਦ ਚੇਤੇ ਨਹੀਂ ਆਇਆ ਵੀ ਅਸੀਂ ਪਾਣੀਆਂ ਦਾ ਮੁੱਦਾ ਜਿਹੜਾ ਹੈਗਾ ਸੇਫਗਾਰਡ ਕਰਨਾ। ਜਦੋਂ ਸਰਕਾਰ ਚਲੀ ਗਈ ਸੇਫਗਾਰਡ ਕਰਨ ਲੱਗ ਗਏ, ਧਰਮ ਯੁੱਧ ਮੋਰਚਾ ਲੱਗ ਗਿਆ, ਉਹਦੀ ਕਿੱਡੀ ਵੱਡੀ ਫਾਲ ਆਊਟ ਹੋਈ ਆ ਜੀ। ਨਹੀਂ, ਮੁੱਦਾ ਤਾਂ ਹੱਲ ਨਹੀਂ ਹੋਇਆ, ਸਗੋਂ ਇਹਨਾਂ ਨੇ ਲਾਂਗੋਵਾਲ ਰਜੀਵ ਅਕੋਰਡ ਕਰ ਲਿਆ, ਜਿਹਨੇ ਸਿੱਖਾਂ ਦੀਆਂ ਸਭ ਕੁਛ ਹੀ ਅਧੂਰਾ ਛੱਡਦਾ। ਪਹਿਲੀ ਵਾਰੀ ਇਹ ਗੱਲ ਹੋਈ ਸੀ, ਉਹ ਵੀ ਇਹ ਪੂਰੀ ਨਹੀਂ ਕਰ ਸਕੇ, ਨਾ ਉਹ ਲਾਗੂ ਹੋਇਆ। ਮਤਲਬ ਕਿ ਲਾਂਗੋਵਾਲ ਨੂੰ ਵੀ ਲਿਆਂਦਾ ਉਹਦੀ ਧਾਰਮਿਕ ਸ਼ਖਸੀਅਤ ਕਰਕੇ, ਪਹਿਲੇ ਸੰਤ ਫਤਿਹ ਸਿੰਘ ਲਿਆਂਦਾ ਜਾਂ ਕਰਕੇ, ਇਹ ਨਹੀਂ ਕਿ ਕੋਈ ਪੋਲੀਟੀਕਲ ਸ਼ਖਸ ਨੂੰ ਲਿਆਉਣ ਜਿਹਦੀ ਰਾਜਨੀਤਿਕ ਸੋਚ ਹੋਵੇ। ਉਹਦੀ ਫਾਲ ਆਊਟ ਹੋਈ 84 ਦੀ। ਉਹ ਇਹਨਾਂ ਨੇ ਜਦ ਤੱਕ ਤਾਂ ਚੱਲਦਾ ਰਿਹਾ ਸੰਘਰਸ਼, ਚੁੱਪ ਰਹੇ ਨੇ। ਜਦੋਂ ਹਟ ਗਿਆ ਇਹਨਾਂ ਨੇ ਉਸ ਚੀਜ਼ ਦੀ ਮਾਇਲ, ਅੱਜ ਵੀ ਜੇ ਕੋਈ ਸਪੀਚ ਦਿੰਦੇ ਆ ਤਾਂ 84 ਕੋਟ ਕਰਦੇ ਆ। ਹਾਂਜੀ। ਅਦਰ ਦੈਨ ਦੈਟ ਇਹਨਾਂ ਕੋਲੇ ਕੁਛ ਨਹੀਂ। ਇਹ ਨਹੀਂ ਦੱਸਦੇ ਵੀ ਕੋਈ ਅਕਾਲੀ ਜਾਂ ਕਿਸੇ ਨੇ ਉਸ 'ਚ ਕੱਟਿਆ। ਹੁਣ ਦੇਖੋ ਕਿਸਾਨਾਂ ਦਾ ਮੁੱਦਾ ਆਇਆ ਤਾਂ ਕਹਿ ਰਹੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕਿਸਾਨਾਂ ਲਈ ਸਜ਼ਾ ਕੱਟੀ। ਮਤਲਬ ਕਿ ਇੰਨੀਆਂ ਵੀ ਕਨਵਲਸ਼ਨਸ ਰੰਗ ਬਦਲਣ ਲਈ ਕਿਉਂ ਟਰਾਈ ਕੀਤੀ? ਮਤਲਬ ਕਿ ਦੇ ਆਰ ਇਟਸੈਲਫ ਦੇ ਆਰ ਮਤਲਬ ਕਿ ਹੈਗੇ ਨੇ ਸੋ ਇਨਮੈਸ਼ਡ ਇਸ ਚੀਜ਼ 'ਚ ਗਵਾਚੇ ਹੋਏ ਆ ਕਿ ਇਹਨਾਂ ਨੂੰ ਅਗਲੇ ਸਟੈਪ ਦਾ ਨਹੀਂ ਪਤਾ। ਲੀਡਰਸ਼ਿਪ ਜਿਹੜੀ ਹੈਗੀ ਆ, ਦੇ ਆਰ ਬਰੈਫਟ ਆਫ ਥਾਟਸ। ਵੈਸੇ ਵੀ ਇੰਡੀਆ ਦੀ ਜਿਹੜੀ ਤੁਸੀਂ ਇਨ ਜਨਰਲ ਗੱਲ ਕਰੋ, 19ਵੀਂ ਸਦੀ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਅੱਜ 21ਵੀਂ ਸਦੀ ਚੱਲ ਰਹੇ ਆ। ਨਾ ਉਸ ਤਰ੍ਹਾਂ ਦੀ ਕੋਈ ਵਿਚਾਰ ਚਰਚਾ ਨਵੀਂ ਆਈ ਆ, ਨਾ ਕੁਛ ਚਿੰਤਨ ਹੋਇਆ ਕਿ ਕੀ ਸੋਚਿਆ ਜਾਵੇ। ਉਹੀ ਚੀਜ਼ ਇਹਨਾਂ ਦੀ ਅਸਰ ਤਾਂ ਹੋਣਾ ਹੀ ਆ। ਬਿਲਕੁਲ। ਮੇਰਾ ਅਗਲਾ ਸਵਾਲ ਇਹੀ ਹੋਣ ਵਾਲਾ ਸੀਗਾ ਕਿ 84 ਦੇ 3.5 ਦਹਾਕਿਆਂ ਬਾਅਦ ਵੀ ਜਦੋਂ ਕਿਤੇ ਹੁਣ ਵੀ ਵੋਟਾਂ ਹੁੰਦੀਆਂ ਨੇਗੀਆਂ ਤਾਂ ਸਾਡੇ ਸਾਹਮਣੇ 84 ਲਿਆ ਕੇ ਖੜੀ ਕਰ ਦਿੱਤੀ ਜਾਂਦੀ ਆ ਅਤੇ ਕਾਂਗਰਸ ਪਾਰਟੀ ਨੂੰ ਇਸੇ ਗੱਲ 'ਤੇ ਡਿਫੇਮ ਹੋਣਾ ਪੈਂਦਾ ਆ, ਡਿਫੈਂਸਿਵ ਹੋਣਾ ਪੈਂਦਾ। ਹਾਂਜੀ, ਸੌਰੀ, ਡਿਫੈਂਸਿਵ ਹੋਣਾ ਪੈਂਦਾ ਆ। ਤੁਸੀਂ ਅੱਜ ਵੀ ਤੁਹਾਡੀ ਸੋਚ ਇੱਕ ਪਾਰਟੀ ਦੇ ਲਈ ਗਲਤ ਸੀਗੀ ਜਾਂ ਫਿਰ ਤੁਹਾਡਾ ਜਿਹੜਾ ਗੁੱਸਾ ਵਾ ਉਹ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਸੀਗਾ, ਕਿਸੇ ਪਾਰਟੀ ਦੇ ਲਈ ਨਹੀਂ ਸੀਗਾ? ਕਾਂਗਰਸ ਪਾਰਟੀ, ਜਿਵੇਂ ਸਾਡੇ ਪਿੰਡਾਂ ਦੇ ਵਿੱਚ ਅਕਸਰ ਹੁੰਦਾ ਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਇਸ ਕਰਕੇ ਪਸੰਦ ਨਹੀਂ ਕਰਦੇ ਕਿ ਉਹਨਾਂ ਨੇ ਸਾਡੇ ਨਾਲ ਮਾੜਾ ਕੀਤਾ। ਹੋ ਸਕਦਾ ਉਹਨਾਂ ਦੇ ਵਿਧਾਇਕ ਅਕਾਲੀ ਦਲ ਦੇ ਨਾਲੋਂ ਚੰਗੇ ਹੋਣ, ਪਰ ਤੁਹਾਡੀ ਵਿਚਾਰਧਾਰਾ ਕੀ ਆ? ਤੁਸੀਂ, ਤੁਹਾਡਾ ਗੁੱਸਾ ਪਾਰਟੀ ਦੇ ਖਿਲਾਫ ਹੈ ਅੱਜ ਵੀ ਜਾਂ ਫਿਰ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੈ? ਜਦੋਂ ਵੀ 84 ਕਾਰਨੇਜ ਦੀ ਗੱਲ ਹੁੰਦੀ ਹੈ ਨਾ, ਅਦਰ ਦੈਨ ਦਰਬਾਰ ਸਾਹਿਬ ਅਟੈਕ, ਤਾਂ ਮੇਰੀ ਸ਼ੁਰੂ ਤੋਂ ਹੀ ਮੈਂ ਹੈਵ ਰਿਟਨ ਆਰਟੀਕਲਸ ਇਨ ਓਪਨ ਮੈਗਜ਼ੀਨ ਟੂ ਕਿ ਇੰਡੀਵਿਜੂਅਲ ਆਪਾਂ ਲੱਭ ਕੇ ਉਹਨਾਂ ਨੂੰ ਸਜ਼ਾ ਦਿਵਾਉਣ 'ਚ ਇਜ਼ ਨਾਟ ਏ ਸਲਿਊਸ਼ਨ। ਇੰਡੀਆ 'ਚ ਦੰਗੇ ਬਹੁਤ ਹੋਏ ਨੇ, ਖਾਸ ਕਰਕੇ ਜਵਾਹਰ ਲਾਲ ਨਹਿਰੂ ਦੀ ਸ਼ਖਸੀਅਤ ਹੋਆ, ਪਰ ਕਦੀ ਕੋਈ ਗਿਲਟੀ ਨਹੀਂ ਹੋਇਆ। ਇੰਡੀਵਿਜੂਅਲਸ ਜ਼ਰੂਰ ਕੁਛ ਨਾ ਕੁਛ ਟੰਗੇ ਗਏ ਆ, ਜਿਵੇਂ ਗੁਜਰਾਤ 'ਚ ਟੰਗੇ ਗਏ ਆ, ਦਿੱਲੀ ਟੰਗੇ ਗਏ, ਪਰ ਮੇਰੀ ਸੋਚ ਸੀਗੀ, ਮੈਂ ਈਵਨ ਸੁਖਬੀਰ ਬਾਦਲ ਉਹਨਾਂ ਨੂੰ ਵੀ ਕਿਹਾ ਕਿ ਆਪਾਂ ਨੂੰ ਵੀ ਸ਼ੁੱਡ ਗੋ ਅਬਾਊਟ ਆਫਟਰ ਦਾ ਪੇਰੈਂਟ ਪਾਰਟੀ, ਜਿੱਥੋਂ ਇਹ ਸੋਚ ਵਿਚਾਰ ਚੱਲੀ ਜੀ, ਪਰ ਨਹੀਂ ਉਸ ਚੀਜ਼ ਨੂੰ ਕੋਈ ਵੀ ਮੰਨਿਆ। ਉਹ ਇਲੈਕਸ਼ਨਾਂ 'ਚ ਕਹਿੰਦੇ ਜ਼ਰੂਰ ਆ ਵੀ ਕਾਂਗਰਸ ਨੇ ਕਰਤਾ, ਪਰ ਐਸ ਸੱਚ ਵੀ ਕਾਂਗਰਸ ਨੂੰ ਆਪਾਂ ਕਟਹਿਰੇ 'ਚ ਨਹੀਂ ਲਿਆ ਸਕੇ। ਜੇ ਇਹ ਗੱਲ ਹੁੰਦੀ ਇਲੈਕਸ਼ਨ ਕਮਿਸ਼ਨ ਬਾਹਰ ਕਰਦਾ ਇਲੈਕਸ਼ਨ ਲੜਨ ਤੋਂ ਜਾਂ ਕੁਛ ਕਰਦਾ, ਤਾਂ ਪਾਰਟੀ ਨੂੰ ਇਰਰਿਪੇਅਰੇਬਲ ਡੈਮੇਜ ਹੋਣਾ ਸੀ। ਅਗਲੀ ਵਾਰੀ ਕਿਸੇ ਵੀ ਪਾਰਟੀ ਨੇ ਕਰਨ ਤੋਂ ਪਹਿਲੇ ਸੋਚਣਾ ਸੀ। ਇਹ ਮੈਂ ਤਾਂ ਆਪਣੇ ਵੱਲੋਂ, ਮੇਰਾ ਇਹੀ ਸੋਲੂਸ਼ਨ ਆ ਵੀ ਇੰਡੀਆ 'ਚ ਤਾਂ ਹੀ ਫਸਾਦ ਮੁੱਕ ਸਕਦੇ ਆ। ਜਿੱਥੋਂ ਤੱਕ ਕਾਂਗਰਸ ਨੂੰ ਮੈਂ ਕਹਿਣਾ ਹੈਗਾ, ਮਤਲਬ ਕਿ ਇੰਡੀਵਿਜੂਅਲ ਬੇਸਿਕਲੀ ਤਾਂ ਸਿੰਗਲ ਆਊਟ ਹੁੰਦੇ ਨੇ। ਸਿਧਾਰਥ ਸ਼ੰਕਰ ਰੇ ਹੋਇਆ, ਗਵਰਨਰ ਪੰਜਾਬ ਦਾ ਵੀ ਰਿਹਾ ਡਿਊਰਿੰਗ ਜਦੋਂ ਸਿੱਖ ਸਟਰਗਲ ਸੀਗਾ। ਉਹ ਬੰਗਾਲ ਦਾ ਚੀਫ ਮਿਨਿਸਟਰ ਸੀਗਾ 71 'ਚ,
70-71 'ਚ ਕਾਂਗਰਸ ਦਾ ਚੀਫ ਮਿਨਿਸਟਰ ਸੀ। ਉਦੋਂ ਹੀ ਇੱਕ ਵਾਰ ਇਹਨਾਂ ਦੀ ਸਰਕਾਰ ਰਹੀ ਹੈ। ਉਦੋਂ ਨੈਕਸਲ ਜਿਹੜੇ ਬਾੜੀ ਨਹਿਰ ਨਾਲ ਸੰਬੰਧਿਤ ਸੀ ਬੰਦੇ, ਉਦੋਂ ਉਹਨਾਂ ਦੇ ਪੁਲਿਸ ਇਨਕਾਊਂਟਰਸ ਹੋਇਆ, ਕਾਫੀ ਟਾਰਚਰ ਹੋਇਆ ਲੋਕਾਂ ਨਾਲ। ਉਸ ਤੋਂ ਬਾਅਦ ਜਿਹੜੀ ਵੀ ਇਲੈਕਸ਼ਨ ਲੜਿਆ, ਚਾਹੇ ਮੈਂਬਰ ਪਾਰਲੀਮੈਂਟ ਲੜਿਆ ਚਾਹੇ MLA ਲੜਿਆ, ਇਹਨੂੰ ਜਿੱਤਣ ਨਹੀਂ ਦਿੱਤੀ। ਲੋਕਾਂ ਨੇ ਇੰਨੀ ਅਣਖ ਰੱਖੀ, ਮਤਲਬ ਭੁੱਲੇ ਨਹੀਂ। ਪਰ ਹੀ ਵਾਜ਼ ਕਲੋਜ਼ ਟੂ ਕਾਂਗਰਸ। ਇੰਦਰਾ ਗਾਂਧੀ ਪਰਿਵਾਰ ਇਹਨੂੰ ਪੰਜਾਬ ਲਿਆਂਦਾ। ਇੱਥੇ ਆਪਣੇ ਇਹ ਹੈਗਾ ਕਿ ਆਪਾਂ ਕਾਂਗਰਸ ਨੂੰ ਬਾਰੇ ਵਿਚਾਰ ਤਾਂ ਕਰਦੇ ਹਾਂ, ਪਰ ਕਾਂਗਰਸ ਇਜ਼ ਇਨ ਪਾਵਰ ਨਾਟ ਵਨ ਟਾਈਮ, ਸੈਕੰਡ ਟਾਈਮ ਇਨ ਅ ਰੋ ਆਫਟਰ ਦਾ, ਜਦੋਂ ਸਿੱਖ ਸਟਰਗਲ ਖਤਮ ਹੋਇਆ। ਨਹੀਂ, ਪਹਿਲੀ ਬੇਅੰਤ ਸਿੰਘ ਵਾਲੀ ਆਪਾਂ ਸਰਕਾਰ ਮੰਨਦੇ ਨਹੀਂ, ਕਿਉਂਕਿ ਉਹਦੇ ਕੋਲ ਕੋਈ ਮੈਂਡੇਟ ਹੀ ਨਹੀਂ ਸੀ। ਉਹਨੇ ਰਾਹ ਪੱਧਰਾ ਕੀਤਾ। ਚਲੋ ਬਾਕੀ ਵੀ ਸਭ ਕੁਝ ਭੁੱਲ ਜਾਓ। 84 ਦਾ ਬੇਅੰਤ ਸਿੰਘ ਦਾ ਐਰਾ ਦੇਖ ਕੇ ਹੀ ਆਈ ਥਿੰਕ ਕਿ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਾਂਗਰਸ ਕੀ ਕਰ ਸਕਦੀ। ਹੁਣ ਵੀ ਜਿਹੜਾ ਕਿਸਾਨ ਸਟਰਗਲ ਆ, ਠੀਕ ਆ, ਇਹਦੇ 'ਚ 31 ਜਥੇਬੰਦੀਆਂ ਨੇ ਜਿਹੜੀਆਂ ਸਟਰਗਲ ਕਰ ਰਹੀਆਂ, ਬਹੁਤੀਆਂ ਲੈਫਟਿਸਟ ਨੇ। ਸਮ ਹਾਓ ਕਿਸੇ ਤਰ੍ਹਾਂ ਕਾਂਗਰਸ ਗਵਰਨਮੈਂਟ ਦੀ ਸਪੋਰਟ ਆ ਤੋਂ ਮੋਮੈਂਟਮ ਬਿਲਡਅਪ ਕਰਨ ਲਈ। ਇਸ ਚੀਜ਼ 'ਤੇ ਇਹ ਨਹੀਂ ਵਿਚਾਰ ਹੋ ਰਿਹਾ ਕਿ ਇਹਦਾ ਸਲਿਊਸ਼ਨ ਕੀ ਆ। ਕਿੰਨਾ ਚਿਰ ਐਜੀਟੇਸ਼ਨ ਕਰਨਗੇ? ਹੁਣ ਝੋਨਾ ਵੱਢਣ ਆਉਣ ਲੱਗ ਜਾਣਾ। ਹਾਊ ਲੌਂਗ ਵਿਲ ਦੇ ਡੂ ਇਟ? ਇੰਨੀ ਐਨਰਜੀ ਲਾ ਰਹੇ ਆ ਕਿ ਰੇਲ ਰੋਕ ਕੇ ਜੋ ਹਰਿਆਣੇ 'ਚ ਹੋਇਆ ਸੀ, ਜਾਟਾਂ ਨੇ ਕੀਤਾ ਸੀ, ਕੁੜੀਆਂ ਰੇਪ ਹੋਈਆਂ, ਸਭ ਕੁਛ ਆ। ਮੈਂ ਉਸ ਚੀਜ਼ 'ਚ ਫਸਿਆ। ਮੈਂ ਬੜੀ ਮੁਸ਼ਕਿਲ ਨਾਲ ਆਪਣੀ ਗੱਡੀ ਭਜਾਈ ਆ। ਮੇਰੇ ਨਾਲ ਮੇਰੀ ਵਾਈਫ ਸੀ, ਮੇਰੀ ਬੇਟੀ ਸੀ। ਰਾਤ ਨੂੰ 12 ਵਜੇ ਮੈਂ ਗੱਡੀ ਭਜਾਈ ਆ ਟੂ ਅਸਕੇਪ ਮਾਈ ਸੈਲਫ। ਪਾਣੀਪਤ ਦੇ ਕੋਲੋਂ ਮੈਂ ਭੱਜਿਆ। ਕੁਛ ਨਹੀਂ ਹੋਇਆ, ਜਾਟਾਂ ਨੂੰ ਕੁਛ ਨਹੀਂ ਹੋਇਆ। ਆਪਾਂ ਬਹੁਤ ਡਰਾਉਣੀਆਂ, ਟ੍ਰਿਬਿਊਨ ਨੇ ਸਟੋਰੀਜ਼ ਲਾਈਆਂ ਸੀ ਵੀ ਇੰਨਾ ਕੁਛ ਹੋਇਆ। ਨਹੀਂ, ਹੁਣ ਆਪਾਂ ਰੇਲਾਂ ਰੋਕ ਦਾਂਗੇ, ਸੜਕਾਂ ਰੋਕ ਦਾਂਗੇ। ਵਾਈ ਪਨਿਸ਼ ਦ ਇੰਡੀਵਿਜੂਅਲਸ? ਵਟ ਫਾਲਟ ਦੇ ਹੈ? ਉਹਨਾਂ ਦੀ ਕੀ ਕਸੂਰ ਆ? ਕੋਈ ਯੋਜਨਾਬੰਦ ਤਾਂ ਹੋਵੇ। ਪਹਿਲੇ 31 ਤਾਂ ਇਕੱਠੇ ਹੋਣ, ਉਹਨਾਂ ਦੀ ਇੱਕ ਸੋਚ ਬਣੇ। ਆਪਣੀਆਂ ਪੁਰਾਣੀਆਂ ਸੋਚਾਂ ਛੱਡੋ ਵੀ ਅਸੀਂ ਲੈਫਟ ਗਰੁੱਪ ਨੂੰ ਬਿਲੋਂਗ ਕਰਦੇ ਹਾਂ, ਕਮਿਊਨਿਸਟਾਂ। ਹਾਂ, ਕਿਸਾਨ ਪੱਖੀ ਬਣੋ। ਕਿਸਾਨ ਸਿੱਖ ਨੇ, ਕਦੀ ਉਦੋਂ ਤਾਂ ਕੋਈ ਸਿੱਖਾਂ ਬਾਰੇ ਬੋਲਿਆ ਨਹੀਂ। ਜਾਂ ਪਾਵਰ ਆ ਜਾਂ ਕਿਵੇਂ ਆ, ਕਦੀ ਕਿਸੇ ਦੇ ਘਰ ਅੱਗੇ ਧਰਨਾ ਲਾਈ ਬੈਠੇ ਆ ਜਾਂ ਕੁਛ ਕਰ ਰਹੇ ਆ। ਠੀਕ ਹੈ, ਇਹਨਾਂ ਨੇ ਮਜਬੂਰ ਕਰਤਾ ਹਰਸਿਮਰਤ ਕੌਰ ਬਾਦਲ ਨੂੰ ਰਿਜ਼ਾਈਨ ਕਰਨ ਲਈ, ਪਰ ਕੀ ਇਹ ਸਲਿਊਸ਼ਨ ਆ? ਇੱਦਾਂ ਦੀ ਜਿਹੜੀ ਮਡੀਵੀਅਲ ਸੋਚ ਹੈ, ਇਹ ਆਪਾਂ ਨੂੰ ਛੱਡ ਕੇ ਤਾਂ ਹੀ ਸਿੱਖਾਂ ਬਾਰੇ। ਹੁਣ ਸਿੱਖ ਜਥੇਬੰਦੀਆਂ ਨੇ ਜਿੰਨੀਆਂ ਪੰਥਕ ਨੇ, ਸਿਮਰਜੀਤ ਮਾਨ ਆ ਜਾਂ ਕੋਈ ਹੋਰ ਆ, ਦੇ ਹੈਵ ਨਥਿੰਗ ਟੂ ਡੂ ਵਿਦ ਕਿਸਾਨ ਸਟਰਗਲ, ਜਦ ਕਿ ਆਪ ਕਿਸਾਨ ਨੇ। ਐਟਲੀਸਟ ਤੁਸੀਂ ਕੋਈ ਸਟੇਟਮੈਂਟ ਹੀ ਦੇ ਦਿਓ। ਕੋਈ ਵੀ ਨਹੀਂ ਆਇਆ, ਦਲ ਖਾਲਸਾ ਨਹੀਂ ਆਇਆ, ਜਿਹੜੇ ਪ੍ਰੋਮੀਨੈਂਟ ਨੇ, ਨਨ ਆਫ ਦੈਮ ਕਮ ਆਊਟ। ਨਾ ਹੁਣ ਪੰਨੂ ਬੋਲਿਆ, ਜਿਹਨੂੰ ਐਡਾ ਵੱਡਾ ਹੀਰੋ ਬਣਾਇਆ ਹੈ ਕਿ ਨਹੀਂ, ਜਿਹੜਾ ਕਹਿੰਦਾ ਕਿ ਮੈਂ ਸਿੱਖਾਂ ਦਾ ਫਿਊਚਰ ਡਿਸਾਈਡ ਕਰ ਦੇਣਾ ਸਿੰਗਲ ਹੈਂਡਡਲੀ। ਕੀ ਉਹ ਹੁਣ ਕੀ ਵਿਚਾਰ ਆ? ਮਤਲਬ ਕਿ ਕਿ ਇੱਦਾਂ ਦੇ ਹੀਰੋ ਕ੍ਰੀਏਟ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈ। ਦੇ ਪਲੇਇੰਗ ਵਿਦ ਦਾ ਸੈਂਟੀਮੈਂਟਸ ਐਂਡ ਫੀਲਿੰਗਸ ਆਫ ਦਾ ਪੀਪਲ। ਹੁਣ ਫਾਰਮਰਸ ਦੀਆਂ ਕਰ ਰਹੇ ਨੇ। ਮਤਲਬ ਕਿ ਦਿਸ ਥਿੰਗ ਹੈਜ਼ ਟੂ ਸਟਾਪ। ਬਿਲਕੁਲ। ਆਖਰੀ ਸਵਾਲ ਹੈ ਸਰ, ਇੱਕ ਲੜਾਈ 14 ਸਾਲ ਦੀ ਤੁਸੀਂ ਅਮਰੀਕਾ ਲੜ ਕੇ ਆਏ, 4 ਸਾਲ ਤੁਸੀਂ ਇੰਡੀਆ ਕੇ ਲੜੇ, ਰਿਹਾਈ ਹੋਈ। ਜੁਡੀਸ਼ਰੀ ਵੱਲੋਂ ਇਹ ਲਿਖਿਆ ਗਿਆ ਕਿ ਤੁਸੀਂ ਕਨਵਿਕਟਡ ਜ਼ਰੂਰ ਹੈਗੇ ਹੋ ਬਟ ਕ੍ਰਿਮੀਨਲ ਨਹੀਂ ਹੈਗੇ, ਪਰ ਸੁਸਾਇਟੀ ਨੇ ਮੰਨਿਆ ਕਿ ਤੁਸੀਂ ਕ੍ਰਿਮੀਨਲ ਨਹੀਂ ਹੈਗੇ। ਉਸ ਤੋਂ ਬਾਅਦ ਤੁਹਾਡਾ ਸਮਾਜਿਕ ਸਹਿਚਾਰ ਕੀ ਰਿਹਾ? ਤੁਹਾਡੀ ਰਿਹਾਈ ਤੋਂ ਬਾਅਦ ਜਦੋਂ ਤੁਸੀਂ ਆਪਣਾ ਗ੍ਰਸਤੀ ਜੀਵਨ ਵੀ ਸ਼ੁਰੂ ਕਰ ਚੁੱਕੇ ਸੀ, ਬੇਟੀ ਹੈ, ਹੁਣ ਰਿਸ਼ਤੇਦਾਰਾਂ ਦਾ ਤੁਹਾਡੇ ਨਾਲ ਮਿਲਵਰਤਨ ਜਾਂ ਆਸ ਗੁਆਂਢ ਦਾ, ਉਹ ਮੰਨਦੇ ਨੇ ਕਿ ਹਾਂਜੀ ਤੁਸੀਂ ਇਨੋਸੈਂਟ ਹੋ, ਜਾਂ ਫਿਰ ਅੱਜ ਵੀ ਤੁਹਾਨੂੰ ਉਸੇ ਸ਼ੱਕ ਦੀ ਨਜ਼ਰ ਨਾਲ ਜਾਂ ਫਿਰ ਤੁਹਾਨੂੰ ਕ੍ਰਿਮੀਨਲ ਵਾਂਗੂ ਹੀ ਦੇਖਦੇ ਨੇਗੇ?
ਉਹ ਲੜਾਈ ਤੁਹਾਡੀ ਰਹੀ? ਨਹੀਂ, ਮੇਰੇ ਨਾਲ ਇਦਾਂ ਦਾ ਕੋਈ ਵਰਤਾਰਾ ਨਹੀਂ ਹੋਇਆ ਜੀ। ਆਈ ਹੈਵ ਬੀਨ ਅਸੈਪਟਡ ਐਨੀਵੇਅਰ ਆਈ ਗੋ। ਰਾਈਟ। ਚਾਹੇ ਕੋਈ ਹਿੰਦੂ ਆ, ਚਾਹੇ ਸਿੱਖ ਆ, ਮੁਸਲਮਾਨਾਂ ਨੂੰ ਮੈਂ ਬਹੁਤਿਆਂ ਨੂੰ ਜਾਣਦਾ ਨਹੀਂ ਜੀ। ਕਿਉਂਕਿ ਤੁਹਾਡੀ ਵਾਹ ਨਹੀਂ ਪੈਂਦਾ। ਤਾਂ ਉਹਨਾਂ ਨੇ ਹਮੇਸ਼ਾ ਮੈਨੂੰ ਕਟਸੀ ਵਜੋਂ ਦੇਖਿਆ ਹੈਗਾ। ਦੇ ਹੈਵ ਐਮਪਥਾਈਜ਼, ਉਹਨਾਂ ਨੇ ਇਹ ਜ਼ਾਹਰ ਕੀਤਾ ਕਿ ਸਾਨੂੰ ਦੁੱਖ ਆ ਕਿ ਇਹ ਹੈਗਾ। ਜਿਹੜੇ ਆਲੇ ਦੁਆਲੇ ਮੇਰਾ ਮਹੱਲਾ, ਜੀ, ਕੋਈ ਫੰਕਸ਼ਨ ਹੋਵੇ, ਕੁਛ ਵੀ ਹੋਵੇ ਤਾਂ ਮੈਨੂੰ ਜ਼ਰੂਰ ਬੁਲਾਉਣਗੇ। ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਪਖੂ, ਸਾਡੀ ਵੈਲਫੇਅਰ ਐਸੋਸੀਏਸ਼ਨ ਦੇ, ਇਨਫੈਕਟ ਉਹਨਾਂ ਨੇ ਲਿਖ ਕੇ ਦਿੱਤਾ ਸੀ ਮੇਰੀ ਰਿਹਾਈ ਜਦੋਂ ਮੈਂ ਇੱਥੇ ਰਹਿ ਰਿਹਾ ਸੀ। ਜੀ। ਅਜੇ ਗੁਰਦੁਆਰੇ ਵਾਲੇ ਹਿਚਕਚਾਹਟ ਰਹੇ ਸੀ, ਪਰ ਉਹਨੇ ਨਹੀਂ ਹਿਚਕਾਹਟ ਕੀਤੀ। ਤੁਸੀਂ ਜਿਮ ਟ੍ਰੇਨਰ ਵੀ ਰਹੇ ਹੋ ਫॉर ਵੂਮਨਸ ਜਿਮ? ਹਾਂਜੀ। ਮੈਂ ਪਰਸਨਲ ਟ੍ਰੇਨਰ ਰਿਹਾ ਹੈਗਾ। ਮੈਂ ਜਸੋਵਾਲ ਟੈਨਿਸ ਅਕੈਡਮੀ ਆ, ਉੱਥੇ ਚੀਫ ਟ੍ਰੇਨਰ ਰਿਹਾ। ਵੋਲੰਟਰਲੀ, ਮੈਂ ਕੋਈ ਨਹੀਂ ਪੈਸੇ ਕਰਕੇ। ਮੇਰਾ ਆਪਣਾ ਪਰਸਨਲ ਜਿਮ ਵੀ ਆ, ਪਰ ਕਮਰਸ਼ੀਅਲ ਕੁਛ ਨਹੀਂ ਹੈ, ਆਪਣੇ ਸ਼ੌਂਕ ਲਈ ਬਣਾਇਆ। ਮੇਰੀ ਵਾਈਫ ਵੀ ਏਵਰਡ ਜਿਮ ਦੀ ਲਵ ਕਰਦੀ ਆ, ਐਂਡ ਸ਼ੀ ਡੂ ਐਕਸਰਸਾਈਜ਼ ਐਵਰੀ ਡੇ। ਅਤੇ ਮੈਂ ਵੀ ਹਜੇ ਮੈਂ ਬਾਸਕਟਬਾਲ ਦੀ ਵੀ ਟ੍ਰੇਨਿੰਗ ਦਿੱਤੀ ਆ, ਮੈਂ ਟੈਨਿਸ ਦੀ ਵੀ ਟ੍ਰੇਨਿੰਗ ਦਿੱਤੀ ਆ, ਮੈਂ ਬੈਡਮਿੰਟਨ ਦੀ ਵੀ ਟ੍ਰੇਨਿੰਗ ਦਿੱਤੀ ਹੈ, ਮੈਂ ਵੈਸੇ ਵੀ ਫਿਟਨੈਸ ਲਈ ਕਰਾਇਆ। ਤੁਸੀਂ ਹਾਕੀ ਪਲੇਅਰ ਵੀ ਰਹੇ ਹੋ? ਮੈਂ ਯੂਨੀਵਰਸਿਟੀ 'ਚ ਹਾਕੀ ਪਲੇਅਰ ਸੀ। ਮੈਂ ਆਪਣੀ ਯੂਨੀਵਰਸਿਟੀ ਨੂੰ 3 ਟਾਈਮਸ ਰੈਪਰਜੈਂਟ ਕੀਤਾ, ਫਿਰ ਮੈਂ ਹਾਕੀ ਛੱਡਤੀ ਸੀ। ਜੀ, ਬਹੁਤ ਮਿਹਰਬਾਨੀ, ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਆਪਣੀ ਜਰਨੀ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅੱਜ ਦੇ ਜੋ ਹਾਲਾਤ ਬਣੇ ਹੋਏ ਨੇ ਉਹਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਯਕੀਨਨ ਸਿੱਖ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਜ਼ਿਕਰਯੋਗ ਰਹੇਗਾ ਹਮੇਸ਼ਾ ਹੀ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ।